ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਚਾਰਾਂ ਵਿੱਚ ਅੱਜ ਅੰਕ ਨੰਬਰ 1065 ਤੋਂ ਅੱਗੇ ਪਾਠ ਕਰਨਾ। ਮਾਰੂ ਰਾਗ ਵਿੱਚ ਤੀਜੀ ਪਾਤਸ਼ਾਹੀ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਸੋਲਿਆਂ ਦੇ ਪਾਠ ਚੱਲ ਰਹੇ ਹਨ, ਜਿਸ ਵਿੱਚ 21ਵੇਂ ਸੋਲੇ ਦੇ 7 ਪਦਿਆਂ ਤੱਕ ਦੇ ਪਹਿਲਾ ਪਾਠ ਹੋ ਚੁੱਕੇ ਹਨ। ਅੱਜ ਅੱਗੋਂ ਪਾਠ ਕਰਨਾ। ਹਉ ਮੈਂ ਗਣਤ ਗੁਰ ਸ਼ਬਦ ਨਿਵਾਰੇ, हर जियो हृदय रखो उर तारे, गुर कै शब्द सदा सालाए, मिल साचे सुख पाएंदा। हूँ मैं गणत गुर शब्द निवारे, हर जियो हृदय रखो उर तारे, गुर कै शब्द सदा सालाहे, मिल साचे सुख पाएंदा। हूँ मैं मेरी वाली अवस्था, विकारां दी अधीनगी वाली अवस्था। गणत गणत तो पाओ गिनतियां ले लीए, गणत तो पाओ गिनतियां दे कारण उत्पन्न हुई चिंतावां फिक्रां ले लीए। हूँ मैं गणत ਜਦੋਂ ਤੱਕ ਅਸੀਂ ਗਿਣਤੀਆਂ ਵਿੱਚ ਪਏ ਰਹਿੰਦੇ ਹਾਂ, ਭਾਵੇਂ ਧਨ ਦੌਲਤ ਦੀ ਗਿਣਤੀਆਂ ਹੋਣ, ਪ੍ਰਾਪਰਟੀ ਦੀ ਗਿਣਤੀਆਂ ਹੋਣ, ਜਾਂ ਇੱਥੇ ਤੱਕ ਕਿ ਧਰਮ ਦੇ ਖੇਤਰ ਵਿੱਚ ਗਿਣ ਕੇ ਪਾਠ ਕਰਨੇ ਹੋਣ, ਗਿਣ ਕੇ ਗੁਰਦੁਆਰੇ ਜਾਣਾ ਹੋਵੇ, 40 ਦਿਨ ਗੁਰਦੁਆਰੇ ਚੱਲੀਏ ਸੁਪਨੇ ਹੋਣ, ਗੁਰੂ ਸਾਹਿਬ ਸਮਝਾਉਂਦੇ ਹਨ ਹਉਮੈ ਗਣਤ। ਕਹਿੰਦੇ ਜਦੋਂ ਤੱਕ ਗਿਣਤੀਆਂ ਵਿੱਚ ਤੇ ਹਉਮੈ ਵਿੱਚ ਪਿਆ ਰਹਿੰਦਾ ਹਾਂ, ਤਦ ਤੱਕ ਮਨੁੱਖ ਦੇ ਮਨ ਦੇ ਵਿੱਚ ਚਿੰਤਾਵਾਂ, ਫਿਕਰ, ਟੈਨਸ਼ਨਾਂ, ਡਰ ਉਤਪੰਨ ਹੁੰਦੇ ਰਹਿੰਦੇ। ਤੇ ਗੁਰੂ ਸ਼ਬਦ ਨਿਵਾਰੇ, ਹਉਮੈ ਤੇ ਗਣਤ ਗੁਰੂ ਦੇ ਸ਼ਬਦ ਦੇ ਰਾਹੀਂ, ਗੁਰੂ ਦਾ ਸ਼ਬਦ ਨਿਵਾਰੇ ਦੂਰ ਕਰ ਦਿੰਦਾ ਹੈ। ਗੁਰੂ ਦੇ ਸ਼ਬਦ ਦੇ ਰਾਹੀਂ ਦੂਰ ਕਰ ਲਵੇ। ਹਰ ਜੀਓ ਹਿਰਦੈ ਰੱਖੋ ਉਰ ਤਾਰੇ, ਇੱਥੇ ਜੀਓ ਅੱਖਰ ਆਇਆ, ਸਤਕਾਰ ਲਈ ਆਇਆ ਹਰੀ ਦੇ। ਹਰ ਜੀਓ ਹਿਰਦੇ ਵਿੱਚ ਰੱਖੋ ਉਰ ਤਾਰੇ, ਹਰੀ ਨੂੰ ਹਿਰਦੇ ਵਿੱਚ ਰੱਖਣਾ ਕਰੀਏ। ਉਰ ਤੋਂ ਭਾਵ ਵੀ ਹਿਰਦਾ ਹੈ, ਦਿਲ ਹੈ। ਹਿਰਦੇ ਵਿੱਚ ਤਾਰੇ ਤੋਂ ਭਾਵ ਵਸਾਉਣਾ, ਦਿਲ ਵਿੱਚ ਟਿਕਾ ਲਈਏ, ਮਨ ਵਿੱਚ ਗੁਰੂ ਦੇ ਸ਼ਬਦ ਨੂੰ ਟਿਕਾ ਲਈਏ। ਹਰ ਜੀਓ ਹਿਰਦੇ ਰੱਖੋ ਉਰ ਤਾਰੇ, ਗੁਰ ਕੈ ਸ਼ਬਦ ਸਦਾ ਸਾਲਾਹੇ। ਕਹਿੰਦੇ ਨੇ ਗੁਰ ਕੈ ਸ਼ਬਦ, ਗੁਰੂ ਦੇ ਸ਼ਬਦ ਦੇ ਰਾਹੀਂ ਸਦਾ ਸਾਲਾਹੇ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰੇ। ਮਿਲ ਸਾਚੇ ਸੁਖ ਪਾਏਂਦਾ, ਸਾਚੇ ਨੂੰ ਮਿਲ ਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ, ਆਤਮਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਅਸੀਂ ਧਿਆਨ ਦਈਏ ਨਾ ਪਹਿਲੀ ਪੰਕਤੀ ਵਿੱਚ, ਹਉਮੈ ਗਣਤ ਗੁਰ ਸ਼ਬਦ ਨਿਵਾਰੇ। ਇਹ ਹਉਮੈ ਤੇ ਗਣਤ ਰੋਗ ਸਮਝ ਲਈਏ। ਜਦੋਂ ਰੋਗ ਦੂਰ ਹੋ ਜਾਂਦੇ ਨੇ ਤਾਂ ਆਤਮਕ ਆਨੰਦ, ਤਾਂ ਸੁਖ ਦੀ ਪ੍ਰਾਪਤੀ ਹੁੰਦੀ ਹੈ, ਤਾਂ ਆਤਮਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਗੁਰ ਕੇ ਸ਼ਬਦ ਸਦਾ ਸਾਲਾਹੇ, ਮਿਲ ਸਾਚੇ ਸੁਖ ਪਾਏਂਦਾ। ਅਸਲ ਸੁਖ ਦਾ ਜ਼ਿਕਰ ਅਸੀਂ ਦੇਖੀਏ, ਧਿਆਨ ਦਈਏ ਨਾ, ਸੁੱਖਾਂ ਦਾ ਜ਼ਿਕਰ ਜਦ ਵੀ ਆਉਂਦਾ ਨਾ, ਗੁਰੂ ਦੇ ਬੋਲ ਦੇ ਰਾਹੀਂ ਸੁਖ ਦੀ ਪ੍ਰਾਪਤੀ ਹੁੰਦੀ ਹੈ। ਤੇ ਸਾਡੇ ਮਨ ਵਿੱਚ ਆ ਜਾਂਦਾ ਹੈ ਕਿ ਸ਼ਾਇਦ ਸਾਡੇ ਜਿਹੜੀ ਦੁਨਿਆਵੀ ਕਾਰਨ ਉਹ ਪੂਰੇ ਹੋ ਜਾਂਦੇ ਹਨ, ਤੇ ਅਸੀਂ ਕੇਵਲ ਉੱਥੇ ਤੱਕ ਸੋਚ ਕੇ ਅਸੀਂ ਗਿਣਤੀਆਂ ਦੇ ਪਾਠ ਵਿੱਚ ਪਹੁੰਚ ਜਾਂਦੇ ਹਾਂ। ਗਿਣ ਕੇ ਗੁਰਦੁਆਰੇ ਇਹ ਆਸ ਲੈ ਕੇ ਪਹੁੰਚ ਜਾਂਦੇ ਹਾਂ ਕਿ ਸ਼ਾਇਦ ਸਾਡੇ ਧੀ ਪੁੱਤਰ ਨੂੰ ਨੌਕਰੀ ਗੁਰੂ ਸਾਹਿਬ ਦੇਣ ਦਾ ਜ਼ਿਕਰ ਕਰ ਰਹੇ ਹਨ। ਅਸੀਂ ਧਿਆਨ ਦਈਏ ਨਾ, ਜਿਹੜੇ ਸੁੱਖ ਦਾ ਜ਼ਿਕਰ ਗੁਰੂ ਸਾਹਿਬ ਕਰ ਰਹੇ ਹਨ, ਉਸ ਸੁੱਖ ਦੇ ਮੁਤਾਬਕ, ਉਸ ਸੁੱਖ ਦੀ ਤੁਲਨਾ ਵਿੱਚ ਅਗਰ ਤੁਲਨਾ ਕਰੀਏ ਤੇ ਇਹ ਦੁਨਿਆਵੀ ਸੁੱਖ ਕਿਣਕਾ ਮਾਤਰ ਵੀ ਨਹੀਂ। ਅਸੀਂ ਕਿਣਕਾ ਮਾਤਰ ਲੈਣ ਲਈ ਅਸੀਂ ਸੋਚਦੇ ਹਾਂ ਕਿ ਕਿਣਕਾ ਪ੍ਰਾਪਤ ਹੋ ਜਾਏ, ਸਾਡੇ ਧੀ ਪੁੱਤਰਾਂ ਨੂੰ ਨੌਕਰੀ ਮਿਲ ਜਾਣ, ਵਿਆਹ ਹੋ ਜਾਏ, ਧਨ ਦੌਲਤ ਮਿਲ ਜਾਏ, ਇਹ ਸਾਰੀਆਂ ਚੀਜ਼ਾਂ ਦੀ ਜੇ ਪ੍ਰਾਪਤੀ ਹੋ ਵੀ ਜਾਏ ਤੇ ਸਾਨੂੰ ਖੁਸ਼ੀ ਦੁਨਿਆਵੀ ਤੌਰ ਤੇ ਸ਼ਾਇਦ ਮਿਲ ਜਾਏ, ਪਰ ਸਾਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੋਏਗੀ। ਇਹਦੀ ਕੋਈ ਗਾਰੰਟੀ ਨਹੀਂ ਹੈ। ਵਸਤੂਆਂ ਮਿਲ ਸਕਦੀਆਂ, ਸੁੱਖ ਦੀ ਪ੍ਰਾਪਤੀ ਹੋਏਗੀ ਜਾਂ ਨਹੀਂ ਹੋਏਗੀ, ਇਸ ਦੀ ਕੋਈ ਗਾਰੰਟੀ ਨਹੀਂ ਹੈ। ਪਰ ਗੁਰੂ ਸਾਹਿਬ ਆਤਮਕ ਆਨੰਦ ਦਾ ਜ਼ਿਕਰ ਕਰਦੇ ਹਨ
ਉਸ ਆਨੰਦ ਦਾ, ਉਸ ਸੁਖ ਦਾ ਜ਼ਿਕਰ ਕਰਦੇ ਹਨ ਜਿਹਦੇ ਪ੍ਰਾਪਤ ਕੀਤਿਆਂ ਜੇ ਧਨ ਦੌਲਤ ਹੈ ਤਾਂ ਵੀ ਸੁਖ ਹੈ, ਜੇ ਨਹੀਂ ਹੈ ਤਾਂ ਵੀ ਸੁਖ ਹੈ। ਮਹਿਲ ਮਾੜੀਆਂ ਵਿੱਚ ਵੀ ਸੁਖ ਹੈ, ਇੰਝ ਕਹਿ ਲਈਏ ਝੁੱਗੀ ਵਿੱਚ ਵੀ, ਝੋਪੜੀ ਟੁੱਟੀ ਝੋਪੜੀ ਵਿੱਚ ਵੀ ਸੁਖ ਹੈ, ਆਨੰਦ ਹੈ ਜੀ। ਅਰਵਿੰਦਰ ਜੀ ਜਿਹੜਾ ਵਰਡ ਗਣਤ ਆ ਰਿਹਾ ਨਾ ਵਿਦ ਥੋੜੇ ਹਲਕੇ ਹਲਕੇ ਚੇਂਜਸ ਦੇ ਨਾਲ ਵੀ ਇੱਕ ਸ਼ਬਦ ਆਂਦਾ, ਕਹਿੰਦਾ ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ। ਜਿਹੜਾ ਮਨਮੁਖ ਬੰਦਾ ਹੈ ਉਹ ਆਪਣੀ ਵਡਿਆਈ ਦਿਖਾਉਣ ਦੀ ਜਿਹੜੀ ਉਹ ਚੇਸ਼ਟਾ ਹਮੇਸ਼ਾ ਰੱਖਦਾ ਜਿਹੜਾ ਹੈ, ਜਾਂ ਵੀ ਉਹ ਕਹਿੰਦਾ ਵੀ ਨਾਨਕ ਗਣਤੇ ਸੇਵਕ ਨਾ ਮਿਲੇ, ਵੀ ਮੈਂ ਕੁਝ ਗਿਣਤੀ ਮਿਣਤੀ ਕਰ ਲਵਾਂ ਵੀ ਇਤਨੀ ਵਾਰ ਇਹ ਚੀਜ਼ ਕਰਾਂਗਾ। ਗਣਤ ਇਜ਼ ਬੇਸਿਕਲੀ ਬੀਇੰਗ ਇਨ ਅ ਕੈਲਕੂਲੇਟਿਵ ਸਟੇਟ ਆਫ ਮਾਈਂਡ। ਹੁਣ ਇਹ ਕਰ ਲੈਂਦੇ ਆ, ਫਿਰ ਉਹ ਕਰ ਲਵਾਂਗੇ, ਉਹਨੇ ਮੈਨੂੰ ਇਹ ਕਿਹਾ ਤੇ ਮੈਨੂੰ ਇਹ ਕਰ ਦਾਂਗਾ, ਇਹ ਚੀਜ਼ ਆਣੀ ਸੀ। ਦਾ ਕੌਨਸਟੈਂਟ ਸਟ੍ਰੈਸ ਅਸੀਂ ਸਾਡੇ ਉੱਤੇ, ਜਿਹੜਾ ਗੁਰੂ ਕਹਿੰਦੇ ਨੇ ਕਰਮ ਕਰਤ ਹੋਵੇ ਨਹਿ ਕਰਮ, ਕੁਝ ਕੰਮ ਕਰਦੇ ਆ ਉਹਦੇ ਜੋ ਆਫਟਰ ਇਫੈਕਟਸ ਨੇ ਨਾ, ਉਸ ਤੋਂ ਆਪਣੇ ਦਿਮਾਗ ਨੂੰ ਫ੍ਰੀ ਰੱਖ। ਇਹ ਕਰ ਲਵਾਂਗਾ, ਫਿਰ ਉਹਨੇ ਮੈਨੂੰ ਇਹ ਕਿਹਾ ਤੇ ਮੈਨੂੰ ਇਹ ਕਰ ਦਾਂਗਾ, ਉਹਨੇ ਮੈਨੂੰ ਇਹ ਕਿਹਾ ਤੇ ਮੈਨੂੰ ਅੱਗੇ ਇਹ ਕਹਿ ਦੇਵਾਂਗਾ। ਇੱਥੇ ਜਿਹੜਾ ਵਰਡ, ਇੱਥੇ ਜਿਹੜਾ ਦਰਪਣ ਜਿਹੜੇ ਅਰਥ ਕਰਦੇ ਪਏ ਨਾ, ਹਉਮੈ ਗਣਤ ਪਾਓ, ਇੱਕ ਉਹ ਗਿਣਤੀ ਮਿਣਤੀ ਆਪਣੇ ਮਨ ਵਿੱਚ ਹਮੇਸ਼ਾ ਬਣਾਈ ਰੱਖਣੀ ਜਿਹਦੇ ਨਾਲ ਸੰਸਾਰਿਕ ਤੌਰ ਦੇ ਉੱਤੇ ਮੈਂ ਜ਼ਿਆਦਾ ਪ੍ਰਸਿੱਧ, ਪ੍ਰਚਲਿਤ, ਪ੍ਰਵਾਨ ਹੋ ਸਕਾਂ। ਹਉਮੈ ਵਾਲੀ ਗਿਣਤੀ, ਬਈ ਮੈਂ ਕਿਸ ਤਰ੍ਹਾਂ ਹਾਊ ਪੀਪਲ, ਮੈਂ ਸਾਰਿਆਂ ਲੋਕਾਂ ਵਿੱਚ ਲੋਕੀ ਸਾਰੇ ਮੈਨੂੰ ਕਿਵੇਂ ਚੰਗਾ ਚੰਗਾ ਕਹਿਣ, ਲੋਕੀ ਮੈਨੂੰ ਇਹ ਹਉਮੈ ਦੀ ਗਣਤ ਕਿ ਬਈ ਹਰ ਬੰਦਾ ਮੈਨੂੰ ਕਹੇ ਕਿ ਅੱਛਾ ਤੁਸੀਂ ਤੁਹਾਡਾ ਯੂ ਆਰ ਵੈਰੀ ਇੰਟੈਲੀਜੈਂਟ, ਤੁਸੀਂ ਉਹ ਵਾਲੀ ਗਣਤ ਜਿਹੜੀ ਹੈ ਨਾ। ਗੁਰੂ ਕਹਿੰਦੇ ਵੀ ਜੋ ਹਉਮੈ ਦੀ ਗੱਲ ਕਰਦੇ ਨੇ, ਕਹਿੰਦੇ ਵੀ ਕਹਿੰਦਾ ਹਉਮੈ ਦੀਰਘ ਰੋਗ ਹੈ। ਦੀਰਘ ਰੋਗ ਪਾਓ ਕ੍ਰੋਨਿਕ ਐਲੀਮੈਂਟ, ਉਹ ਕੁਝ ਬਿਮਾਰੀਆਂ ਐਸੀਆਂ ਹੁੰਦੀਆਂ ਨੇ ਜੋ ਜਲਦੀ ਜਿਹਦਾ ਇਲਾਜ ਨਹੀਂ ਹੁੰਦਾ, ਦੇ ਟੇਕ ਅ ਵੈਰੀ ਲੌਂਗ ਟਾਈਮ। ਉਹ ਜਿਹੜਾ ਨਾ ਵੀ ਉਹਨੂੰ ਦੀਰਘ, ਜਿਹਦਾ ਵੱਡੀ ਉਮਰ ਕਹਿ ਲਓ, ਕਹਿੰਦੇ ਹਉਮੈ ਦੀਰਘ ਰੋਗ ਹੈ। ਲੇਕਿਨ ਗੁਰੂ ਕਿਉਂਕਿ ਫਿਰ ਗੁਰੂ ਹੈ, ਉਹਨੇ ਜੇ ਉਹਨੇ ਕੋਈ ਬਿਮਾਰੀ ਦੱਸੀ ਦੇ ਨਾਲ ਇਲਾਜ ਵੀ ਦੱਸਣਾ ਹੈ, ਕਹਿੰਦਾ ਦਾਰੂ ਵੀ ਇਸਮਾਏ, ਕਹਿੰਦਾ ਚਿੰਤਾ ਨਾ ਕਰੋ, ਠੀਕ ਹੈ ਭਾਵੇਂ ਵੱਡੀ, ਇਟ ਇਜ਼ ਅ ਕ੍ਰੋਨਿਕ ਐਲੀਮੈਂਟ, ਕਹਿੰਦੇ ਲੇਕਿਨ ਲਾ ਇਲਾਜ ਨਹੀਂ ਹੈ, ਉਹਦਾ ਇਲਾਜ ਵੀ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸਮਾਏ, ਇਹਦਾ ਇਲਾਜ ਕੀ ਹੈ? ਕਹਿੰਦਾ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਨਾਨਕ ਕਹੇ ਸੁਨੋ ਜਨੋ ਇਤ ਸੰਜਮ ਦੁੱਖ ਜਾਏ। ਜਿਹੜੀ ਹਉਮੈ ਦੀ ਆਪਣੇ ਆਪ ਨੂੰ, ਉਹ ਜਿਹੜਾ ਕਬੀਰ ਸਾਹਿਬ ਦੇ ਸ਼ਬਦਾਂ ਦਾ ਕਹਿੰਦੇ ਕਾਨੋ ਕਾਟੀ ਨਾਕੋ ਕਾਟੀ ਕਾਟ ਕੂਟ ਕਰ ਡਾਰੀ, ਵੀ ਉਹ ਸੰਸਾਰ ਨੂੰ ਆਮ ਤੌਰ ਤੇ ਹਰ ਕੰਮ, ਵਿਆਹਾਂ ਦੇ ਖਰਚਾ ਕਿਉਂ ਹੋ ਰਿਹਾ? ਲੋਕੀ ਆ ਕੇ ਕਹਿਣ ਵੀਰ ਜੀ ਤੁਹਾਡੇ ਵੱਲ ਜੋ ਵਿਆਹ ਹੋਇਆ ਸੀ ਮੈਂ ਤੇ ਐਸਾ ਦੇਖਿਆ ਹੀ ਨਹੀਂ, ਮੈਂ ਤੇ ਇਤਨੇ ਦੇਖੇ ਨੇ, ਲੇਕਿਨ ਜੋ ਤੁਹਾਡਾ ਪ੍ਰਬੰਧ ਸੀ ਉਹ ਤੇ ਵਾਹ ਵਾਹ, ਵੀ ਇੱਕ ਕੰਨ ਦੇ ਨਾਲ ਆਪਣੀ ਪ੍ਰਸ਼ੰਸਾ ਸੁਣ ਸਕਾਂ, ਲੋਕੀ ਮੈਨੂੰ ਕਹਿਣ ਵਾਹ ਵਾਹ, ਤੇ ਇੱਕ ਮੇਰੀ ਸਮਾਜ ਵਿੱਚ ਨੱਕ ਬਣੀ ਰਹੇ। ਕਬੀਰ ਸਾਹਿਬ ਕਹਿੰਦੇ ਕਾਨੋ ਕਾਟੀ ਨਾਕੋ ਕਾਟੀ ਕਾਟ ਕੂਟ ਕਰ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਸਾਰੇ ਸੰਸਾਰ ਵਿੱਚ ਤੀਨ ਲੋਕ ਪਾਓ, ਹਰ ਬੰਦੇ ਨੂੰ ਜਿਹੜਾ ਨਾ ਵੀ ਇਹ ਕਿ ਮੇਰੀ ਹਉਮੈ ਦੀ ਗਣਤ, ਕਿ ਹਾਓ ਮੈਂ ਸੰਸਾਰ ਵਿੱਚ ਕਿਵੇਂ ਸਭ ਤੋਂ ਪ੍ਰਸਿੱਧ, ਪ੍ਰਚਲਿਤ, ਪ੍ਰਮਾਣਿਕ, ਮੇਰੀ ਪ੍ਰਮਾਣਿਕਤਾ ਵੱਧ ਜਾਵੇ। ਇਹ ਵਾਲੀ ਹਉਮੈ ਦੀ ਗਣਤ ਜਿਹੜੀ ਹੈ ਨਾ, ਉਹ ਬੰਦੇ ਦੇ ਵਿੱਚ ਹਮੇਸ਼ਾ ਬੰਦੇ ਨੂੰ ਕੌਨਸਟੈਂਟਲੀ ਇਨ ਸਟ੍ਰੈਸ ਰੱਖਦੀ ਹੈ। ਵੀ ਵਾਂਟ ਕਿ ਲੋਕ ਸਾਡੀ ਜੋ ਸਾਡੀ ਸੋਚ ਨਹੀਂ ਹੈ ਨਾ, ਉਹਨੂੰ ਲੋਕ ਮੋੜ ਲਾਣ ਕਿ ਜੋ ਮੈਂ ਸੋਚਣਾ ਉਹ ਸਹੀ ਹੈ। ਵੀ ਵਾਂਟ ਹਰ ਇੱਕ ਦਾ ਉਹਦੇ ਉੱਤੇ ਅਪਰੂਵਲ ਚਾਹੀਦਾ ਹੁੰਦਾ ਸਾਨੂੰ। ਇਹ ਸਾਡੀ ਹਉਮੈ ਦੀ ਗਣਤ ਹਮੇਸ਼ਾ ਬਣੀ ਹੋਈ ਰਹਿੰਦੀ। ਕਹਿੰਦੇ ਇਹ ਜਾਏਗੀ ਕਿਵੇਂ? ਗੁਰੂ ਕਹਿੰਦੇ ਕਰਮ ਕਰਤ ਹੋਵੇ ਨਾ ਕਰਮ, ਆਸਾ ਭੀਤਰ ਰਹੇ ਨਿਰਾਸਾ, ਤੋ ਨਾਨਕ ਏਕ ਮਿਲੇ। ਤੂੰ ਅੱਛੇ ਕੰਮ ਕਰਦਿਆਂ ਹੋਇਆ ਨਾ, ਉਹ ਕਹਿੰਦਾ ਹਉਮੈ ਗਣਤ ਗੁਰ ਸ਼ਬਦ ਨਿਵਾਰੇ। ਗੁਰੂ ਦੇ ਸ਼ਬਦ ਦੇ ਰਾਹੀਂ ਇਹ ਜੋ ਤੇਰੇ ਅੰਦਰ ਇੱਕ ਸੋਚ ਬਣੀ ਪਈ ਹੈ ਨਾ ਕਿ ਮੈਂ ਕਿਵੇਂ ਜ਼ਿਆਦਾ ਐਕਸੈਪਟੇਬਲ, ਮੈਨੂੰ ਉਦੋਂ ਅਸੀਂ ਚਾਹੁੰਦੇ ਹਾਂ ਕਿ ਬਈ ਅੱਛਾ ਪ੍ਰਿਵਿਲੇਜਸ, ਮੈਂ ਆਪਣੀ ਡਿਊਟੀ ਦੀ ਗੱਲ ਨਹੀਂ ਕਰਦਾ, ਮੈਨੂੰ ਪ੍ਰਿਵਿਲੇਜ ਜ਼ਿਆਦਾ ਮਿਲੇ, ਵੀ ਮੈਨੂੰ ਇਨ ਵਾਟਐਵਰ ਵੇ ਮੈਨੂੰ ਜ਼ਿਆਦਾ ਸਤਿਕਾਰਯੋਗ ਵਰਡ ਯੂਜ਼ ਕੀਤੇ ਜਾਣ, ਵੀ ਮੈਨੂੰ ਮੇਰੇ ਵਾਸਤੇ ਅੱਛਾ ਪ੍ਰਬੰਧ ਅੱਛਾ ਕੀਤਾ ਜਾਵੇ। ਹਰ ਬੰਦੇ ਦੀ ਉਹ ਵਾਲੀ ਜਿਹੜੀ ਗਿਣਤੀ ਹੈ ਨਾ, ਉਹ ਹਮੇਸ਼ਾ ਵੀ ਮੈਂ ਕਿਵੇਂ ਸੰਸਾਰ ਵਿੱਚ ਸਮਾਜਿਕ ਤੌਰ ਦੇ ਉੱਤੇ ਵੱਧ ਤੋਂ ਵੱਧ ਆਪਣੀ ਪ੍ਰਤਿਸ਼ਠਾ ਜਿਹੜੀ ਨਾ ਉਹ ਦਿਖਾ ਸਕਾਂ। ਕਹਿੰਦਾ ਲੇਕਿਨ ਇਹ ਗੁਰੂ ਦੇ ਸ਼ਬਦ ਦੇ ਰਾਹੀਂ, ਗੁਰੂ ਇਹਨੂੰ ਰੋਗ ਪਿਆ ਕਹਿੰਦਾ, ਤੇ ਉਹ ਕਹਿੰਦਾ ਵੀ ਉਹ ਹਉਮੈ ਦੀਰਘ ਰੋਗ ਹੈ। ਕਹਿੰਦਾ ਗੁਰੂ ਦੇ ਸ਼ਬਦ ਦੇ ਰਾਹੀਂ ਨਾ ਇਸ ਤੋਂ ਨਿਵਰਤੀ ਹੋ ਸਕਦੀ ਹੈ, ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਤੇ ਇਹ ਛੁਟਕਾਰਾ ਪਾਉਣ ਦੇ ਨਾਲ ਕਹਿੰਦਾ ਹਰ ਜੀਓ ਹਿਰਦੈ ਰੱਖੋ ਉਰ ਧਾਰੇ। ਇਹ ਗਿਣਤੀ ਮਿਣਤੀ ਦੇ ਚੱਕਰ ਵੀ ਮੈਂ ਕਿਵੇਂ, ਉਹ ਕਹਿੰਦਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ। ਵੀ ਉਹ ਮੈਂ ਤੇ ਵਿਸ਼ਕਾਰ ਆਈ ਡੋਨਟ ਨੋ ਸਮਵਨ ਵੈਰੀ ਕਲੋਜ਼ ਕਿਸੇ ਗੁਰਦੁਆਰਾ ਸਾਹਿਬ ਨਾਮ ਲਿਖਿਆ ਹੋਇਆ ਸੀ ਤੇ ਜਸਟ ਡਿਸਕਸਿੰਗ, ਤੇ ਉਹ ਕਹਿੰਦੇ ਕਿਹੜੀ ਮਾੜੀ ਗੱਲ, ਅਸੀਂ ਤੇ ਗੁਰੂ ਕੋਲੋਂ ਨਾਮਦਾਨ ਮੰਗਣੇ ਪਿਆ ਵੀ ਮੈਨੂੰ ਨੇਮ ਐਂਡ ਫੇਮ ਚਾਹੀਦਾ। ਨਹੀਂ, ਇੱਥੇ ਤੇ ਉਹ ਨੇਮ ਹੈ ਹੀ ਨਹੀਂ। ਇੱਥੇ ਉਹ ਨਾਮਦਾਨ ਦਾ ਮਤਲਬ ਹੈ ਤੇਰੇ ਨਾਮ ਦੀ ਦਾਤ ਦੇ, ਮੇਰਾ ਤੇ ਕੋਈ ਨਾਮ ਵੀ ਨਾ ਜਾਣੇ। ਮੇਰੀ ਤੇ ਉਹ ਕਹਿੰਦਾ ਗੁਣ ਗਾਏ ਤਬ ਹੀ ਇਹ ਤ੍ਰਿਪਤੇ। ਮੈਂ ਆਪਣੇ ਆਪ ਨੂੰ ਜਨਵਾਉਣਾ ਨਹੀਂ ਚਾਹੁੰਦਾ। ਮੈਂ ਤੇ ਜਦੋਂ ਮੇਰੇ ਮਨ ਵਿੱਚ ਇਹ ਤੇ ਆਪਣਾ ਨਾਮ ਜਪਾਉਣਾ ਹੋ ਗਿਆ ਕਿ ਲੋਕੀ ਮੈਨੂੰ ਜਾਣਨ। ਅਸੀਂ ਜਦੋਂ ਜੋ ਗੁਰਦੁਆਰੇ 'ਚ ਨਾਮ ਲਿਖਾਉਂਦੇ ਹਾਂ ਬਈ ਫਲਾਣੀ ਸੇਵਾ ਇਹਨੇ ਕੀਤੀ, ਅਸੀਂ ਕੀ ਕਰਨੇ ਪਏ ਹਾਂ? ਅਸੀਂ ਆਪਣਾ ਨਾਮ ਜਪਾਉਣਾ ਚਾਹੁੰਦੇ ਹਾਂ ਲੋਕਾਂ ਕੋਲੋਂ। ਤੇ ਗੁਰੂ ਕਹਿੰਦਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ। ਮੈਂ ਮੇਰੇ ਮਨ ਦੀ ਅਵਸਥਾ ਤੇ ਇੱਥੇ ਟਿੱਕੀ ਹੋਵੇ ਕਿ ਨਹੀਂ ਮੈਂ ਨਹੀਂ ਕੁਝ ਹਾਂ ਨਹੀਂ ਕੁਝ ਆਏ ਨਾ ਮੋਰਾ। ਮੇਰਾ ਮਨ ਕਿਤੇ, ਮੇਰਾ ਮਨ ਆਪ ਆਪਣੀਆਂ ਵਡਿਆਈਆਂ ਕਰਨ ਦੇ ਸੋਚ ਵਿੱਚ ਨਾ ਰਵੇ। ਰੱਬ ਦੀਆਂ ਸਿਫਤਾਂ ਕਿਵੇਂ ਹੋ ਸਕਦੀਆਂ ਨੇ? ਸਾਡੇ ਹਰ ਬੋਲ, ਸਾਡੇ ਹਰ ਉਹ ਮਨ ਬਚਨ ਕਰਮ ਕਰਕੇ ਸਾਡੇ ਹਰ ਇੱਕ ਅੱਖਰ ਤੋਂ ਰੱਬ ਦੀ ਵਡਿਆਈ ਕਿਵੇਂ ਪ੍ਰਗਟ ਹੋਏਗੀ? ਅਸੀਂ ਕਹਿੰਦੇ ਮੈਂ ਕਰ ਦਾਂਗਾ, ਮੈਂ ਕਰ ਦੇਣਾ ਸੀ, ਮੇਰੇ ਕੋਲ ਆ ਜਾਣਾ ਸੀ, ਮੈਂ ਕਰ ਦੇਣਾ ਸੀ, ਮੈਨੂੰ ਇੱਕ ਵਾਰ ਕਹਿ ਕੇ ਮੇਰਾ ਨਾਮ ਲੈ ਲੈਣਾ ਸੀ ਉੱਥੇ। ਅਸੀਂ ਹਰ ਬੋਲ ਦੇ ਨਾਲ ਸੰਸਾਰ ਵਿੱਚ ਆਪਣਾ ਨਾਮ ਜਪਾਉਣਾ ਚਾਹੁੰਦੇ ਹਾਂ। ਇਹੀ ਹੋਮ ਹੈ ਹਰ ਵਰਡ ਦੇ ਨਾਲ। ਅਸੀਂ ਕਰਨਾ ਕੀ ਚਾਹੀਦਾ ਸੀ? ਸਾਡੇ ਹਰ ਬੋਲ ਦੇ ਨਾਲ, ਜਿਸ ਨਾਲ ਵੀ, ਇੱਥੇ ਪਹਿਲਾਂ ਆਪਣੇ ਮਨ ਨੂੰ ਵੀ ਸਮਝਾਉਂਦੇ, ਔਰ ਸਾਡੇ ਹਰ ਬੋਲ ਦੇ ਨਾਲ ਹਰ ਬੰਦੇ ਦਾ ਉਹ ਸਾਡੇ ਉੱਤੇ ਨਹੀਂ ਆਉਣਾ ਚਾਹੀਦਾ। ਸਾਡੇ ਉੱਤੇ ਕਹਿ ਲਓ ਵਿਸ਼ਵਾਸ ਜਾਂ ਇਹ ਨਹੀਂ ਆਉਣੀ ਚਾਹੀਦੀ। ਰੱਬ ਦੇ ਪ੍ਰਥਾਈ ਵਿਸ਼ਵਾਸ, ਰੱਬ ਦੇ ਪ੍ਰਥਾਈ ਜਿਹੜੀ ਨਾ ਉਹ ਰੱਬ ਦੀ ਕਹਿੰਦੇ ਤੂੰ ਸਮਰੱਥ ਵੱਡਾ, ਉਹ ਰੱਬ ਦੀ ਸਮਰੱਥਾ ਜਿਹੜੇ ਨਾ ਉਹਦੇ ਉੱਤੇ ਭਰੋਸਾ ਆਉਣਾ ਚਾਹੀਦਾ ਸੀ। ਔਰ ਜੇ ਇਹ ਗੁਰੂ ਸ਼ਬਦ ਦੇ ਰਾਹੀਂ ਇਹ ਹਉਮੈ ਨਿਵਰ ਸਕਦੀ ਹੈ। ਔਰ ਪਰਮਾਤਮਾ ਨੂੰ ਤੂੰ ਹਮੇਸ਼ਾ ਹਰ ਜੀਓ ਹਿਰਦੈ ਰੱਖੋ ਔਰ ਧਾਰੇ। ਰੱਬ ਨੂੰ ਆਪਣਾ ਹਮੇਸ਼ਾ ਹਿਰਦੇ ਵਿੱਚ ਜਿਹੜਾ ਹੈ ਨਾ ਉਹ ਟਿਕਾਏ। ਰੱਬ ਕੀ ਹੈ? ਰੱਬ ਅਸੀਂ ਕਈ ਵਾਰ ਕਹਿੰਦੇ ਵੀ ਉਹ ਰੱਬ ਗੁਣਾ ਵਿੱਚ ਹੈ, ਜਾਂ ਗੁਣ ਮੇ ਏਕੋ ਨਿਰਮਲ ਸਾਚਾ, ਜਾਂ ਵੀ ਉਹ ਨਾਮ ਦੇ ਵਿੱਚ ਜਿਹੜਾ ਰੱਬ ਵਸਦਾ ਹੈ। ਉਹਦੇ ਹੁਕਮਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖੋ। ਗੁਰ ਕੈ ਸ਼ਬਦ ਸਦਾ ਸਾਲਾਹੇ। ਗੁਰੂ ਦੇ ਸ਼ਬਦ ਦੇ ਰਾਹੀਂ ਉਹਦੀ ਸਿਫਤ ਸਲਾਹ ਕਰਦਾ ਰਹੇ। ਉਹਦੇ ਕੋਲੋਂ, ਗੁਰੂ ਦੇ ਸ਼ਬਦ ਕੋਲੋਂ ਸਲਾਹ ਵੀ ਪੁੱਛ ਲੈ, ਜੀਵਨ ਜਾਂਚ ਵੀ ਸਿੱਖ ਲੈ। ਗੁਰੂ ਕੋਲੋਂ ਪੁੱਛ ਕਿ ਮੈਂ ਇਹ ਕੰਮ ਕਰਾਂ ਜਾਂ ਨਾ ਕਰਾਂ। ਵੀ ਗੁਰੂ ਦੀ ਸਲਾਹ ਹਰ ਥਾਂ ਦੇ ਉੱਤੇ ਨਾ, ਤੇਰਾ ਮਨ ਕਰੇ ਕੋਈ ਚੀਜ਼ ਕਰਨ ਨੂੰ, ਤੇਰਾ ਮਨ ਕਰਦਾ ਗੁਰੂ ਕੋਲੋਂ ਪੁੱਛ ਲੈ। ਗੁਰ ਕੈ ਸ਼ਬਦ ਸਦਾ ਸਾਲਾਹੇ ਮਿਲ ਸਾਚੇ ਸੁਖ ਪਾਇੰਦਾ। ਇਸ ਤਰੀਕੇ ਦੇ ਨਾਲ ਜਦੋਂ ਤੂੰ ਰੱਬ ਕੋਈ ਫਿਜ਼ੀਕਲ ਹੈ ਨਹੀਂ, ਬੋਲਤੋ the moment we say ਅੰਦਰ ਥੋੜਾ ਵੀ ਕੁਝ ਅਸੀਂ ਕਹਿੰਦੇ ਕਿ ਉਹਦਾ ਇਤਨਾ ਵੀ ਕੁਝ ਬੋਲਤੋ ਫਿਜ਼ੀਕਲ ਹੈ ਨਹੀਂ। ਰੱਬ ਜਿਹੜਾ ਨਾ ਸੂਖਸ਼ਮ ਹੈ। ਤੇ ਰੱਬ ਹਾਂ ਵਸਦਾ ਕਿਦੇ ਵਿੱਚ? ਰੱਬ ਗੁਣਾ ਵਿੱਚ ਵਸਦਾ ਹੈ, ਨਾਮ ਵਿੱਚ ਹੈ। ਪੋਥੀ ਪਰਮੇਸ਼ਰ ਕਾ ਥਾਨ, ਸਭੇ ਘਟ ਰਾਮ ਬੋਲੇ, ਘਟ ਘਟ ਮੈਂ ਹਰ ਜੂ ਬਸੇ। ਇਹ ਗੁਣਾ ਦੇ ਨਾਲ ਮਿਲਾਪ ਵਾਲਾ ਜੀਵਨ ਹੀ ਪਰਮਾਤਮਾ ਦੇ ਨਾਲ ਮਿਲਾਪ ਵਾਲਾ ਜੀਵਨ ਹੈ। ਹਾਂਜੀ ਵੀਰ ਜੀ। ਅਸੀਂ ਆਪਣੀ ਡਿਊਟੀ ਨਹੀਂ ਸਮਝਦੇ, ਪ੍ਰਿਵਿਲੇजेस ਚਾਹੁੰਦੇ ਹਾਂ। ਬਹੁਤ ਸੋਹਣੀ ਗੱਲ ਕੀਤੀ ਆਪ ਜੀ ਨੇ। ਚਾਹੁੰਦੇ ਤੇ ਅਸੀਂ ਬਹੁਤ ਕੁਝ ਹਾਂ, ਪਰ ਆਪਣੇ ਫਰਜ਼, ਆਪਣੇ ਕੀ ਕਰਮ ਅਸੀਂ ਕਰਨੇ ਉਹ ਅਸੀਂ ਨਹੀਂ ਸਮਝਦੇ। ਗੁਰੂ ਦੇ ਦੱਸੀ ਉਦਮ ਨਹੀਂ ਕਰਨਾ ਚਾਹੁੰਦੇ। ਬੜੀ ਖੂਬਸੂਰਤੀ ਨਾਲ ਆਪ ਜੀ ਨੇ ਸਮਝਾਣਾ ਕੀਤਾ। ਧੰਨਵਾਦ ਆਪ ਜੀ ਦਾ। ਜੀ ਇਕਬਾਲ ਵੀਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਵੀਰ ਜੀ। ਹਉਮੈ ਗਣਤ ਗੁਰ ਸ਼ਬਦ ਨਿਵਾਰੇ। ਹਉਮੈ ਗਣਤ, ਹਉਮੈ ਵਾਲੇ ਫੁਰਨੇ, ਹਉਮੈ ਵਾਲੀ ਸੋਚ ਗੁਰ ਸ਼ਬਦ ਨਿਵਾਰੇ। ਜਿਸ ਜੀਵ ਦੇ ਅੰਦਰ ਹਉਮੈ ਵਾਲੀ ਸੋਚ ਉਪਜ ਜਾਂਦੀ, ਪੈਦਾ ਹੋ ਜਾਂਦੀ ਹੈ, ਬਣਦੀ ਹੈ, ਉਹ ਉਸ ਹਉਮੈ ਵਾਲੀ ਸੋਚ ਨੂੰ, ਫੁਰਨਿਆਂ ਨੂੰ ਕਦ ਨਾ ਨਿਵਾਰ ਕਰ ਸਕਦਾ? ਗੁਰ ਸ਼ਬਦ, ਗੁਰੂ ਦੇ ਸ਼ਬਦ ਦੇ ਦੁਆਰਾ ਉਹ ਆਪਣੀ ਹਉਮੈ ਮਾਰ ਸਕਦਾ ਹੈ, ਹਉਮੈ ਨੂੰ ਖਤਮ ਕਰ ਸਕਦਾ। ਇਹਨਾਂ ਫੁਰਨਿਆਂ ਨੂੰ ਜਿਹੜੇ ਹਉਮੈ ਵਾਲੇ ਹਨ ਉਹਨਾਂ ਨੂੰ ਨਿਵਾਰਨ ਕਰ ਸਕਦਾ। ਹਰ ਜੀਉ ਹਿਰਦੇ ਰੱਖੋ ਉਰ ਧਾਰੇ। ਹੁਣ ਜਿਹੜਾ ਜੀਵ ਆਪਣੇ ਅੰਦਰੋਂ ਗੁਰੂ ਸ਼ਬਦ ਦੇ ਦੁਆਰਾ ਮੈਂ ਮੇਰੀ ਮਿਟਾ ਲੈਂਦਾ ਹੈ, ਉਹੀ ਜੀਵ ਜਿਹੜਾ ਆਪਣੇ ਹਿਰਦੇ ਦੇ ਅੰਦਰ
ਪ੍ਰਮਾਤਮਾ ਦਾ ਨਾਮ ਜਿਹੜਾ ਉਹ ਟਿਕਾ ਸਕਦਾ ਹੈ, ਉਹੀ ਟਿਕਾਉਂਦਾ ਹੈ। ਜਿਹਦੇ ਅੰਦਰ ਹਉਮੈ ਜਿਹੜੀ ਹੈਗੀ ਆ, ਹਉਮੈ ਦੇ ਫੁਰਨੇ ਦੀ ਜਿਹੜੀ ਹੈਗੀ ਬੁਣਤ ਹੈ, ਉਹ ਮਰ ਜਾਂਦੀ, ਖਤਮ ਹੋ ਜਾਂਦੀ ਹੈ। ਤੋ ਆਪਣੇ ਹਿਰਦੇ ਦੇ ਅੰਦਰ ਸਦਾ ਸ਼ਬਦ ਨੂੰ ਜਿਹੜਾ ਉਹ ਟਿਕਾਈ ਰੱਖਦਾ ਹੈ। ਗੁਰ ਕੇ ਸ਼ਬਦ ਸਦਾ ਸਲਾਹੇ। ਫਿਰ ਜਦੋਂ ਜਿਹੜਾ ਜੀਵ ਆਪਣੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਟਿਕਾ ਲੈਂਦਾ ਹੈ, ਉਹਦੀ ਅਗਲੀ ਅਵਸਥਾ ਬਣਦੀ ਹੈ ਉਹ ਸਦਾ ਸਲਾਹੇ। ਉਹ ਪ੍ਰਮਾਤਮਾ ਦੇ ਨਾਮ ਦੀ ਹੀ ਕੀਰਤੀ ਕਰਦਾ ਹੈ। ਉਹਦੇ ਅੰਦਰ ਕੋਈ ਹਉਮੈ ਦੀ ਗਣਤ ਜਾਂ ਕੋਈ ਹੋਰ ਵਿਚਾਰ ਉਤਪੰਨ ਨਹੀਂ ਹੁੰਦੇ, ਪੈਦਾ ਨਹੀਂ ਹੁੰਦੇ। ਉਹ ਗੁਰ ਕੇ ਸ਼ਬਦ, ਗੁਰੂ ਦੇ ਸ਼ਬਦ ਦੇ ਰਾਹੀਂ ਸਦਾ ਸਲਾਹੇ, ਉਹ ਸਦਾ ਹੀ ਸਿਫਤ ਸਲਾਹ ਕਰਦਾ ਰਹਿੰਦਾ ਹੈ। ਫਿਰ ਕੀ, ਜਦੋਂ ਸਿਫਤ ਸਲਾਹ ਕਰਦਾ ਮਿਲ ਸਾਚੇ, ਉਹ ਸੱਚੇ ਅਕਾਲ ਪੁਰਖ ਕਰਤੇ ਦੇ ਨਾਲ ਇਕਮਿਕ ਹੋ ਜਾਂਦਾ ਹੈ। ਗੁਣ ਕਹਿ ਗੁਣੀ ਸਮਾਵਣਿਆ, ਉਹ ਉਹਦਾ ਹੀ ਰੂਪ ਹੋ ਜਾਂਦਾ ਹੈ, ਉਹਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਤਾਂ ਜਿਹੜਾ ਫਿਰ ਗੁਰੂ ਦੇ ਸ਼ਬਦ ਦੀ ਸਲਾਹਨਾ ਕਰਦਾ, ਉਹ ਫਿਰ ਮਿਲ ਵੀ ਪੈਂਦਾ ਹੈ। ਤੇ ਜਦੋਂ ਜਿਹੜਾ ਜੀਵ ਗੁਰੂ ਦੇ ਪ੍ਰਮਾਤਮਾ ਦੇ ਨਾਲ ਲੀਨਤਾ ਬਣਾ ਲੈਂਦਾ, ਇਕਮਿਕ ਹੋ ਜਾਂਦਾ, ਉਹਦਾ ਰੂਪ ਹੋ ਜਾਂਦਾ ਹੈ ਸੁੱਖ ਪਾਏਂਦਾ। ਉਹੀ ਜੀਵ ਜਿਹੜਾ ਹੈਗਾ ਉਹ ਸੁੱਖ ਪ੍ਰਾਪਤ ਕਰ ਸਕਦਾ ਹੈ, ਜਿਹੜਾ ਹਉਮੈ ਦੀ ਗੰਤ ਨੂੰ ਸ਼ਬਦ ਦੇ ਦੁਆਰਾ ਦੂਰ ਕਰ ਲੈਂਦਾ ਹੈ, ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਪ੍ਰੇਮਾ ਭਗਤੀ ਸ਼ਬਦ ਨੂੰ ਟਿਕਾਈ ਰੱਖਦਾ ਹੈ, ਤੇ ਗੁਰੂ ਦੇ ਸ਼ਬਦ ਦੀ ਸਦਾ, ਗੁਰੂ ਦੇ ਸ਼ਬਦ ਦੇ ਰਾਹੀਂ ਸਦਾ ਹੀ ਸਿਫਤ ਸਲਾਹ ਕਰਦਾ ਹੈ। ਸਿਫਤ ਸਲਾਹ ਕਰਦਾ ਹੋਇਆ ਪ੍ਰਮਾਤਮਾ ਨਾਲ ਇਕਮਿਕ ਹੋ ਜਾਂਦਾ ਹੈ, ਤੇ ਜਦੋਂ ਇਕਮਿਕ ਹੋ ਜਾਂਦਾ ਹੈ ਤੇ ਸਦਾ ਸੁੱਖ ਪਾਉਂਦਾ, ਸਦਾ ਸੁੱਖ ਦੇ ਵਿੱਚ, ਆਨੰਦ ਖੇੜੇ ਵਿੱਚ ਵਸਦਾ ਹੈ ਜੀ। ਧੰਨਵਾਦ ਕਵੀ ਜੀ। ਗੁਣ ਕਹਿ ਗੁਣੀ ਸਮਾਵਣੇ, ਗੁਣ ਕਹਿ ਕੇ ਗੁਣਾ ਦੇ ਸੋਮੇ ਪ੍ਰਮਾਤਮਾ ਵਿੱਚ ਲੀਨ ਹੋ ਜਾਂਦਾ। ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਹਾਂਜੀ, ਹਉਮੈ ਗਣਤ ਗੁਰ ਸ਼ਬਦ ਨਿਵਾਰੇ, ਹਰ ਜਿਉ ਹਿਰਦੇ ਰੱਖੋ ਉਰਧਾਰੇ। ਹੁਣ ਤਿੰਨੋਂ ਲਾਈਨਾਂ ਵੀ ਦੇਖੋਗੇ ਕਿ ਪਹਿਲੇ ਹੈ ਕਿ ਨਿਵਾਰੇ, ਫਿਰ ਉਰਧਾਰੇ, ਫਿਰ ਸਦਾ ਸਲਾਹੇ। ਹੁਣ ਆ ਜਾਓ ਹਉਮੈ ਗਣਤ। ਹਉਮੈ ਵੀਰਗ ਰੋਗ ਹੈ, ਪਰ ਇਹਦਾ ਪੂਰਾ ਪਰਿਵਾਰ ਕਿਹੜਾ ਹੈ? ਗਿਣਨ ਵਿੱਚ ਦੇਖੋ ਤਾਂ ਸਾਰੇ ਜਿਤਨੇ ਵੀ ਵਾਈਸਸ ਹੈਗੇ ਇਹ ਸਿੱਧ ਹੈ, ਪ੍ਰਤੀਕ ਹੈਗਾ ਕਿ ਜਿਤਨੇ ਵੀ ਸਾਡੇ ਵਾਈਸਸ ਇਹ ਹਉਮੈ ਹੀ ਹੈ। ਕ੍ਰੋਧ ਹੈ ਤੇ ਹਉਮੈ ਹੀ ਹੈ, ਲੋਭ ਹੈ ਤੇ ਹਉਮੈ ਹੀ ਹੈ। ਤੇ ਇਸਦਾ ਜਿਹੜਾ ਪੂਰਾ ਪਰਿਵਾਰ ਜੋ ਗਿਣਤ ਵਿੱਚ ਆਉਂਦਾ ਹੈ, ਜੋ ਗਲਤ ਵਿਚਾਰ ਹੈ, ਇਹ ਸਭ ਹਉਮੈ ਦਾ ਹੀ ਪ੍ਰਤੀਕ ਹੈਗਾ। ਹੁਣ ਆ ਗਿਆ ਗੁਰ ਸ਼ਬਦ। ਗੁਰ ਸ਼ਬਦ ਕੀ ਹੈ? ਉਹ ਇੱਕ ਦਾ ਗਿਆਨ, ਕੰਸੈਪਟ, ਗੁਣਾ ਦਾ ਕਾਊਂਟਰ ਐਕਟ ਕਰੇਗਾ। ਕਿਸ ਚੀਜ਼ ਦੇ ਨਾਲ? ਉਸ ਹਉਮੈ ਦੇ ਨਾਲ। ਉਸਨੂੰ ਨਿਵਾਰੇਗਾ, ਦੂਰ ਕਰੇਗਾ। ਜਦੋਂ ਮਨ ਦੇ ਅੰਦਰ ਉਹ ਇੱਕ ਟਿਕ ਗਿਆ, ਆ ਗਿਆ, ਸਾਂਝ ਪਾ ਲਿੱਤੀ, ਤੇ ਹਉਮੈ ਔਰ ਹਉਮੈ ਦੇ ਪੂਰੇ ਪਰਿਵਾਰ ਨੂੰ ਨਿਵਾਰ ਦੇਗਾ, ਦੂਰ ਕਰ ਦੇਗਾ। ਔਰ ਜਦੋਂ ਦੂਰ ਕਰੇਗਾ ਤੇ ਅਗਲੇ ਵਿੱਚ ਕਹਿੰਦੇ ਹਰ ਜਿਉ ਹਿਰਦੇ ਰੱਖੋ ਉਰਧਾਰੇ। ਹੁਣ ਉਸਨੇ ਆਪਣੇ ਮਨ ਵਿੱਚ ਉਸਨੂੰ ਟਿਕਾ ਦਿੱਤਾ। ਔਰ ਜਿਸ ਇੱਕ ਨੇ ਉਹਨਾਂ ਸਾਰਿਆਂ ਨੂੰ ਨਿਵਾਰ ਦਿੱਤਾ, ਦੂਰ ਕਰ ਦਿੱਤਾ, ਹੁਣ ਆ ਕੇ ਉਹ ਟਿਕ ਗਿਆ। ਗੁਰ ਕੇ ਸ਼ਬਦ ਸਦਾ ਸਲਾਹ, ਜਦੋਂ ਉਹ ਟਿਕ ਜਾਂਦਾ ਹੈ ਤੇ ਫਿਰ ਉਹ ਉਸਦੇ ਨਾਲ ਸਾਂਝ ਪਾਉਂਦਾ, ਉਹਦੀ ਸਦਾ ਸਿਫਤ ਸਲਾਹ ਕਰਦਾ। ਉਸਨੇ ਆਪਣੇ ਮਨ ਨੂੰ ਪੂਰੀ ਤਰ੍ਹਾਂ ਉਸ ਇੱਕ ਦੇ ਨਾਲ ਇੰਟਿਊਨਡ ਕਰ ਦਿੱਤਾ। ਜਦੋਂ ਇੰਟਿਊਨ ਕਰਕੇ ਪੂਰਾ ਪਰਿਵਾਰ, ਪੂਰਾ ਸ੍ਰਿਸ਼ਟੀ ਉਸਦੀ ਸੱਜ ਗਈ, ਤੇ ਸਮਝ ਲਓ ਕਿ ਉਸ ਮਨ ਦੇ ਅੰਦਰ ਜਿਹੜਾ ਇੱਕ ਆ ਗਿਆ, ਜਦ ਇੱਕ ਟਿਕਿਆ ਉੱਤੇ ਸੁੱਖ ਹੀ ਸੁੱਖ ਹੈ। ਹਾਂਜੀ, ਬਿਲਕੁਲ ਸ਼ਾਰਟੇਜ ਆਪ ਜੀ ਟੂ ਦਾ ਪੁਆਇੰਟ ਗੱਲ ਕਰਦੇ ਹੋ। ਧੰਨਵਾਦ ਭੂਆ ਜੀ। ਭੁਪਿੰਦਰ ਵੀ ਜੀ ਨੇ ਜੁਆਇਨ ਕੀਤਾ ਹੈ ਜੀ। ਭੁਪਿੰਦਰ ਵੀ ਜੀ ਪਲੀਜ਼ ਆਪਣੀ ਆਡੀਓ ਆਨ ਕਰਕੇ ਵਿਚਾਰ ਰੱਖਿਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਵੀਰ ਜੀ। ਇਹ ਨਾ ਇਹ ਪਦਾ ਬੜਾ ਪੋਜ਼ਿਟਿਵ ਹੈ। ਇਹਦੇ ਚ ਹਉਮੈ ਨਿਵਾਰਣ ਦੀ ਗੱਲ ਕੀਤੀ ਹੋਈ ਹੈ। ਗਣਤ ਮਨ ਦੀ ਹੁੰਦੀ ਹੈ ਜਦੋਂ ਇਹ ਹਉਮੈ ਚ ਹੈ, ਪਰ ਗਣਤ ਸਤਿਗੁਰ ਦੀ ਵੀ ਹੁੰਦੀ ਹੈ। ਸਤਿਗੁਰ ਦੀ ਗਣਤ ਔਰ ਮਨ ਦੀ ਗਣਤ ਅਲਟੀਮੇਟਲੀ ਜਦੋਂ ਅਸੀਂ ਇਹਦੀ ਲੰਬੀ ਵਿਚਾਰ ਕਰਾਂਗੇ ਨਾ, ਤਾਂ ਉਹਨੂੰ ਮੈਂ ਨਾ ਕਰਾਂ ਤਾਂ ਸ਼ਾਰਟ ਹੀ ਜਾਵਾਂ, ਤਾਂ ਵਿਚਾਰ ਕਰਦਿਆਂ ਕਰਦਿਆਂ ਜਿਸ ਤਰ੍ਹਾਂ ਬਾਈ ਪ੍ਰੋਡਕਟ ਨਿਕਲਦੀ ਆਉਂਦੀ ਹੈ, ਅਲਟੀਮੇਟਲੀ ਗੁਰੂ ਦਾ ਭਾਣਾ, ਗਣਤ ਦਾ ਮੈਨਾ ਅਲਟੀਮੇਟਲੀ ਨਿਕਲੇਗਾ। ਗੁਰ ਕਾ ਭਾਣਾ, ਇਹਦੇ ਵਿੱਚ ਗਣਤ ਗੁਰ ਸ਼ਬਦ ਜਿਹੜਾ ਹੈ ਨਾ, ਸ਼ਬਦ ਦੇ ਦੁਆਰਾ ਜਿਹੜਾ ਗੁਰੂ ਦੇ ਦੱਸੇ ਫੁੱਟ ਸਟੈਪਸ,
ਜੇ ਥੋੜਾ ਜਿਹਾ ਤੁਸੀਂ ਬਿਲਕੁਲ ਇੱਕੋ ਕੰਟੈਕਸਟ ਦੇ ਅੰਦਰ ਚੱਲਦੇ ਆਓਗੇ ਨਾ ਤਾਂ ਪਿੱਛੇ ਭਾਵੇਂ ਮੈਂ 2-3 ਦਿਨ ਨਹੀਂ ਆਇਆ, ਲੇਕਿਨ ਮੈਂ ਇਹ ਹੁਣ ਦੇਖ ਰਿਹਾ ਕਿ ਇੱਕ ਕਿਤਾਏ ਜਨਮ ਗਵਾਏ ਮਨਮੁਖ ਲਾਗੇ ਦੂਜੇ ਪਾਏ, ਛੇਵਾਂ ਪਦਾ ਉਹ ਵੇਲਾ ਫਿਰ ਹਾਥ ਨਾ ਆਵੇ, ਪੱਗ ਖਿਸਿਆ ਪਛਤਾਇੰਦਾ। ਇਹ ਪੱਗ ਖਿਸਿਆ ਕੀ ਹੁੰਦਾ ਹੈ? ਜਦੋਂ ਮੈਂ ਗੁਰੂ ਦੀ ਗਣਤ, ਗੁਰੂ ਦੇ ਦੱਸੇ ਪਾਣੇ ਦੇ ਫੁੱਟਸਟੈਪਸ ਤੇ ਚੱਲਦਾ ਨਹੀਂ ਤਾਂ ਮੇਰੀ ਹਉਮੈ ਕਈ ਕਿਸਮਾਂ ਦੀ ਨਹੀਂ ਹੁੰਦੀ। ਹਉਮੈ ਆਪਣੇ ਆਪ ਵਿੱਚ ਇਕੱਲੀ ਹੀ ਹੈ। ਜੇ ਅਸੀਂ ਹਉਮੈ ਗਣਤ ਸਮਝਾਂਗੇ ਤਾਂ ਐ ਲੱਗੇਗਾ ਇੱਕ ਹਉਮੈ ਗਣਤ ਹੈ, ਇੱਕ ਹਉਮੈ ਫਲਾਣੀ ਹੈ, ਇੱਕ ਹਉਮੈ ਫਲਾਣੀ ਹੈ। ਹਉਮੈ ਆਪਣੇ ਆਪ ਹੀ ਸਾਰਾ ਮਨ ਕੀ ਮਤ ਦੀ ਕੂੜ ਹੈ। ਹੁਣ ਅਸੀਂ ਗਣਤ ਸਤਿਗੁਰ ਦੀ ਮਤ ਦਾ ਸ਼ਬਦ ਲਵਾਂਗੇ। ਜਦੋਂ ਇਹ ਪਛਤਾਉਂਦਾ ਹੈ ਨਾ, ਪਛਤਾਉਣ ਦਾ ਮਤਲਬ ਹੈ ਰਿਗਰੈਟ ਕਿ ਭਈ ਮੈਨੂੰ ਚਾਂਸ ਮਿਲ ਰਿਹਾ ਹੈ ਕਿ ਮੈਂ ਗੁਰੂ ਦੇ ਸ਼ਬਦ ਦੇ ਮਾਰਗ ਤੇ ਟੁਰਾਂ, ਪਰ ਮੈਂ ਉਹਨੂੰ ਇਗਨੋਰ ਕਰ ਰਿਹਾ, ਗੁਰ ਕੀ ਗਣਤ ਤੇ ਨਹੀਂ ਮੈਂ ਆ ਰਿਹਾ। ਉਹਨੂੰ ਕਹਿੰਦੇ ਨੇ ਸਤਿਗੁਰ ਕੀ ਗਣਤ ਹੈ ਕੁਸੀਐ, ਦੁੱਖ ਹੈ ਦੁੱਖ ਵੀ ਆਏ, ਸਾਰਾ ਜੀਵਨ ਦੁਖੀ ਹੋ ਜਾਂਦਾ ਹੈ। ਉਸ ਸ਼ਬਦ ਵਿੱਚ ਕਹਿੰਦੇ ਨੇ ਉਹ ਵੇਲਾ ਹੱਥ ਨਾ ਆਵੇ, ਉਹ ਵੇਲਾ ਹੱਥ ਨਾ ਆਵੇ, ਫਿਰ ਸਤਿਗੁਰ ਲੱਗੇ ਪਾਏ। ਸਤਿਗੁਰ ਦੇ ਪਾਏ ਲੱਗਣ ਦਾ ਨਾ ਲੱਗਣਾ ਦਾ ਮਤਲਬ ਹੈ ਵੇ ਉਹ ਚਾਂਸ ਅਸੀਂ ਰੋਜ਼ ਗਵਾਉਂਦੇ ਹਾਂ, ਤਾਂ ਹੀ ਅਸੀਂ ਪਛਤਾਉਂਦੇ ਹਾਂ। ਗਵਾਉਂਦੇ ਕਿਉਂ ਆ? ਕਿਉਂਕਿ ਅਸੀਂ ਹਉਮੈ ਚ, ਮਨ ਕੀ ਮਤ ਚ। ਸੋ ਇਹ ਹਉਮੈ ਤਾਂ ਹੀ ਸਾਡੀ ਛੁੱਟ ਸਕਦੀ ਹੈ ਜੇ ਮੈਂ ਗੁਰ ਕੇ ਸ਼ਬਦ ਦਾ ਪਾਣਾ, ਗੁਰ ਕੇ ਸ਼ਬਦ ਦੇ ਫੁੱਟਸਟੈਪਸ ਤੇ ਚੱਲਾਂ, ਗੁਰ ਕੇ ਸ਼ਬਦ ਦੀ ਗਣਤ ਤੇ ਆਵਾਂ। ਮਨ ਕੀ ਗਣਤੀ ਗਣੀ ਨਾ ਛੁੱਟੀ ਹੈ, ਮਨ ਕੀ ਗਣਤ ਦੇ ਚੱਕਰਾਂ ਚ ਨਹੀਂ ਮੈਨੂੰ ਪੈਣਾ। ਸੋ ਅਲਟੀਮੇਟਲੀ ਮੇਰੀ ਹਉਮੈ ਛੁੱਟ ਸਕਦੀ ਹੈ ਜੇ ਮੈਂ ਸਤਿਗੁਰ ਦੇ ਦੱਸੇ ਫੁੱਟਸਟੈਪਸ ਤੇ ਚੱਲਾਂ। ਹਰ ਜੀਓ, ਇਹ ਹਰ ਜੀਓ ਉਹੀ ਹੋਇਆ ਜਿਸ ਨੂੰ ਅਸੀਂ ਨਿਜ ਘਰ ਚ ਮਰਜਡ ਮਨ, ਐਲੀਵੇਟਿਡ ਮਨ ਦੀ ਗੱਲ ਕਰ ਰਹੇ ਹਾਂ। ਹਿਰਦੈ ਰੱਖੋ ਉਰਤਾਰੇ, ਉਹ ਹੁਣ ਆਪਣੇ ਸਾਰੇ ਇੰਦਰੀ ਗਿਆਨੇਂਦਰੀਆਂ ਨੂੰ ਵੀ ਕਹਿੰਦਾ ਵੀ ਤੁਸੀਂ ਵੀ ਇਸ ਨੂੰ ਫੋਲੋ ਕਰੋ। ਇਹਦੇ ਨਾਲ ਤੁਸੀਂ ਸਾਰੇ ਵੀ ਆਪਣੀ ਆਪਣੀ ਜਿਹੜੀ ਵਾਇਸਿਸ ਇਕੱਠੀ ਕਰਨ ਦੀ ਮੱਤ ਰੱਖਦੇ ਹੋ ਨਾ, ਉਹਦੇ ਤੋਂ ਅਸੀਂ ਛੁੱਟਦੇ ਹਾਂ। ਗੁਰ ਕੈ ਸ਼ਬਦ ਸਦਾ ਸਲਾਹੇ, ਮਿਲ ਸਾਚੇ ਸੁਖ ਪਾਇੰਦਾ। ਉਹਨੂੰ ਹਮੇਸ਼ਾ ਉਹਦਾ ਸਲਾਹ ਮਸ਼ਵਰਾ ਲੈਣਾ ਚਾਹੀਦਾ, ਗੁਰੂ ਦਾ ਸ਼ਬਦ ਦਾ। ਉਹਦੇ ਨਾਲ ਹਉਮੈ ਵੀ ਜਾਂਦੀ ਹੈ ਔਰ ਸਦਾ ਸੁਖੀ ਹੁੰਦੇ ਆ, ਸੱਚੇ ਨਾਲ ਇੱਕ ਮਿਕ ਰਹਿੰਦੇ ਆ। ਹਾਂਜੀ, ਧੰਨਵਾਦ ਵੀਰ ਜੀ, ਆਪ ਜੀ ਅੰਦਰ ਦੇ ਮਨ ਤੇ ਟੁਕਾ ਕੇ ਸ਼ਬਦ ਸਮਝਾਣਾ ਕਰਦੇ। ਧੰਨਵਾਦ ਆਪ ਜੀ ਦਾ। ਤਜਿੰਦਰ ਜੀ, ਸੁਖਵਿੰਦਰ ਵੀਰ ਜੀ ਨੇ ਜੁਆਇਨ ਕੀਤਾ। ਸੁਖਵਿੰਦਰ ਵੀਰ ਜੀ ਦਾ ਨਾਮ ਤੇ ਆ ਰਿਹਾ ਹੈ ਵੀਰ ਜੀ ਆਈਡੀਆ ਨਹੀਂ, ਕਿਉਂਕਿ ਅੱਜ ਵੀਡੀਓ ਔਨ ਨਹੀਂ ਹੈ। ਵੀਰ ਜੀ ਲੱਗਦਾ ਕੋਈ ਹੋਰ ਵੀਰ ਹੈਗਾ, ਉਹਨਾਂ ਦਾ ਨਾਮ ਵੀ ਸੁਖਵਿੰਦਰ ਸਿੰਘ ਹੈ। ਅਗਰ ਸੁਖਵਿੰਦਰ ਵੀਰ ਜੀ, ਅੱਛਾ ਆਪ ਜੀ ਹੈਗੇ, ਓਕੇ ਵੀਰ ਜੀ, ਸੌਰੀ ਜੀ ਵੀਰ ਜੀ ਪਲੀਜ਼। ਵੀਰ ਜੀ ਪਿਛਲਾ ਬੰਦ ਅਗਰ ਡਿਸਪਲੇ ਕਰ ਸਕੋ ਨਾਲ ਤਾਂ। ਹਾਂਜੀ ਵੀਰ ਜੀ, ਹਰਪ੍ਰੀਤ ਵੀਰ ਜੀ ਹਲਕਾ ਜਿਹਾ ਸਕਰੋਲ ਕਰ ਦੋਗੇ ਥੱਲੇ। ਹਾਂਜੀ ਵੀਰ ਜੀ, ਅੱਜ ਨਾ ਮੇਰਾ ਸਟੈਂਡ ਥੋੜੀ ਪ੍ਰੋਬਲਮ ਹੋ ਗਈ, ਮੈਨੂੰ ਹੈ ਨਾ ਹੱਥ ਵਿੱਚ ਫੜ ਕੇ ਕਰਨਾ ਪੈ ਰਿਹਾ। ਵੀਰ ਜੀ ਪਿਛਲਾ ਬੰਦ ਵਿੱਚ ਨਾ ਸਤਿਗੁਰੂ ਜੀ ਦੇਖੋ ਸ਼ਬਦ ਉਹੀ ਵਰਤ ਰਹੇ ਨੇ, ਅਗਲੇ ਬੰਦ ਵਿੱਚ ਵੀ ਦੇਖੋ ਸ਼ਬਦ, ਪਿਛਲੇ ਸ਼ਬਦ ਵਿੱਚ ਵੀ ਸ਼ਬਦ ਆ ਰਿਹਾ ਸੀ ਗੁਰ ਕੈ ਸ਼ਬਦ, ਇੱਥੇ ਵੀ ਆ ਰਿਹਾ ਸ਼ਬਦ ਗੁਰ ਸ਼ਬਦ, ਪਿੱਛੇ ਆ ਰਿਹਾ ਸੀ ਤਿਸ ਵਿੱਚ ਵਸਚ, ਇੱਥੇ ਕਹਿ ਰਹੇ ਨੇ ਹਰ ਜੀਓ ਹਿਰਦਾ ਰੱਖੋ ਉਰ ਧਾਰੇ, ਉੱਥੇ ਸੀ, ਇੱਥੇ ਫਿਰ ਅੱਗੇ ਫਿਰ ਆ ਜਾਂਦਾ ਗੁਰ ਕੈ ਸ਼ਬਦ ਸਦਾ ਸਾ ਲਾਹੇ, ਮਿਲ ਸਾਚੇ ਸੁਖ ਪਾਇੰਦਾ। ਜਿਹੜੀ ਮਿਲਾਪ ਵਾਲੀ ਅਵਸਥਾ ਹੈ ਗੁਰਬਾਣੀ ਦੇ ਮੁਤਾਬਕ, ਜਿਹੜਾ ਉਹ ਸਚਿਆਰ ਵਾਲੀ ਅਵਸਥਾ ਹੈ, ਜੋ ਸਾਡਾ ਕਾਰਜ ਰਾਸ ਗੁਰਬਾਣੀ ਦੇ ਮੁਤਾਬਕ ਹੁੰਦਾ ਹੈ, ਜਾਂ ਜਿਸ ਨੂੰ ਕਹਿੰਦੇ ਨੇ ਸੱਚਖੰਡ ਵਾਲੀ ਜਿਹੜੀ ਅਵਸਥਾ ਪ੍ਰਾਪਤੀ, ਉਹਦੀ ਇੱਕ ਗੱਲ ਪਿਛਲੇ ਬੰਦ ਤੱਕ ਸਤਿਗੁਰੂ ਜੀ ਕਰਕੇ ਆਏ ਨੇ। ਹੁਣ ਜਿਹੜੇ ਪਿਛਲੇ ਬੰਦ ਦੇ ਵਿੱਚ ਜਿਹੜਾ ਸ਼ਬਦ ਆ ਰਿਹਾ ਸੀ ਨਾ ਪਵਿੱਤਰ ਸਰੀਰਾ, ਉਸ ਨੂੰ ਇਸ ਬੰਦ ਵਿੱਚ ਖੋਲ ਰਹੇ ਨੇ ਕਿ ਸਰੀਰ ਪਵਿੱਤਰ ਹੋ ਜਾਂਦਾ ਕਿਵੇਂ ਹੈ। ਪਿਛਲੇ ਸ਼ਬਦ ਚ ਦੱਸ ਕੇ ਆ ਰਹੇ ਗੁਰ ਕੈ ਸ਼ਬਦ ਦੁਆਰਾ ਪਵਿੱਤਰ ਸਰੀਰਾ, ਕਹਿੰਦੇ ਸਰੀਰ ਨੂੰ ਪਵਿੱਤਰ ਕਰਨਾ ਕਿਉਂ ਹੈ, ਕਿਉਂ ਇਹ ਪਵਿੱਤਰ ਕਿਹਦੇ ਵਿੱਚ ਸੀ, ਉਹ ਉੱਥੇ ਦੱਸ ਰਹੇ ਨੇ। ਕਹਿੰਦੇ ਨੇ ਕਿ ਗੁਰੂ ਦੇ ਸ਼ਬਦ ਦੁਆਰਾ ਜਿਹੜਾ ਸਰੀਰ ਪਵਿੱਤਰ ਹੁੰਦਾ ਹੈ, ਕਿਸ ਤਰ੍ਹਾਂ ਹੁੰਦਾ ਹੈ, ਕਿ ਕਿਸ ਤਰ੍ਹਾਂ ਪਤਾ ਲੱਗੇਗਾ ਸਾਨੂੰ ਕਿ ਸਰੀਰ ਪਵਿੱਤਰ ਹੈ, ਉਹ ਦੱਸ ਰਹੇ ਨੇ। ਦੇਖੋ ਦੋ ਤਰ੍ਹਾਂ ਦੀ ਗੁਰਬਾਣੀ ਦੇ ਵਿੱਚ ਗਣਤ ਦੇ ਅਰਥ ਦੋ ਤਰ੍ਹਾਂ ਦੇ, ਇੱਕ ਤਾਂ ਹੈਗਾ ਗਣਤ ਗਿਣਤੀ ਦੇ ਵਾਸਤੇ ਆਇਆ ਹੈ, ਗਿਣਤੀ ਮਿਣਤੀ ਵਾਸਤੇ ਆਇਆ ਹੈ, ਪਰ ਦੂਜੀ ਜਗ੍ਹਾ ਗੁਰਬਾਣੀ ਵਿੱਚ ਜਿਹੜਾ ਜ਼ਿਆਦਾ ਜਗ੍ਹਾ ਤੇ ਆਇਆ ਗਣਤ ਵਾਸਤੇ, ਉਹ ਆਇਆ ਹੈ ਲੇਖੇ ਵਾਸਤੇ, ਲੇਖੇ ਵਾਸਤੇ ਆਇਆ ਹੈ, ਜਿਸ ਨੂੰ ਗੁਰਬਾਣੀ ਚ ਅਸੀਂ ਕਈ ਵਾਰ ਪੜ੍ਹਦੇ ਹਾਂ ਸ਼ਬਦ ਆਉਂਦਾ ਨਾ
ਗਣਤੀ ਗਣੀ ਨਾ ਛੂਟੈ ਕਤਹੂ ਕਾਚੀ ਦੇਹ ਇਆਣੀ ਕਿਰਪਾ ਕਰੋ ਪ੍ਰਭ ਕਰਨੈ ਹਾਰੇ ਤੇਰੀ ਬਖਸ਼ ਨਿਰਾਲੀ। ਜਦੋਂ ਸਾਡੇ ਕੋਲ ਸਤਿਗੁਰੂ ਜੀ ਦੀ ਬਖਸ਼ਿਸ਼ ਰੂਪੀ ਸਿੱਖਿਆ ਨਹੀਂ ਹੁੰਦੀ ਤਾਂ ਅਸੀਂ ਆਪਣੇ ਹਉਮੈ ਦੇ ਵਿੱਚ ਜੀਵਨ ਬਤੀਤ ਕਰਦੇ ਹਾਂ। ਬਸ ਹਉਮੈ ਨੂੰ ਪਸੰਦ ਕੀਤੀ, ਹਉਮੈ ਦਾ ਲੇਖਾ ਸਾਡੇ ਹਉਮੈ ਦਾ ਲੇਖਾ ਸਾਡੇ ਨਾਂ ਤੇ ਲਿਖਿਆ ਜਾਂਦਾ, ਜਿਹਨੂੰ ਕਹਿੰਦੇ ਨੇ ਲੇਖਾ ਲਿਖੀਏ ਮਨ ਕੇ ਪਾਏ। ਹਉਮੈ ਪਸੰਦ ਕੀਤੀ, ਹਉਮੈ ਦਾ ਲੇਖਾ ਸਾਡੇ ਲਿਖਿਆ ਜਾਂਦਾ ਹੈ। ਉਹ ਲੇਖੇ ਦੀ ਗਣਤ ਕਰੀ, ਕਹਿੰਦੇ ਨੇ ਗਣਤੀ ਗਣੀ ਨਾ ਛੂਟੈ ਕਤਹੂ ਕਾਚੀ ਦੇ ਇਆਣੀ ਕਿਰਪਾ ਕਰੋ ਪ੍ਰਭ ਕਰਨੈ ਹਾਰੇ ਤੇਰੀ ਬਖਸ਼ ਨਿਰਾਲੀ। ਜਿਹੜੇ ਕਹਿੰਦੇ ਅਸੀਂ ਹਉਮੈ ਦਾ ਲੇਖਾ ਆਪਣਾ ਲਿਖਵਾਇਆ ਸੀ ਨਾ, ਉਹ ਸਾਡਾ ਹੁਣ ਮੁੱਕ ਨਹੀਂ ਰਿਹਾ ਹੈ, ਉਹ ਗਣਤ ਮੁੱਕ ਨਹੀਂ ਰਹੀ ਹੈ। ਕਿਰਪਾ ਕਰੋ, ਇਹ ਦੱਸ ਅਰਦਾਸ ਕਰਕੇ ਪੁੱਛ ਰਹੇ ਨੇ ਮੇਰੀ ਇਹ ਗਣਤੀ ਨਾ, ਜੇ ਤੁਸੀਂ ਮੇਰਾ ਲੇਖਾ ਹੈ ਨਾ ਜਿਹੜਾ, ਅਗਰ ਇਸ ਨੂੰ ਲੱਗ ਜਾਓਗੇ ਤਾਂ ਮੈਂ ਛੁੱਟਾਂਗਾ ਨਹੀਂ ਕਦੀ ਵੀ। ਲੇਖਾ ਕਤੈ ਨਾ ਛੂਟੀ ਹੈ ਖਿਨ ਖਿਨ ਭੁੱਲਣਹਾਰ। ਕਹਿੰਦੇ ਕਿਉਂ ਨਹੀਂ ਛੁਟਾਂਗੇ? ਕਹਿੰਦੇ ਕਿਉਂਕਿ ਖਿਨ ਖਿਨ ਅਸੀਂ ਭੁੱਲਣਹਾਰ ਲੇਖਾ ਗਣਤ ਕਰ ਰਹੇ ਹਾਂ। ਫਿਰ ਇੱਥੇ ਸਾਨੂੰ ਦੱਸਦੇ ਨੇ, ਗੁਰਬਾਣੀ ਦੱਸ ਰਹੀ ਹੈ ਕਿ ਹਉਮੈ ਦਾ ਲੇਖਾ ਨਾ ਕੇਵਲ ਗੁਰੂ ਦੇ ਸ਼ਬਦ ਦੀ ਸ਼ਰਨ ਵਿੱਚ ਆ ਕੇ, ਗੁਰੂ ਦੇ ਸ਼ਬਦ ਨੂੰ ਕਮਾ ਕੇ ਹੀ ਨਿਵਾਰਿਆ ਜਾ ਸਕਦਾ। ਜਦੋਂ ਅਸੀਂ ਤੇ ਸਾਡੇ ਸਾਰੇ ਜੀ ਜੰਤ ਦੀ ਅੰਦਰਲੀ ਗੱਲ ਉਹ ਸਾਰੇ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ, ਫਿਰ ਸਤਿਗੁਰੂ ਜੀ ਉਹ ਫਿਰ ਦੂਜਾ ਫਿਰ ਗਣਤ ਦੇ ਦੱਸਦੇ ਨੇ, ਫਿਰ ਉਹਨਾਂ ਦਾ ਲੇਖਾ ਕਿਹੜਾ ਲਿਖਿਆ ਜਾਂਦਾ ਉਹ ਵੀ ਦੱਸਦੇ ਨੇ ਗੁਰਬਾਣੀ। ਕਹਿੰਦੇ ਨੇ ਫਿਰ ਕਹਿੰਦੇ ਗਣਤ ਤਿਨਾਂ ਦੀ ਕੋ ਕਿਆ ਕਰੇ ਜੇ ਆਪ ਬਖਸ਼ੇ ਕਰਤਾਰ। ਉਹਨਾਂ ਦਾ ਲੇਖਾ ਖਤਮ ਹੋ ਜਾਂਦਾ। ਗਣਤ ਤਿਨਾਂ ਦੀ ਉਹ ਕਿਆ ਕਰੇ ਜੇ ਆਪ ਬਖਸ਼ੇ ਕਰਤਾਰ। ਜਿਹੜੇ ਸਤਿਗੁਰ ਪਿੱਛੇ ਭੱਜ ਪਵੈ ਇਹਾ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਕਾਜ ਸਵਾਰਨ। ਉਸੇ ਸ਼ਬਦ ਵਿੱਚ ਆਉਂਦੇ ਨੇ, ਜਦੋਂ ਖੋਟਿਆਂ ਤੋਂ ਖਰੇ ਕਰਦੇ ਨੇ ਉਹ ਕਾਜ ਸਵਾਰਿਆ ਜਾਂਦਾ। ਫਿਰ ਕਹਿੰਦੇ ਨੇ ਗਣਤ ਤਿਨਾਂ ਦੀ ਕੋ ਕਿਆ ਕਰੇ ਜੇ ਆਪ ਬਖਸ਼ੇ ਕਰ। ਉਹ ਇਸ ਗਣਤ ਦੀ ਗੱਲ ਇੱਥੇ ਚੱਲ ਰਹੀ ਹੈ। ਕਾਜ ਸਵਾਰਨ ਵਾਲਾ ਦੇਖੋ, ਇੱਥੇ ਪਿਛਲੇ ਵਿੱਚ ਸਤਿਗੁਰੂ ਨੇ ਸਾਡਾ ਕਾਰਜ ਸਵਾਰਨ ਵਾਲੀ ਗੱਲ ਕਰਕੇ ਆਏ। ਜਿਹੜਾ ਸਾਡਾ ਸ਼ਬਦ ਦੇ ਨਾਲ ਕਾਰਜ ਸਵਾਰਿਆ ਗਿਆ ਉਹ ਪਿਛਲੇ ਬੰਦ ਵਿੱਚ ਗੱਲ ਕਰਕੇ ਆਏ ਨੇ। ਹੁਣ ਸਾਨੂੰ ਦੱਸ ਰਹੇ ਨੇ ਇਹ ਜਿਹੜਾ ਸਵਾਰਿਆ ਸਾਡਾ ਇਹ ਹੋਇਆ ਕਿਸ ਤਰ੍ਹਾਂ ਸੀ। ਹੁਣ ਜਿਹੜੀ ਪੁਰਾਣੀ ਗਣਤ ਸੀ ਹਉਮੈ ਸੀ, ਕਿਉਂਕਿ ਅਸੀਂ ਪਹਿਲਾਂ ਪੂਰੀ ਬੋਡੀ ਦੇ ਅੰਦਰ ਹਉਮੈ ਰੂਪੀ ਕਰਤਾ ਵਿਚਰ ਰਿਹਾ ਸੀ, ਉਸਨੇ ਆਪਣੀ ਹਉਮੈ ਵਰਤਾਈ ਹੋਈ ਸੀ। ਇਸ ਨੂੰ ਕਹਿੰਦੇ ਸੀ ਹਉਮੈ ਕਰਤਾ ਸਭ ਜਗ ਮੁਆ ਗੁਰਬਿਨ ਘੋਰ ਅੰਧਾਰ ਸੀ। ਉਹ ਸਾਰੇ ਜੱਗ ਦੇ ਅੰਦਰ, ਜਿਸ ਨੂੰ ਗੁਰਬਾਣੀ ਸਰੀਰ ਵੀ ਆਖਦੀ ਹੈ, ਉਹ ਸਾਰੇ ਜੱਗ ਦੇ ਅੰਦਰ ਘੋਰ ਅੰਧਾਰ ਸੀ। ਕਿਸ ਦਾ? ਹਉਮੈ ਦਾ। ਉੱਥੋਂ ਸਤਿਗੁਰੂ ਜੀ ਨੇ ਗੁਰੂ ਜੀ ਦੇ ਸ਼ਬਦ ਵਿੱਚ ਜਦੋਂ ਇਹ ਸਾਰੇ ਜੀ ਜੰਤ ਸਭ ਸ਼ਰਨ ਤੁਮਾਰੀ ਆ ਜਾਂਦੇ ਨਾ, ਸਤਿਗੁਰੂ ਦੀ ਸ਼ਰਨ ਜਾਂਦੇ ਨੇ, ਤੇ ਸਤਿਗੁਰੂ ਖੋਟਿਆਂ ਨੂੰ ਖਰੇ ਕਰਦਾ ਹੈ। ਫਿਰ ਇਹਨਾਂ ਦਾ ਉਹ ਲੇਖਾ ਖਤਮ ਹੋ ਜਾਂਦਾ। ਫਿਰ ਇਹਨਾਂ ਦਾ ਲੇਖਾ ਕਿਹੜਾ ਲਿਖਿਆ ਜਾਂਦਾ? ਫਿਰ ਇਹਨਾਂ ਦਾ ਲੇਖਾ ਗੁਰੂ ਦੇ ਸ਼ਬਦ ਦਾ ਲੇਖਾ ਲਿਖਿਆ ਜਾਂਦਾ, ਕਿਉਂਕਿ ਇਹਨਾਂ ਨੂੰ ਹੁਣ ਗੁਰੂ ਦੇ ਸ਼ਬਦ ਦੀ ਸ਼ਰਨ ਚ ਹੈ, ਗੁਰੂ ਦਾ। ਇਸ ਤਰ੍ਹਾਂ ਹਉਮੈ ਦਾ ਲੇਖਾ ਖਤਮ ਹੁੰਦਾ ਹੈ। ਪੁਰਾਣੇ ਵਿਚਾਰ ਜਿਹੜੇ ਸਾਡਾ ਅੱਜ ਤੱਕ ਦੀ ਜੋ ਸਾਡੀ ਜੀਵਨ, ਸਾਡਾ ਸੁਭਾਅ, ਸਾਡਾ ਐਟੀਟਿਊਡ ਬਣਿਆ ਹੋਇਆ ਹੈ, ਉਹ ਵੀ ਮਿਟ ਸਕਦਾ ਹੈ। ਉਹ ਸਾਨੂੰ ਦੱਸ ਰਹੇ ਨੇ ਅੱਜ ਤੱਕ ਦਾ ਜੋ ਸਾਡੇ ਸੁਭਾਅ ਦੇ ਵਿੱਚ ਜੋ ਅਸੀਂ ਕਰਮ ਕਰ ਰਹੇ ਹਾਂ ਉਹ ਵੀ ਮਿਟ ਸਕਦਾ ਹੈ। ਬੜਾ ਪੋਜ਼ਿਟਿਵ ਸਾਨੂੰ ਸਮਝਾ ਰਹੇ ਨੇ ਕਿ ਚਾਹੇ ਤੇਰੀ ਕਿਤਨੀ ਵੀ ਭੈੜੀ ਤੋਂ ਭੈੜੀ ਅਵਸਥਾ ਹੈ, ਤੇਰੀ ਉਹ ਨਿਵਾਰ ਸਕਦੀ ਹੈ, ਤੇਰੀ ਉਹ ਖਤਮ ਹੋ ਸਕਦੀ ਹੈ। ਉਹਦੇ ਲਈ ਕਰਨਾ ਕੀ ਪਏਗਾ? ਗੁਰੂ ਦੀ ਸ਼ਬਦ ਦੀ ਸ਼ਰਨ ਚ ਆਓ, ਤੇ ਕਹਿੰਦੇ ਨੇ ਹਰ ਜੀਓ ਹਿਰਦੈ ਰੱਖੋ ਉਰ ਧਾਰੇ। ਉਸਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖੋ। ਇਸ ਨੂੰ ਕਹਿੰਦੇ ਨੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ। ਜਦੋਂ ਅਸੀਂ ਨਾਮ ਦੀ ਸ਼ਰਨ ਚ, ਗੁਰੂ ਦੀ ਸ਼ਬਦ ਦੀ ਸ਼ਰਨ ਚ ਆਉਂਦੇ ਹਾਂ ਨਾ, ਤਾਂ ਉਹ ਜਦੋਂ ਅਸੀਂ ਗੁਰੂ ਦੀ ਸ਼ਬਦ ਦੀ ਵਿਚਾਰ ਨੂੰ ਧਾਰਨ ਕਰਦੇ ਹਾਂ ਉਰ ਦੇ ਵਿੱਚ, ਹਿਰਦੇ ਵਿੱਚ, ਮਨ ਦੇ ਵਿੱਚ, ਉਹ ਅਵਸਥਾ ਕਹਿੰਦੇ ਹਰ ਜੀਓ ਹਿਰਦਾ ਰੱਖੋ ਉਰ ਧਾਰੇ। ਪਰ ਇਹ ਹੁੰਦੀ ਕਦੋਂ ਹੈ? ਜਦੋਂ ਅਸੀਂ ਆ ਕੇ ਸਤਿਗੁਰੂ ਜੀ ਦੀ ਸ਼ਬਦ ਦੀ ਸ਼ਰਨ ਚ ਆ ਕੇ ਕਹਿੰਦੇ ਹਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਸਾਰੇ ਜੀ ਜੰਤ ਕਹਿ ਰਹੇ, ਉਹਨਾਂ ਦੀ ਹੀ ਗਿਣਤੀ ਦੀ ਗੱਲ ਚੱਲ ਰਹੀ ਹੈ। ਕਹਿੰਦੇ ਨੇ ਹਮ ਬਾਰਿਕ ਤੁਮਰੇ ਧਾਰੇ। ਹੁਣ ਅਸੀਂ ਤੇਰੇ ਬੱਚੇ ਹਾਂ, ਤੇਰੇ ਹੀ ਰੱਖੇ ਹੋਏ ਹਾਂ, ਕਿਉਂਕਿ ਅਸੀਂ ਹੁਣ ਤੇਰੀ ਜਿਹੜੀ ਕਿਰਪਾ ਰੂਪੀ ਗੁਰਪ੍ਰਸਾਦ ਨੂੰ ਅਸੀਂ ਧਾਰ ਲਿਆ ਹੋਇਆ। ਤੇਰੀ ਪ੍ਰਸਾਦ ਨੂੰ ਅਸੀਂ ਧਾਰ ਕੇ ਗੁਰਪ੍ਰਸਾਦ ਕਰ ਲਿਖਿਆ, ਉਹ ਧਾਰਨ ਕਰ ਲਿੱਤੀ ਹੋਈ। ਧਾਰ ਕਿਰਪਾ ਰੱਬ ਹਾਥ ਦੇ ਰੱਖਿਆ। ਉਸ ਨੂੰ ਹਰ ਜੀਓ ਹਿਰਦੈ ਰੱਖੋ ਉਰ ਧਾਰੇ। ਜਦੋਂ ਸਾਨੂੰ ਉਪਦੇਸ਼ ਦਿੱਤਾ ਹੈ, ਕਹਿੰਦੇ ਨੇ ਗੁਰੂ ਦੀ ਸ਼ਬਦ ਦੀ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਵੋ, ਹਉਮੈ ਦਾ ਲੇਖਾ ਗਿਆ।
ਐਸੀ ਇसी ਅਵਸਥਾ ਨੂੰ ਅਗਲੀ ਬੰਦ ਵਿੱਚ ਅਗਲੀ ਤੁਕੀ ਜਾ ਕੇ ਕਹਿੰਦੇ ਗੁਰ ਕੈ ਸ਼ਬਦ ਸਦਾ ਸਲਾਹੇ। ਉਸ ਤੇ ਕਹਿ ਰਹੇ ਹਿਰਦਾ ਰੱਖੋ ਔਰ ਧਾਰੇ, ਭਾਵ ਗੁਰੂ ਦੇ ਸ਼ਬਦ ਦੀ ਸਦਾ, ਗੁਰੂ ਦੇ ਸ਼ਬਦ ਤੋਂ ਅੰਦਰ ਵਸਦੇ ਸਤਿਗੁਰੂ ਕਾ ਉਪਦੇਸ਼ ਰੂਪੀ ਉਹਦੀ ਸਲਾਹ ਸੁਣੋ ਤੇ ਉਹਦੇ ਤੇ ਐਕਟ ਕਰੋ, ਉਸ ਤੇ ਕਰਮ ਕਰੋ। ਉਸ ਨੂੰ ਕਹਿੰਦੇ ਗੁਰ ਕੈ ਸ਼ਬਦ ਸਦਾ ਸਲਾਹੇ, ਜਿਹੜਾ ਅੰਦਰ ਗੁਰੂ ਦੇ ਸ਼ਬਦ ਦੇ ਦੁਆਰਾ, ਗੁਰੂ ਦੇ ਸ਼ਬਦ ਦੇ ਵਿੱਚ ਰਹਿ ਕੇ ਤੂੰ ਆਪਣਾ ਜੀਵਨ ਬਤੀਤ ਕਰ, ਆਪਣੇ ਕਰਮ ਕਰ। ਇਹਦੇ ਨਾਲ ਕੀ ਹੋਏਗਾ, ਉਹ ਜਿਹੜਾ ਸੱਚ ਹੈ ਤੇਰਾ ਉਹਦੇ ਨਾਲ ਮਿਲਾਪ ਹੋ ਜਾਏਗਾ, ਸਾਚੇ ਦੇ ਨਾਲ ਤੂੰ ਮਿਲ ਜਾਏਗਾ। ਉਸ ਨੂੰ, ਉਸ ਦੀ ਵਿਚਾਰਧਾਰਾ ਨੂੰ ਸੁਣ ਕੇ ਵਿਚਾਰਧਾਰਾ ਨੂੰ ਧਾਰਨ ਕਰਨਾ ਹੀ ਉਹਦੇ ਵਿੱਚ ਮਿਲਣਾ ਹੈ। ਗੁਰਬਾਣੀ ਦਾ ਕਨਸੈਪਟ ਰੱਬ ਦਾ ਹੈ ਸੱਚ। ਗੁਰਬਾਣੀ ਇਹ ਸੱਚ ਸਭਨਾ ਕਾ ਖਸਮ ਆਖਦੀ ਹੈ। ਸੱਚ ਦਾ ਗਿਆਨ, ਜਦੋਂ ਅਸੀਂ ਸੱਚ ਦਾ ਗਿਆਨ ਗੁਰੂ ਦੇ ਸ਼ਬਦ ਦੇ ਵਿੱਚ ਜੋ ਹੈ, ਸੱਚ ਦਾ ਗਿਆਨ ਧਾਰਨ ਕਰਕੇ ਸੱਚ ਦੇ ਗਿਆਨ ਦੇ ਵਿੱਚ ਇੱਕਮਿਕ ਹੋ ਕੇ ਅਸੀਂ ਸੱਚ ਦੇ ਗਿਆਨ 'ਚ ਹੀ ਕਰਮ ਕਰਦੇ ਹਾਂ। ਜਿਵੇਂ ਜਿਵੇਂ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਨੇ, ਗੁਰ ਕਹਿਆ ਸਾਕਾਰ ਕਮਾਵੋ, ਅਸੀਂ ਉਹ ਕਾਰ ਕਮਾਉਂਦੇ ਹਾਂ। ਇਹੀ ਹੈ ਸੱਚ ਦੇ ਵਿੱਚ ਮਿਲਣਾ, ਸੱਚ ਦਾ ਉਪਦੇਸ਼ ਸੁਣਨਾ, ਮੰਨਣਾ। ਉੱਪਰ ਜਿਹੜਾ ਪਿਛਲੀ ਬਾਣੀ ਦੀ ਅਖੀਰਲੀ ਤੁਕ ਵਿੱਚ ਆਇਆ ਸੀ, ਸੱਚ ਸੁਣ ਮਨ ਵਸਾਏਗਾ। ਬਸ ਸੱਚ ਦੇ ਉਪਦੇਸ਼ ਨੂੰ ਸੁਣਨਾ, ਮੰਨਣਾ, ਮੰਨ ਕੇ ਉਸ ਤੇ ਕਰਮ ਕਰਨਾ, ਇਹੀ ਸੁਖ ਪ੍ਰਾਪਤ ਕਰਨਾ ਹੈ। ਇਸੇ ਨੂੰ ਹੀ ਕਹਿੰਦੇ ਨੇ ਕਿ ਕਹਿੰਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਜਿਹੜੇ ਹਰ ਕੇ ਸੰਗ ਬਸੇ, ਹਰ ਲੋਕ, ਜਿਹੜੇ ਤਾਂ ਸਤਿਗੁਰੂ ਦੇ ਸੰਗ ਬਸਦੇ ਸਨ ਉਹ ਵੀ ਸੁਖੀ ਹੁੰਦੇ, ਜਿਹੜੇ ਅਜੇ ਨਹੀਂ ਵੀ ਵਸੇ ਉਹਨਾਂ ਨੂੰ ਵੀ ਉਪਦੇਸ਼ ਦਿੱਤਾ ਜਾ ਰਿਹਾ ਹੈ, ਤੁਸੀਂ ਅਜੇ ਸਤਿਗੁਰੂ ਜੀ, ਤੁਸੀਂ ਅਜੇ ਸਤਿਗੁਰੂ ਤੋਂ ਪਰੇ ਸਾਰੇ ਲੋਕ ਵਸਦੇ ਹੋ। ਜਿਹਨੂੰ ਕਹਿੰਦੇ ਨੇ ਨਾ, ਜਨਨ ਪਿਤਾ ਲੋਕ ਸੁਤ ਬੰਡਤਾ, ਕੋਏ ਨਾ ਕਿਸ ਕੀ ਧਰਿਆ, कोई ना किसकी तरिया, हर जीव रखो हृदय रखो उर तारे। ये जितने जनन है, जनन पिता लोक सुत बनता, लोक भी उत्थे प्लूरल फॉर्म च आ रहे हैं। ये कहते किसी दे तारे नहीं होए, कोई ना किसकी तरिया ਨੂੰ ਸਿਰ ਸੇ ਰਿਜ਼ਕ ਸੰਭਾਲੇ ਠਾਕੁਰ। ਠਾਕੁਰ ਇਹਨਾਂ ਸਾਰਿਆਂ ਨੂੰ ਰਿਜ਼ਕ ਦਿੰਦਾ। ਜਦੋਂ ਸਾਡਾ ਮਨ ਸੱਚ ਵਿੱਚ ਸਮਾ ਜਾਂਦਾ ਤਾਂ ਉਹ ਸੱਚ ਸਾਡੀ ਪੂਰੀ ਬੋਡੀ ਦਾ ਤੇ ਅੰਦਰਲੇ ਸਰੀਰ ਦਾ, ਜਗ ਦਾ, ਸਾਰੇ ਜੀ ਜਨਤਾ ਦਾ ਠਾਕੁਰ ਬਣ ਜਾਂਦਾ। ਉਹ ਇਹਨਾਂ ਸਾਰਿਆਂ ਨੂੰ ਫਿਰ ਆਪਣੀ ਵਿਜ਼ਡਮ ਦਿੰਦਾ ਤੇ ਇਹਨਾਂ ਨੂੰ ਉਹਦੇ ਵਿੱਚ ਧਾਰ ਕੇ ਰੱਖਦਾ ਹੈ। ਸਾਰਿਆਂ ਨੂੰ ਵਿਜ਼ਡਮ ਵਿੱਚ ਮਿਲਾ ਕੇ ਆਪ ਵੀ ਸੁਖੀ ਤੇ ਇਹ ਪਰਲੋਕ ਵੀ ਸੀ। ਜਿਹੜੇ ਇਹ ਸਾਰੇ ਲੋਕ ਜਿਹੜੇ ਪਰੇ ਸੀ ਸਤਿਗੁਰੂ ਦੀ ਮੱਤ ਤੋਂ, ਸਿੱਖਿਆ ਤੋਂ, ਸੱਚ ਤੋਂ, ਉਹਨਾਂ ਨੂੰ ਵੀ ਸੱਚ ਦੇ ਵਿੱਚ ਜੋੜ ਕੇ ਸੁਖ ਪ੍ਰਾਪਤ ਕਰਵਾਉਂਦਾ ਹੈ ਤੇ ਉਹਨਾਂ ਨੂੰ ਵੀ ਦਿੰਦਾ ਹੈ। ਇਸ ਨੂੰ ਕਹਿੰਦੇ ਨੇ ਸੱਚੋ ਸੱਚ ਵੇਖਿਆ ਸਭ ਤਾਈਂ। ਹਰ ਜਗ੍ਹਾ ਤੇ ਕੀਤਾ ਪਸਾਓ ਏਕੋ ਕਵਾਓ, ਉਸ ਨੂੰ ਕਹਿੰਦੇ ਨੇ ਵਿਣ ਨਾਵੈ ਨਾਹੀ ਕੋ ਥਾਓ। ਜੇਤਾ ਕੀਤਾ ਤੇਤਾ ਨਾ ਵਿਣ ਨਾਵੈ ਨਾਹੀ ਕੋ ਥਾਓ। ਉਸ ਬਿਲਕੁਲ ਸਰੀਰ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਕੋਈ ਵੀ ਚੀਜ਼ ਆਦੀ, ਸਾਰੇ ਸੰਸਾਰ ਦੇ ਵਿੱਚ ਨਾਮ ਹੀ ਨਾਮ, ਸ਼ਬਦ ਹੀ ਸ਼ਬਦ ਵਰਤ ਰਿਹਾ ਹੁੰਦਾ ਹੈ ਤੇ ਸਾਰੇ ਸ਼ਬਦ ਵਿੱਚ ਸੁਖ ਪਾ ਰਹੇ ਹੁੰਦੇ। ਹਾਂਜੀ, ਧੰਨਵਾਦ ਜੀ। ਆਪ ਜੀ ਨੇ ਗਣਤ ਨੂੰ ਲਿਖ ਕੇ ਨਾਲ ਰਿਲੇਟ ਕਰਕੇ ਸਮਝਾਉਣਾ ਕੀਤਾ। ਧੰਨਵਾਦ ਆਪ ਜੀ ਦਾ। ਅਸੀਂ ਧਿਆਨ ਦੇਈਏ ਨਾ, ਹਉਮੈ ਵਾਲੇ ਵਿੱਚ ਜਦੋਂ ਤੱਕ ਹਉਮੈ ਵਿੱਚ ਫਸੇ ਰਹਿੰਦੇ ਆ ਤੇ ਨਿਵਾਣ ਦੀ ਜ਼ਿੰਦਗੀ ਵਿੱਚ ਆਉਂਦੇ ਆ ਤੇ ਨਿਵਾਣ ਤੋਂ ਗੁਰੂ ਸਾਹਿਬ ਕਿਸ ਤਰੀਕੇ ਦੇ ਨਾਲ ਸਾਨੂੰ ਸਮਝਾ ਕੇ, ਗੁਰੂ ਦੇ ਸ਼ਬਦ ਦਾ ਆਸਰਾ ਦੇ ਕੇ, ਸ਼ਬਦ ਦੇ ਰਾਹੀਂ ਇਹ ਸਮਝੀਏ ਕਿ ਸਾਨੂੰ ਕਿਸ ਤਰੀਕੇ ਦੇ ਨਾਲ ਉਹ ਉੱਚਾ ਤੇ ਸੁੱਚਾ ਜੀਵਨ ਬਖਸ਼ ਰਹੇ। ਇਸ ਪਦੇ ਦੇ ਅੰਦਰ ਪੂਰਾ ਦ੍ਰਿਸ਼ਟਾਂਤ ਇੱਕ ਤਰ੍ਹਾਂ ਦਾ ਬਣ ਰਿਹਾ। ਬਹੁਤ ਸੋਹਣੇ ਵਿਚਾਰ ਨਿਕਲ ਕੇ ਆਏ। ਸਾਰੇ ਵੀਰਾਂ ਨੇ, ਭੂਆ ਜੀ ਨੇ ਬਹੁਤ ਸੋਹਣੇ ਵਿਚਾਰ ਦਿੱਤੇ। ਸੋ ਚੇਤੇ ਜਿਸ ਆਪ ਚੇਤਾਏ, ਗੁਰ ਕੈ ਸ਼ਬਦ ਵਸੈ ਮਨ ਆਏ। ਆਪੇ ਵੇਖੇ ਆਪੇ ਬੂਝੇ, ਆਪੇ ਆਪ ਸਮਾਏਂਦਾ। ਸੋ ਚੇਤੇ ਜਿਸ ਆਪ ਚੇਤਾਏ। ਇੰਝ ਸਮਝਣਾ ਕਰੀਏ, ਉਸਦੇ ਹੁਕਮ ਬਣਾਏ ਹੁਕਮ ਵਿੱਚ ਤੁਰਿਆ ਹੀ। ਸੋ ਚੇਤੇ ਜਿਸ ਆਪ ਚੇਤਾਏ। ਅਸੀਂ ਪਾਠ ਕਰਦੇ ਹਾਂ ਨਾ, ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿਤਰੇ ਚੇਤੋ ਚਿਤਕਾਰੀ। ਉੱਥੇ ਵੀ ਚੱਚਾ ਰਚਿਤ ਚਿੱਤਰ ਹੈ ਭਾਰੀ, ਭਾਰੀ ਚਿੱਤਰ ਹੈ। ਚਿੱਤਰ ਕੀ ਹੈ? ਸੰਸਾਰ ਰਚਨਾ। ਗੁਰੂ ਸਾਹਿਬ ਸਮਝਾ ਰਹੇ, ਤਜ ਚਿਤਰੇ ਚੇਤੋ ਚਿਤਕਾਰੀ। ਚਿੱਤਰੇ ਵਿੱਚ ਅਸੀਂ ਉਲਝ ਜਾਂਦੇ ਹਾਂ। ਸੰਸਾਰ ਵਿੱਚ, ਸੰਸਾਰ ਦੀ ਰਚਨਾ ਵਿੱਚ ਅਸੀਂ ਬਾਹਰ ਮੁਖੀ ਹੋ ਕੇ ਜਿਉਂਦੇ ਹਾਂ ਤੇ ਬਾਹਰ ਦੀ ਰਚਨਾ ਤੋਂ ਪ੍ਰਭਾਵਿਤ ਹੋ ਕੇ ਬਾਹਰ ਦੇ ਵਿੱਚ ਹੀ ਉਲਝੇ ਰਹਿੰਦੇ ਹਾਂ।
ਗੁਰੂ ਸਾਹਿਬ ਸਮਝਾਉਂਦੇ ਨੇ ਤਜ ਚਿਤਰੇ ਚੇਤੋ ਚਿਤਕਾਰੀ, ਜਿਸ ਨੇ ਰਚਨਾ ਬਣਾਈ ਹੈ ਉਸ ਨੂੰ ਤੁਸੀਂ ਯਾਦ ਕਰੋ, ਉਸ ਨੂੰ ਹਿਰਦੇ ਵਿੱਚ ਵਸਾਵੋ। ਸੋ ਚੇਤੇ ਜਿਸ ਆਪ ਚਤਾਏ ਗੁਰ ਕੇ ਸ਼ਬਦ ਵਸੇ ਮਨ ਆਏ। ਗੁਰੂ ਦੇ ਸ਼ਬਦ ਦੇ ਰਾਹੀਂ ਉਹ ਪ੍ਰਮਾਤਮਾ ਮਨ ਵਿੱਚ ਆ ਕੇ ਵਸ ਜਾਂਦਾ ਹੈ। ਪਿਛਲੇ ਪਦੇ ਵਿੱਚ ਵੀ ਹਰਿ ਜੀਓ ਹਿਰਦੇ ਰੱਖੋ ਔਰ ਧਾਰੇ। ਹਰੀ ਨੂੰ ਹਿਰਦੇ ਵਿੱਚ ਅਸੀਂ ਕਿਸ ਤਰ੍ਹਾਂ ਟਿਕਾ ਸਕਦੇ ਹਾਂ? ਹਰੀ ਨੂੰ ਤੇ ਅਸੀਂ ਅਜੇ ਤੱਕ ਜਾਣਦੇ ਵੀ ਨਹੀਂ, ਨਾ ਹਰੀ ਨੂੰ ਤੱਕ ਸਕਦੇ ਹਾਂ, ਨਾ ਰੂਪ ਨਾ ਰੇਖ ਨਾ ਰੰਗ, ਕਿਸ ਤ੍ਰੈ ਗੁਣ ਤੇ ਪ੍ਰਭ ਬਿਨ। ਅਸੀਂ ਤੇ ਨਾ ਉਸਦਾ ਰੂਪ ਜਾਣਦੇ ਹਾਂ ਨਾ ਰੰਗ ਜਾਣਦੇ ਹਾਂ, ਤੇ ਹਰੀ ਨੂੰ ਹਿਰਦੇ ਵਿੱਚ ਰੱਖ ਕਿਸ ਤਰ੍ਹਾਂ ਸਕਦੇ ਆ? ਇੱਥੇ ਵੀ ਗੁਰੂ ਸਾਹਿਬ ਕਹਿ ਰਹੇ ਗੁਰ ਕੇ ਸ਼ਬਦ ਵਸੇ ਮਨ ਆਏ, ਮਨ ਵਿੱਚ ਵਸ ਜਾਂਦਾ। ਹਰੀ ਕਿਸ ਤਰ੍ਹਾਂ ਮਨ ਵਿੱਚ ਵਸ ਜਾਂਦਾ ਹੈ? ਗੁਰੂ ਦਾ ਸ਼ਬਦ ਇੰਝ ਸਮਝੀਏ ਹਰੀ ਦੇ ਗੁਣਾਂ ਬਾਰੇ ਸਮਝਾਉਂਦਾ ਹੈ, ਹਰੀ ਦੇ ਗੁਣਾਂ ਦੇ ਨਾਲ ਸਾਂਝ ਬਣ ਜਾਂਦੀ ਹੈ। ਹਰੀ ਗੁਣਾ ਰੂਪ ਹਰੀ ਵਿੱਚ ਹਿਰਦੇ ਵਿੱਚ ਵਸ ਜਾਂਦਾ ਹੈ। ਇੱਥੇ ਵੀ ਉਹੀ ਗੱਲ ਗੁਰੂ ਸਾਹਿਬ ਕਰਨ ਗੁਰ ਕੇ ਸ਼ਬਦ ਵਸੇ ਮਨ ਆਏ, ਉਹ ਗੁਣ ਮਨ ਵਿੱਚ ਵਸ ਜਾਂਦੇ ਨਾ ਕਿ ਆਪੇ ਵੇਖੇ ਆਪੇ ਬੂਝੇ ਆਪੇ ਆਪ ਸਮਾਇੰਦਾ। ਉਸ ਪ੍ਰਮਾਤਮਾ ਦੇ ਬਣਾਏ ਹੁਕਮ ਵਿੱਚ ਹੀ ਸਾਰੀ ਰਚਨਾ ਸਾਰੇ ਜੀ ਜੰਤ ਚੱਲ ਰਹੇ ਹਨ, ਤੇ ਆਪੇ ਵੇਖੇ ਆਪੇ ਬੂਝੇ ਉਸੀ ਦੇ ਹੁਕਮ ਬਣਾਏ ਹੁਕਮ ਵਿੱਚ ਹੀ ਅਸੀਂ ਸਾਰੇ ਕਾਰ ਵਿਹਾਰ ਕਰ ਰਹੇ ਹਾਂ। ਕੋਈ ਉਸਦੇ ਹੁਕਮ ਦੇ ਉੱਤੇ ਹੁਕਮ ਨੂੰ ਬੁੱਝ ਕੇ ਸੱਚ ਦੀ ਰਾਹ ਤੇ ਤੁਰ ਕੇ ਉਸਦੇ ਨਿਕਟ ਹੋ ਜਾਂਦਾ ਹੈ, ਕੋਈ ਉਸਦੇ ਹੁਕਮ ਤੋਂ ਉਲਟ ਚੱਲ ਕੇ ਉਸ ਤੋਂ ਦੂਰ ਹੋ ਜਾਂਦਾ ਹੈ। ਤੇ ਇੱਥੇ ਵੀ ਹੁਕਮ ਦੀ ਜ਼ਿਕਰ ਕਰ ਰਹੇ ਹਨ, ਆਪੇ ਵੇਖੇ ਆਪੇ ਬੂਝੇ ਆਪੇ ਆਪ ਸਮਾਇੰਦਾ। ਉਹ ਪਰਮਾਤਮਾ ਹਰ ਜਗ੍ਹਾ ਆਪ ਹੀ ਕਾਰ ਵਿਹਾਰ ਕਰ ਰਿਹਾ, ਹਰ ਇੱਕ ਦੇ ਵਿੱਚ ਮੌਜੂਦ ਹੋ ਕੇ ਕਾਰ ਵਿਹਾਰ ਕਰ ਰਿਹਾ, ਤੇ ਉਸਦੇ ਨਾਲ ਸਾਂਝ ਬਣਾਇਆ ਉਹ ਆਪੇ ਹੀ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ। ਜੀ ਹਰਵਿੰਦਰ ਜੀ। I'll just take 1 minute. ਇਸ ਤੋਂ ਪਹਿਲੇ ਜਿਹੜਾ ਗਣਤ ਵਰਡ ਚੱਲਦਾ ਪਿਆ ਸੀ ਨਾ, ਇੱਕ ਲਾਈਨ just came to my mind. I just wanted to share it. ਵੀ ਇੱਕੋ ਸ਼ਬਦ ਆਉਂਦਾ, ਕਹਿੰਦਾ ਸਤਿਗੁਰ ਸੇਤੀ ਗਣਤ ਜੇ ਰੱਖੇ, ਹਲਤ ਪਲਤ ਸਭ ਤਿਸ ਕਾ ਗਿਆ। ਸਤਿਗੁਰ ਸੇਤੀ ਗਣਤ ਜੇ ਰੱਖੇ, ਗਣਤ ਹੋਰ ਕਹਿੰਦਾ ਮਨਮੁਖ ਗਣਤ ਗਣਾਵਣੀ। ਕਈ ਵਾਰ ਨਾ ਅਸੀਂ ਗੁਰੂ ਦੇ ਸਿਧਾਂਤ ਸਾਨੂੰ ਸਪਸ਼ਟ ਸਮਝ ਆਉਂਦੇ ਹੁੰਦੇ ਨੇ, ਵੀ ਗੁਰੂ ਕਹਿੰਦਾ ਵੀ ਕੂੜ ਬੋਲ ਮੁਰਦਾਰ ਖਾਏ, ਫਿਰ ਅਸੀਂ ਕੀ ਕਹਿੰਦੇ ਆ? ਨਹੀਂ ਵੀਰ ਜੀ, ਕਾਰੋਬਾਰ ਉਸ ਤੇ ਝੂਠ ਬੋਲਣਾ ਪਏਗਾ। ਗੁਰੂ ਕਹਿੰਦਾ ਵੀ ਅਨਕ ਅਡੰਬਰ ਮਾਇਆ ਕੇ ਬਿਰਥੇ ਇਨਸਿਓ ਪ੍ਰੀਤ ਘਟਾਓ, ਅਸੀਂ ਕੀ ਕਹਿੰਦੇ ਆ? ਨਹੀਂ ਉਹ ਠੀਕ ਹੈ, ਗੁਰੂ ਕਹਿੰਦਾ ਹੈ, ਲੇਕਿਨ ਠੀਕ ਹੈ ਜਦੋਂ ਸਮਾਜ ਵਿੱਚ ਵੀ ਤੇ ਰਹਿਣਾ ਹੈ, ਇਹਦੇ ਵੱਲ ਵੀ ਗਏ ਸੀ, ਉਹ ਵੀ ਕਹਿੰਦਾ ਸਤਿਗੁਰੂ ਸੇਤੀ ਗਣਤ ਜੋ ਰੱਖੇ, ਜੋ ਆਪਣੀਆਂ ਦਲੀਲਾਂ ਗੁਰਮਤ ਦੇ ਕਲੀਅਰ ਕੱਟ ਸਿਧਾਂਤ ਮਿਲਣ ਦੇ ਬਾਵਜੂਦ ਫਿਰ ਵੀ ਜੋ ਆਪਣੇ ਮਨ ਦੀਆਂ ਦਲੀਲਾਂ ਅੱਗੇ ਦੇਈ ਜਾਵੇ। ਕਹਿੰਦਾ ਸਤਿਗੁਰੂ ਸੇਤੀ ਗਣਤ ਜੇ ਰੱਖੇ, ਕਹਿੰਦਾ ਹਲਤ ਪਲਤ ਤਿਸਕਾ, ਹਲਤ ਪਲਤ ਸਭ ਤਿਸਕਾ ਗਿਆ। I'll again come back to the ਸ਼ਬਦ ਲਾਈਨ ਯਾਦ ਆਈ ਸੀ, I'm sorry। ਅਤੇ ਕਹਿੰਦੇ ਫਿਰ ਸੋ ਚੇਤੇ ਜਿਸ ਆਪ ਚੇਤਾਏ। ਅਸੀਂ ਇਹ ਚਾਲ ਗੁਰਬਾਣੀ ਵਿੱਚ ਕਈ ਵਾਰ ਸਾਨੂੰ ਇਸ ਕਿਸਮ ਦੀ ਆਂਦੀ ਪਈ ਹੈ। ਇਹਦੇ ਅੰਦਰ ਨਾ ਜਿਹੜਾ ਬੰਦਾ ਜਿਹੜਾ ਰੱਬ ਪ੍ਰਥਾਈ ਮਤਲਬ ਰੱਬ ਵਾਲੇ ਪਾਸੇ ਕਹਿ ਲਓ ਟੁਰਨਾ ਸ਼ੁਰੂ ਹੋ ਗਿਆ ਹੈ, ਜਾਂ ਉਹ ਮਤਾਂ ਕਿਥੇ ਨਾ ਕਿਸੇ ਸੋਚ ਵਿੱਚ ਇਹ ਸੋਚ ਵਿੱਚ ਆ ਜਾਵੇ ਕਿ ਵੀ ਮੈਂ ਦੇਖੋ ਮੈਂ ਹੁਣ ਕੁਝ ਕਰਨਾ ਸ਼ੁਰੂ ਹੋ ਗਿਆ, ਮੈਂ ਕੋਈ ਇੱਕ ਮਨ ਕਿਸੇ ਇੱਕ ਹਿਸਾਬ ਨਾਲ ਕਹਿ ਲਓ ਵੀ ਮੈਂ ਰੱਬ ਕੋਈ ਪਰਉਪਕਾਰ ਕਰਨਾ ਪਿਆ, ਮੈਂ ਕੋਈ ਹੁਣ ਵੱਡੀ ਹਸਤੀ ਹੋ ਗਿਆ, ਵੀ ਮੈਂ ਹੁਣ ਧਾਰਮਿਕ ਹੋ ਗਿਆ ਵਾਂ, ਵੀ ਇਹ ਵਾਲੀ ਜਿਹੜੀ ਸੋਚ ਹੈ ਨਾ ਸਾਨੂੰ ਇਮੀਡੀਏਟਲੀ ਸਾਨੂੰ ਜਿਹੜੀ ਉਹ ਹੇਠਾਂ ਗਿਰਾ ਦੇਗੀ। ਇੱਥੇ ਤੇ ਜਿਹੜਾ ਇੱਥੇ ਕਹਿੰਦੇ ਨਾਮ ਦਾਨ ਦੀਜੇ ਨਾਨਕ, ਇੱਥੇ ਨਾਮ ਦੀ ਦਾਤ ਮੰਗੀ ਜਾ ਰਹੀ ਹੈ। ਇੱਥੇ ਨਾਮ ਜਿਹੜਾ ਨਾ ਵੀ ਉਹ ਇੱਥੇ ਕਹਿੰਦੇ ਤੁਮਰੀ ਕਿਰਪਾ ਤੇ ਜਪੀਏ ਨਾਮ, ਵੀ ਮੈਂ ਇੱਥੇ ਨਹੀਂ ਕਹਿ ਰਿਹਾ ਕਿ ਮੈਂ ਨਾਮ ਜਪਣਾ ਪਿਆ, ਮੈਂ ਇਤਨਾ ਕੁਝ ਕਰਨਾ ਪਿਆ। ਇੱਥੇ ਜੇ ਹੈ ਵੀ ਨਾ ਕਹਿੰਦੇ ਵੀ ਉਹ ਕਹਿੰਦੇ ਜਾਂ ਤਿਸ ਭਾਵਾਂ ਤਦ ਹੀ ਗਾਵਾਂ, ਵੀ ਇੱਥੇ ਜਾਂ ਕੋ ਆਪਣੀ ਕਿਰਪਾ ਧਾਰੇ ਸੋ ਜਨ ਰਸਨਾ ਨਾਮ ਉਚਾਰੇ। ਮਨ ਜਿਹੜਾ ਨਾ ਸਾਡਾ, ਅਸੀਂ ਇਹ ਨਹੀਂ ਕਿ ਨਾਮ ਨਹੀਂ ਜਪਣਾ, ਲੇਕਿਨ ਸਾਡਾ ਮਨ ਕਿਤੇ ਟਿਕਿਆ ਹੋਇਆ ਹੋਵੇ। ਜੇ ਸਾਡੇ ਮਨ ਵਿੱਚ ਥੋੜਾ ਜਿਹਾ ਵੀ ਇਹ ਕਹਿ ਲਓ ਜੇ ਫੁਰਨਾ ਉੱਠ ਰਿਹਾ ਕਿ ਮੈਂ ਕੁਝ ਕਰਨਾ ਪਿਆ, ਅਸੀਂ ਸ਼ਾਇਦ ਉਹ ਗੁਰੂ ਦੇ ਦੇਣਦਾਰ ਹੋ ਜਾਵਾਂਗੇ। ਤੇ ਗੁਰੂ ਕਹਿੰਦੇ ਵੀ ਸੋਚੇ ਤੇ ਵੀ ਜੇ ਇਹ ਤੇਰੀ ਕਿਰਪਾ ਹੈ, ਜੇ ਮੈਂ ਤੈਨੂੰ ਚੇਤੇ ਰੱਖਣਾ ਵੀ ਪਿਆ ਨਾ, ਤੇ ਇਹ ਤੇਰੀ ਕਿਰਪਾ ਹੈ, ਤੇ ਇਹ ਮੇਰੇ ਵਾਸਤੇ ਇੱਕ ਬਲੈਸਿੰਗ ਜੀ ਹੈ। ਕਹਿੰਦੇ ਗੁਰ ਕੈ ਸ਼ਬਦ ਵਸੈ ਮਨ ਆਏ, ਗੁਰੂ ਦੇ ਸ਼ਬਦ ਦੇ ਰਾਹੀਂ, ਕਿਉਂਕਿ ਗੁਰੂ ਦੇ ਸ਼ਬਦ ਨੇ ਤੁਹਾਨੂੰ ਗੁਣ ਦੇਣੇ ਨੇ, ਗੁਰੂ ਦੇ ਸ਼ਬਦ ਨੇ ਤੁਹਾਨੂੰ ਜੀਵਨ ਜਾਚ ਦੇਣੀ ਹੈ। ਇਹਨਾਂ ਗੁਣਾਂ ਦੇ ਵਿੱਚ ਹੀ ਪਰਮਾਤਮਾ ਹੈ।
गुण में एको निर्मल साचा, आपे करे कराए आपे हुक्मे रहा समाई है। ਜਿਹੜਾ ਜੀਵਨ ਇਹਨਾਂ ਹੁਕਮਾਂ ਵਿੱਚ ਚੱਲਦਾ ਪਿਆ ਉਹ ਮਾਨੋ ਰੱਬ ਦੇ ਨਜ਼ਦੀਕ ਵਾਲਾ, ਰੱਬ ਦੇ ਮਿਲਾਪ ਵਾਲਾ ਜੀਵਨ ਹੈ। ਇਹ ਗੁਨਾਹ ਦੀ ਸੋਚ ਜੀ ਜਦ ਤੱਕ ਹੁਕਮ ਨਹੀਂ ਸਮਝ ਆ ਰਿਹਾ, ਕਹਿੰਦਾ ਜਬ ਲਗ ਹੁਕਮ ਨਾ ਬੂਝਦਾ ਤਬ ਹੀ ਲੋ ਦੁਖੀਆ। ਗੁਰਮਿਲ ਹੁਕਮ ਪਛਾਣਿਆ, ਗੁਰਮਿਲ ਹੁਕਮ ਪਛਾਣਿਆ ਕਹਿ ਲੋ ਜਾਂ ਗੁਰ ਕੈ ਸ਼ਬਦ ਕਹਿ ਲੋ। ਗੁਰੂ ਦੇ ਸ਼ਬਦ ਦੇ ਰਾਹੀਂ ਰੱਬ ਜਿਹੜਾ ਹੈ ਨਾ, ਰੱਬੀ ਸਿਧਾਂਤ ਸਾਡੇ ਹਿਰਦੇ ਵਿੱਚ ਆ ਕੇ ਟਿਕ ਸਕਦੇ ਨੇ। ਬਾਕੀ ਇਹ ਖੇਡ ਸਾਰੀ ਰੱਬ ਦੀ। ਉਹਦਾ ਕਹਿੰਦੇ ਆਪੇ ਵੇਖੈ ਆਪੇ ਬੂਝੈ ਆਪੇ ਆਪ ਸਮਾਏਂਦਾ। ਐਸੇ ਨਾ ਬਹੁਤ ਸਾਰੇ ਸ਼ਬਦ ਹੁਣ ਕਹਿੰਦੇ ਵੀ ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਵੀ ਉਹ ਮੱਛੀ ਵੀ ਹੋਵੇ ਅੰਦਰ ਜਾਲ ਵੀ ਹੋਵੇ, ਆਪੇ 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 ਹੋਵੇ ਚੋਲੜਾ ਆਪੇ ਸੇਜ ਪਤਾਰ, ਵੀ ਉਹ ਬ੍ਰਾਈਡ ਗਰੂਮ ਵੀ ਤੂੰ ਆਪੇ, ਬ੍ਰਾਈਡ ਵੀ ਤੂੰ ਆਪੇ। ਸਾਰਾ ਖੇਡ ਜਿਹੜਾ ਨਾ ਵੀ ਸਭ ਗੋਬਿੰਦ ਹੈ। ਇਹ ਸਾਰਾ ਮਾਲਕ ਨੇ ਇੱਕ ਖੇਡ ਬਣਾਇਆ ਹੋਇਆ। ਕਹਿੰਦੇ ਵੀ ਉਹ ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰਾ, ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ। ਇਹ ਉਸ ਮਾਲਕ ਨੇ ਸਾਡਾ ਇੱਕ ਮਨੋ ਖੇਡ ਬਣਾਇਆ ਹੈ। ਸਰ ਉਹਦੇ ਪਿੱਛੇ ਸਾਰਾ ਜਿਹੜਾ ਨਾ ਵੀ ਉਹ ਸਰ ਇੱਕ ਮਾਲਕ ਜਿਹੜਾ ਹੈ ਉਹ ਏਕਸ ਦੇ ਹੋਇਓ ਅਨੰਤਾ ਵਾਲਾ ਕੰਮ, ਵੀ ਉਹ ਸਾਰਾ ਉਹਨੇ ਖੇਡ ਜਿਹੜਾ ਨਾ ਉਹ ਮਾਲਕ ਨੇ ਰਚਾਇਆ ਹੋਇਆ ਹੈ। ਹਾਂਜੀ ਵੀਰ ਧੰਨਵਾਦ ਵੀਰ ਜੀ। ਮੇਰੀ ਕੀ ਹੁੰਦਾ ਕਿ ਮੈਂ ਕਰੀ ਜਾਂਦਾ, जब तक उस वो रब्बी जोत मेरे अंदर है ਤਾਂ तक मैं कुछ बोल पा रहा, कुछ सुन पा रहा। ਜਦੋਂ जोत निकल जाए तो मेरी होंद भी समाप्त है। आप जी ने उसकी बख्शिश बारे समझाना किया, धन्यवाद आप जी का। जी इकबाल भाई जी। जी सो चेते जिस आप चिताए, चेते सिमरे, कोई जीव सिमरदा है ਉਹੀ ਗੁਣਾਂ ਦੇ ਨਾਲ ਸਾਂਝ ਪਾ ਲੈਂਦਾ ਹੈ। ਜਿਸ ਆਪ ਚਿਤਾਏ, ਜਿਸ ਜੀਵ ਨੂੰ ਆਪ ਚਿਤਵਾਉਂਦਾ ਹੈ, ਭਾਵ ਸਿਮਰਦਾ ਉਹੀ ਹੈ ਜਦੋਂ ਸਿਮਰਨ ਵਾਲਾ ਜਿਹੜਾ ਗੁਣ ਹੈ ਉਹ ਗੁਰੂ ਦੇ ਰਾਹੀਂ ਜੀਵ ਨੂੰ ਆਪ ਦਵਾ ਦਿੰਦਾ ਹੈ। ਜਦੋਂ ਪਰਮਾਤਮਾ ਜੀਵ ਨੂੰ ਗੁਰੂ ਨਾਲ ਮਿਲਾ ਦਿੰਦਾ ਹੈ ਫਿਰ ਹੀ ਉਹ ਚੇਤੇ ਸਿਮਰਨ ਕਰ ਸਕਦਾ ਹੈ। ਆਖਣ ਜੋਰ ਚੁੱਪੇ ਨੇ ਜੋਰ, ਜੋਰ ਨਾ ਮੰਗਣ। ਆਪਣੇ ਤਲ ਦੇ ਜੋਰ ਦੇ ਨਾਲ ਜੀਵ ਕਦਾਚਿਤ ਵੀ ਪਰਮਾਤਮਾ ਦਾ ਸਿਮਰਨ ਨਹੀਂ ਕਰ ਸਕਦਾ। ਕੇਵਲ ਰਟਨ ਕਰ ਸਕਦਾ, ਕੇਵਲ ਪੜ੍ਹ ਸਕਦਾ, ਗੁਣ ਸਕਦਾ, ਪਰ ਸਿਮਰਨ ਨਹੀਂ ਕਰ ਸਕਦਾ। ਸਿਮਰਨ ਉਦੋਂ ਹੀ ਕਰਦਾ ਹੈ ਜਦੋਂ ਪਰਮਾਤਮਾ ਗੁਰੂ ਨਾਲ ਮਿਲਾ ਕੇ ਜੀਵ ਨੂੰ ਇਕਮਿਕ ਕਰਦਾ ਹੈ। ਜਦੋਂ ਗੁਰੂ ਨਾਲ ਜਿਹੜਾ ਜੀਵ ਜੁੜ ਜਾਂਦਾ ਹੈ ਸੋ ਚੇਤੇ, ਉਹੀ ਚਿਤਵਦਾ, ਉਹੀ ਸਿਮਰਦਾ ਹੈ। ਜਿਸ ਆਪ ਚਿਤਾਏ, ਜਿਸ ਜੀਵ ਨੂੰ ਪਰਮਾਤਮਾ ਆਪ ਗੁਰੂ ਦੇ ਨਾਲ ਜੋੜ ਦਿੰਦਾ, ਗੁਰੂ ਦਾ ਸ਼ਬਦ ਦੇ ਕੇ, ਗੁਰੂ ਦੀ ਸਿੱਖਿਆ, ਗੁਰੂ ਦੇ ਗੁਣ ਦੇ ਕੇ ਜੀਵ ਨੂੰ ਆਪਣਾ ਆਪ ਚਿਤਵਾ ਲੈਂਦਾ ਹੈ। ਗੁਰ ਕੈ ਸ਼ਬਦ ਵਸੈ ਮਨ ਆਏ। ਹੁਣ ਜਿਹੜਾ ਜੀਵ ਸਿਮਰਦਾ ਹੈ ਉਹ ਕਿਵੇਂ ਸਿਮਰਦਾ ਹੈ, ਚੇਤੇ ਕਿਵੇਂ ਕਰਦਾ? ਸੋ ਚੇਤੇ ਗੁਰ ਕੇ ਸ਼ਬਦ, ਸੋ ਚੇਤੇ ਗੁਰ ਕੇ ਸ਼ਬਦ, ਗੁਰੂ ਦੇ ਸ਼ਬਦ ਦੇ ਰਾਹੀਂ ਹੀ ਉਹ ਸਿਮਰਦਾ ਹੈ, ਚਿਤਵਦਾ ਹੈ, ਆਪਣੇ ਅੰਦਰ ਉਸ ਗੁਰੂ ਨੂੰ ਯਾਦ ਕਰਦਾ ਹੈ, ਉਸਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ। ਆਪ ਚਿਤਾਏ, ਆਪ ਕਿਵੇਂ ਚਿਤਵਾ ਲੈਂਦਾ ਹੈ? ਵਸੇ ਮਨ ਆਏ। ਜਿਸ ਜੀਵ ਦੇ ਮਨ ਦੇ ਅੰਦਰ ਗੁਰੂ ਦੇ ਸ਼ਬਦ ਦੇ ਰਾਹੀਂ ਆਪ ਪ੍ਰਗਟ ਹੁੰਦਾ ਹੈ, ਵਸ ਜਾਂਦਾ ਹੈ। ਮਨ ਵਸੇ ਮਨ ਆਏ, ਸ਼ਬਦ ਦੇ ਰਾਹੀਂ ਮਨ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ, ਮਨ ਦੇ ਤਲ ਦੇ ਵਿੱਚ ਆ ਜਾਂਦਾ ਹੈ। ਭਾਵ ਜਿਹੜਾ ਜੀਵ ਹਮੇਸ਼ਾ ਹੀ ਮਨ ਕਰਕੇ ਜੁੜਿਆ ਹੀ ਰਹਿੰਦਾ ਹੈ, ਮਨ ਕਰਕੇ ਹੀ ਗੁਣਾਂ ਨੂੰ ਗਾਉਂਦਾ ਹੈ, ਮਨ ਕਰਕੇ ਹੀ ਉਸਨੂੰ ਚਿਤਵਦਾ ਹੈ, ਚੇਤੇ ਕਰਦਾ ਹੈ। ਵਸੈ ਮਨ ਆਏ, ਪਰ ਚਿਤਵਾਉਂਦਾ ਜਦੋਂ ਉਹ ਉਹਦੇ ਜੀਵ ਦੇ ਮਨ ਦੇ ਤਲ ਦੇ ਉੱਪਰ ਆ ਟਿਕਦਾ ਹੈ, ਵਸਦਾ ਹੈ, ਫਿਰ ਹੋਰ ਉਹਦੀ ਕੋਈ ਕਾਰ ਰਹਿ ਹੀ ਨਹੀਂ ਜਾਂਦੀ। ਉਹ ਜੀਵ ਜਿਹੜਾ ਹੱਥ ਪਾਉ ਸੇ ਕਾਮ ਸਭ ਕਰੀ ਜਾਂਦਾ ਹੈ, ਪਰ ਚਿਤਵਦਾ ਮਨ ਦੇ ਵਿੱਚ ਵਸਿਆ ਹੋਇਆ ਹੋਣ ਕਰਕੇ ਉਹ ਜੀਵ ਜਿਹੜਾ ਜੀਵ ਦੇ ਕੋਲੋਂ ਆਪ ਪਰਮਾਤਮਾ
ਆਪਣੀ ਕੀਰਤੀ ਉਸਤਤ ਤੇ ਗੁਣਾਂ ਨੂੰ ਗਾਉਂਦਾ ਰਹਿੰਦਾ ਹੈ, ਗੁਣਾਉਂਦਾ ਰਹਿੰਦਾ, ਭਾਵ ਕਿ ਉਹ ਜੀਵ ਗਾਉਂਦਾ ਹੀ ਰਹਿੰਦਾ ਹੈ। ਗੁਰ ਕੇ ਸ਼ਬਦ, ਗੁਰੂ ਦੇ ਸ਼ਬਦ ਰਾਹੀਂ ਚਿਤਰਦਾ ਹੈ ਤੇ ਚਿਤਾਉਂਦਾ ਹੈ ਜਦੋਂ ਮਨ ਦੇ ਵਿੱਚ ਆ ਵਸਦਾ ਹੈ। ਤੇ ਜਦੋਂ ਮਨ ਵਿੱਚ ਆ ਵਸਦਾ ਹੈ ਆਪੇ ਵੇਖੈ। ਹੁਣ ਜਿਹੜੀ ਜੀਵ ਦੀ ਹੈ ਵੇਖਣੀ ਹੈ ਉਹ ਖਤਮ ਹੋ ਜਾਂਦੀ ਹੈ, ਤੇ ਜਿਹੜੀ ਜਦੋਂ ਪ੍ਰਮਾਤਮਾ ਆਪ ਆ ਟਿਕਦਾ ਹੈ ਉਹ ਪ੍ਰਮਾਤਮਾ ਦੀ ਜੋਤ ਹੀ ਫਿਰ ਕੰਮ ਕਰਦੀ ਹੈ, ਕਿਉਂਕਿ ਮੈਂ ਮੇਰੀ ਦੇ ਨਾਲ ਜਿਹੜਾ ਮਨ ਦਾ ਕਰਤਾ ਬਣਿਆ ਹੋਇਆ ਸੀ ਮਨੂਆ, ਉਹ ਖਤਮ ਹੋ ਜਾਂਦਾ ਹੈ। ਪ੍ਰਮਾਤਮਾ ਆ ਵਸਦਾ ਹੈ, ਜਿਹੜਾ ਮਨ ਹੈ ਉਹ ਖਤਮ ਹੋ ਜਾਂਦਾ, ਉਸ ਦੀ ਜਿਹੜੀ ਹੋਂਦ ਹੈ ਉਹ ਖਤਮ ਹੋ ਜਾਂਦੀ ਹੈ। ਉਹ ਮਨ, ਪ੍ਰਮਾਤਮਾ ਉਸ ਮਨ ਨੂੰ ਆਪਣੇ ਅੰਦਰ ਲੀਨ ਕਰ ਲੈਂਦਾ ਹੈ, ਆਪਣੇ ਅੰਦਰ ਸਮਾ ਲੈਂਦਾ ਹੈ, ਟਿਕਾ ਲੈਂਦਾ, ਤੇ ਉਸ ਸਮੁੰਦਰ ਦੇ ਵਿੱਚ ਗਿਆ ਹੋਇਆ ਜਲ, ਨਦੀ ਆਪਣੀ ਹੋਂਦ ਖਤਮ ਹੋ ਜਾਂਦੀ ਹੈ, ਤੇ ਉਹ ਸਮੁੰਦਰੇ ਸਮੁੰਦਰ ਰਹਿ ਜਾਂਦਾ ਹੈ। ਜਿਸ ਹਿਰਦੇ ਵਿੱਚ ਪ੍ਰਮਾਤਮਾ ਪ੍ਰਗਟ ਹੁੰਦਾ ਉਹ ਮਨ ਫਿਰ ਆਪਣੀ ਹੋਂਦ ਖਤਮ ਕਰ ਲੈਂਦਾ ਹੈ। ਫਿਰ ਉਹ ਮਨ ਜਿਹੜਾ ਪ੍ਰਗਟ ਹੋਇਆ ਹੀ ਆਪੇ ਵੇਖਦਾ ਹੈ, ਆਪੇ ਆਪੇ ਬੁੱਝਦਾ ਹੈ, ਆਪੇ ਆਪ ਸਮਾਉਂਦਾ, ਆਪੇ ਆਪਣੇ ਆਪ ਵਿੱਚ ਹੀ ਆਪ ਹੀ ਸਮਾ ਲੈਂਦਾ ਹੈ। ਭਾਵ ਉਸ ਮਨ ਨੂੰ ਪ੍ਰਮਾਤਮਾ ਆਪ ਹੀ ਜਦੋਂ ਵੇਖਦਾ ਹੈ, ਬੁੱਝਦਾ ਹੈ, ਤੇ ਆਪ ਹੀ ਪ੍ਰਮਾਤਮਾ ਉਸ ਮਨ ਨੂੰ, ਜੀਵ ਨੂੰ ਜੋ ਚੇਤੇ ਕਰਦਾ, ਸਿਮਰਦਾ ਹੈ, ਆਪਣੇ ਵਿੱਚ ਲੀਨ ਕਰ ਲੈਂਦਾ ਹੈ ਜੀ। ਧੰਨਵਾਦ ਵੀਰ ਜੀ। ਉਹ ਮਨ ਜਿਸ ਵਿੱਚ ਪਰਮਾਤਮਾ ਵਸਦਾ ਹੈ ਤੇ ਫਿਰ ਉਹਦੇ ਵਿੱਚ, ਉਸ ਮਨ ਵਿੱਚ ਪਰਮਾਤਮਾ ਬੋਲਣ ਲੱਗ ਪੈਂਦਾ, ਉਹ ਜੀਵ ਜਿਹੜਾ ਹੈ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ। ਬੜੀ ਖੂਬਸੂਰਤੀ ਨਾਲ ਸਮਝਾਇਆ, ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਸੋ ਚੇਤੇ ਜਿਸ ਆਪ ਚਿਤਾਏ, ਇਸ ਤੋਂ ਕੋਈ ਹਮੇਸ਼ਾ ਭੁਲੇਖਾ ਰਹਿੰਦਾ ਕਿ ਉਹ ਕਰਾਏਗਾ ਤਾਂ ਅਸੀਂ ਕਰਾਂਗੇ। ਆਪ ਚਿਤਾਏ ਦਾ ਹੈ ਕਿ ਉਹਦੀ ਬਖਸ਼ਿਸ਼, ਉਸਦੀ ਕਿਰਪਾ। ਜਦੋਂ ਮਨ ਸਾਂਝ ਪਾਉਂਦਾ ਹੈ ਉਸ ਇੱਕ ਦੇ ਨਾਲ, ਇਹੀ ਉਸਦੀ ਬਖਸ਼ਿਸ਼ ਹੈ, ਕਿਉਂਕਿ ਭਾਂਡੇ ਪੁੱਠੇ ਨੇ। ਜਦੋਂ ਸਿੱਧਾ ਹੁੰਦੇ ਨੇ ਤੇ ਅਸੀਂ ਸਾਂਝ ਪਾਉਂਦੇ ਹਾਂ, ਕਿਉਂਕਿ ਉਹਦੀ ਕਿਰਪਾ ਹਮੇਸ਼ਾ ਹੀ ਪੈ ਰਹੀ ਹੈ। ਉਹ ਸਾਰੇ ਜੀਆਂ ਨੂੰ ਕਹਿੰਦੇ ਕਿ ਚੇਤੇ ਕਰੋ, ਪਰ ਜਦੋਂ ਮਨ ਸਿੱਧਾ ਹੋ ਗਿਆ ਉਸਨੂੰ ਸਾਂਝ ਪਾਉਂਦਾ, ਇਹੀ ਉਸਦੀ ਕਿਰਪਾ ਹੈ। ਔਰ ਜਦੋਂ ਗੁਰ ਦੇ ਸ਼ਬਦ ਨਾਲ ਉਸਨੇ ਆਪਣੇ ਅੰਦਰ ਇੱਕ ਨੂੰ ਟਿਕਾ ਦਿੱਤਾ, ਉਹਦੇ ਗੁਣਾਂ ਨੂੰ ਟਿਕਾ ਦਿੱਤਾ, ਉਹਦੇ ਵਿਚਾਰਾਂ ਨੂੰ ਟਿਕਾ ਦਿੱਤਾ, ਔਰ ਜਦੋਂ ਉਹ ਇੱਕ ਟਿਕ ਗਿਆ ਤੇ ਫਿਰ ਉਹ ਮਨ ਇੱਕ ਬਣ ਗਿਆ, ਇੱਕ ਦਾ ਰੂਪ ਬਣ ਗਿਆ। ਔਰ ਫਿਰ ਉਹ ਆਪ ਦੇਖਦਾ ਹੈ, ਬੁੱਝਦਾ ਹੈ, ਔਰ ਆਪ ਹੀ ਉਸ ਸਾਰੇ ਜੀਆਂ ਦੇ ਅੰਦਰ, ਪੂਰੇ ਜੀ ਜਨ ਪੂਰੇ ਅੰਦਰ ਹੀ ਸਮਾ ਜਾਂਦਾ ਹੈ। ਹਾਂਜੀ, ਧੰਨਵਾਦ ਭੂਆ ਜੀ, ਬਿਲਕੁਲ ਟੂ ਦਾ ਪੁਆਇੰਟ ਆਪ ਜੀ ਹਮੇਸ਼ਾ ਗੱਲ ਕਰਦੇ ਹੋ। ਧੰਨਵਾਦ ਆਪ ਜੀ ਦਾ। ਜੀ ਭੁਪਿੰਦਰ ਵੀਰ ਜੀ। ਹਾਂਜੀ, ਅਸੀਂ ਜਿਸ ਤਰ੍ਹਾਂ ਲੜੀਵਾਰ ਚੱਲ ਰਹੇ ਹਾਂ ਨਾ, ਜਿਸ ਮਨ ਦੀ ਗੱਲ ਚੱਲ ਰਹੀ ਹੈ, ਜਿਹੜਾ ਮਨ ਆਪਣੀ ਮਤ, ਆਪਣੀ ਮੈਂ, ਆਪਣੀ ਈਗੋ, ਆਪਣੀ ਕੂੜ ਤਿਆਗ ਕੇ ਨਿਜ ਘਰ ਦੀ ਮਤ ਪ੍ਰਾਪਤ ਕਰਕੇ ਵਨੈਸ ਵਿੱਚ ਹੈ ਨਾ, ਉਹ ਮਨ ਹਰਜੀਓ ਜਿਹੜਾ ਹੈ, ਉਹਨੂੰ ਕਹਿੰਦੇ ਨੇ ਹਰਜਨ ਐਸਾ ਚਾਹੀਏ ਜੈਸਾ ਹਾਰੀ ਹੋਏ। ਅਸੀਂ ਇਹ ਸ਼ੁਰੂ ਤੋਂ ਮੰਨ ਕੇ ਚੱਲ ਰਹੇ ਹਾਂ ਕਿ ਸਾਡੀ ਸਾਰੀ ਜਿਹੜੀ ਇਹ ਬੋਡੀ ਹੈ ਨਾ, ਇਸ ਦਾ ਰਾਜਾ ਮਨ ਹੈ। ਮਨ ਰਾਜਾ, ਮਨ ਸੁਲਤਾਨ ਹੈ। ਪਰ ਜਦੋਂ ਆਪਣੀ ਇਹ ਈਗੋ ਨਾਲ ਚੱਲਦਾ ਹੈ ਤਾਂ ਸਤਿਗੁਰ ਕੇ ਭਾਣੇ ਨਹੀਂ ਚੱਲਦਾ, ਤਾਂ ਵਾਈਸਿਸ ਨਾਲ ਜੀਂਦਾ ਹੈ। ਲੇਕਿਨ ਜੇ ਨੇ ਸਤਿਗੁਰ ਦੀ ਮੱਤ ਲੈ ਲਈ ਹੈ, ਉਹਨੂੰ ਕਹਿੰਦੇ ਨੇ ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਇਆ। ਸੋ ਗੁਰ ਕੀ ਮਤ ਲੈ ਲੈਂਦਾ ਹੈ, ਉਹ ਸੋ ਸਤਿਗੁਰ ਮਾਏ ਸਮਾਨਾ ਵਾਲੀ ਅਵਸਥਾ ਵਿੱਚ ਗੁਣ ਕੇ ਗੁਣੀ ਸਮਾਵਣਿਆਂ ਵਾਲਾ ਹੋ ਜਾਂਦਾ ਹੈ। ਆਪਣੀ ਮਨ ਕੀ ਜਿਹੜੀ ਈਗੋ ਹੈ ਨਾ, ਕੂੜ ਹੈ, ਉਹ ਛੱਡ ਦਿੰਦਾ ਹੈ। ਹੁਣ ਵਨਨੈਸ ਵਿੱਚ ਇਹਨੂੰ ਜਿਹੜੀ ਸੁਮਤ ਪ੍ਰਾਪਤ ਹੋਈ ਹੈ ਨਾ, ਉਹ ਜਦੋਂ ਅਸੀਂ ਜਪਜੀ ਸਾਹਿਬ ਪੜ੍ਹਿਆ ਸੀ ਨਾ, ਉਹਦੇ ਵਿੱਚ ਅਸੀਂ ਇਹ ਪੜ੍ਹਿਆ ਸੀ ਕਿ ਹੁਕਮੀ ਹੁਕਮ ਚਲਾਏ ਰਾ ਨਾਨਕ ਵਿਕਸੈ ਵੇ ਪਰਵਾਹ। ਸਾਨੂੰ ਸਭ ਨੂੰ ਪਤਾ ਹੈ ਰੱਬ ਜੀ ਦੇ ਵੇ ਪਰਵਾਹ ਹਨ। ਕਿਹੜੇ ਰੱਬ ਜੀ? ਜਿਹੜੇ ਅਸੀਂ ਆਪਣੇ ਤੋਂ ਬਾਹਰ ਵਾਲੀ ਸ੍ਰਿਸ਼ਟੀ ਵਾਲੇ ਰੱਬ ਜੀ ਦੀ ਗੱਲ ਕਰ ਰਹੇ, ਉਹ ਤਾਂ ਸਾਨੂੰ ਸਭ ਨੂੰ ਪਤਾ ਹੀ ਹੈ, ਉਹ ਵੇ ਪਰਵਾਹ ਹੈ।
ਪਰ ਜਿਹੜਾ ਮਨ ਵਿਰਲਾ ਬਣ ਜਾਂਦਾ ਹੈ ਨਾ, ਉਹ ਵੀ ਵੇਖਿਆ ਵਿਕਸਿਆ ਬੇਪਰਵਾਹ ਵਾਲੀ ਅਵਸਥਾ ਪ੍ਰਾਪਤ ਕਰਦਾ ਹੈ। ਉਸ ਅਵਸਥਾ ਵਿੱਚ ਉਹ ਜਦੋਂ ਏਕਮਾਈ ਜੁਗਤ ਵੈਹੀ ਚ ਅਸੀਂ ਆਵਾਂਗੇ ਨਾ, ਤਾਂ ਉੱਥੇ ਚੱਲ ਕੇ ਆਏਗਾ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ। ਜਿਤਨੇ ਅੰਦਰ ਦੇ ਜੀ ਜੰਤ ਹਨ ਨਾ, ਉਹਨਾਂ ਨੂੰ ਇਹ ਵਾਲਾ ਮਨ ਨਜ਼ਰ ਨਹੀਂ ਆਉਂਦਾ। ਇਹ ਮਨ ਨੇ ਨਵੀਂ ਸ੍ਰਿਸ਼ਟੀ ਸਾਜੀ ਹੈ, ਇਹਨੇ ਯੁਗ ਯੁਗ ਦਾ ਇੱਕ ਹਮੇਸ਼ਾ ਰਹਿਣ ਵਾਲਾ ਚੋਲਾ ਦਾ ਵੇਸ ਧਾਰਨ ਕੀਤਾ ਹੈ, ਯੁਗ ਯੁਗ ਇੱਕੋ ਵੇਸ ਵਾਲਾ ਚੋਲਾ। ਉਹ ਵਿਜ਼ਡਮ ਦਾ ਚੋਲਾ ਇਹਨੇ ਕਰਮੀਆ ਵਾ, ਕਪੜਾ ਦਾ ਰੋਬ ਆਫ ਆਨਰ ਵਾਲੀ ਮੱਤ ਦਾ ਚੋਲਾ ਜਦੋਂ ਇਹਨੇ ਪਾਇਆ ਹੋਇਆ ਹੈ ਨਾ, ਤਾਂ ਹੁਣ ਇਹਨੂੰ ਇਹਦਾ ਯੁਗ ਬਦਲਦਾ ਨਹੀਂ ਹੈ। ਇਹ ਹਮੇਸ਼ਾ ਵਨੈਸ ਵਾਲਾ ਚੋਲਾ ਪਾ ਕੇ ਰੱਖਦਾ ਹੈ। ਔਰ ਉਹਦੇ ਨਾਲ ਇਹਨੇ ਜਿਹੜੀ ਸ੍ਰਿਸ਼ਟੀ ਸਾਜੀ ਸੀ ਨਾ, ਜਿਹੜੀ ਉਸ ਦਿਨ ਮੈਂ ਗੱਲ ਸਾਂਝ ਕੀਤੀ, ਜੇ ਇਸ ਐਂਗਲ ਤੋਂ ਦੇਖੋ, ਸਿਰਫ ਮੰਨਣਾ ਨਹੀਂ ਹੈ, ਸਿਰਫ देख के विचार के देखो, आप ही ने आप साजियो आप ही ने रचियो नाओ, मन भी अपनी सृष्टि रचदा है सतगुर दी मत दे चोले दे नाल। ਤਾਂ ਫਿਰ ਕਰ ਆਸਣ ਡਿੱਠੋ ਚਾਓ, ਉਹ ਆਪਣੇ ਅੰਦਰ, ਇਹ ਮਨ ਰਾਜਾ ਮਨ ਸੁਲਤਾਨ ਇੱਥੇ ਅੰਦਰ ਬੈਠਾ ਹੋਇਆ ਹੈ, ਇਹ ਪਹਿਲਾ ਕੂੜ ਰਾਜਾ ਸੀ, ਹੁਣ ਸੱਚ ਦਾ ਰਾਜਾ ਬਣ ਗਿਆ। ਕਰ ਆਸਣ ਡਿੱਠੋ ਚਾਓ, ਆਪਣੇ ਅੰਦਰ ਦੇ ਸਾਰੇ ਇੰਦਰੇ ਗਿਆਨ ਇੰਦਰੇ ਰੋਮ ਰੋਮ ਜੀ ਜਨਤਾ ਨੂੰ ਸਾਰਿਆਂ ਨੂੰ ਬੜੇ ਚਾਅ ਨਾਲ ਦੇਖਦਾ, ਇਹਨੂੰ ਦੇਖਣ ਦਾ ਨਜ਼ਰੀਆ ਪ੍ਰਾਪਤ ਹੋ ਚੁੱਕਾ ਹੋਇਆ ਹੈ, ਚਾਓ ਵਿੱਚ ਹੈ, ਵੇਖਿਆ ਵਿਕਸਿਆ ਬੇਪਰਵਾਹ ਹੈ। ਇਹ ਉਸੇ ਮਨ ਦੀ ਅਵਸਥਾ ਦੀ ਗੱਲ ਚੱਲ ਰਹੀ ਹੈ। ਅਸੀਂ ਕੰਟੈਕਸਟ ਵਿੱਚ ਜਦੋਂ ਆਵਾਂਗੇ ਆਪਣੇ ਤੇ ਟੁਕਾਵਾਂਗੇ ਨਾ, ਤਾਂ ਫਿਰ ਸਾਨੂੰ ਇਹ ਗੱਲ ਆਪਣੇ ਤੇ ਟੁਕਦੀ ਜਾਏਗੀ। ਇੱਕ ਗੱਲ ਹਰਵਿੰਦਰ ਵੀਰ ਜੀ ਨੇ ਦੁਬਾਰਾ ਪੁਆਇੰਟ ਆਊਟ ਕੀਤੀ ਹੈ ਗਣਤ ਦੀ, ਮੈਂ ਖਿਮਾ ਚਾਹੁੰਦਾ ਹਾਂ। ਮੈਨੂੰ ਜਿਤਨੀ ਸਮਝ ਹੈ, ਮੈਂ ਸ਼ਬਦ ਨੂੰ ਆਪਣੇ ਤੇ ਟੁਕਾਉਣ ਵਾਸਤੇ ਪੁਰਾਣੇ ਸਾਰੇ ਜਿਤਨੇ ਟੀਕਾਕਾਰ ਨੇ ਉਹਨਾਂ ਤੋਂ ਇਲਾਵਾ ਮੈਂ ਆਪਣੇ ਵੱਲੋਂ ਮਿਹਨਤ ਕਰਦਾ ਵੀ ਇਹ ਮੇਰੇ ਤੇ ਕਿਵੇਂ ਟੁਕਦਾ ਹੈ। ਤਾਂ ਮੈਂ ਇਹ ਸੋਚਦਾ ਹਾਂ ਕਿ ਭਾਵੇਂ ਉਹ ਲਿਖਿਆ ਹੋਇਆ ਕਿਧਰੇ ਨਹੀਂ ਹੈ, ਸਾਡੀ ਗਣਤੀ ਗਣੀ ਕੀ ਹੈ। ਅਸੀਂ 101 ਅਖੰਡ ਪਾਠ ਰੱਖਣੇ ਨੇ, ਅਸੀਂ 51 ਸੁਖਮਨੀ ਕਰਾਂਗੇ, ਅਸੀਂ 5 ਲੱਖ ਚੌਪਈ ਦੇ ਪਾਠ ਕਰਾਂਗੇ, ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ। ਇਹ ਸਾਡੀ ਗਿਣਤੀਆਂ ਮਿਲਤੀਆਂ ਨੇ, ਇਹਨਾਂ ਦੇ ਨਾਲ ਚਿੰਤਾ ਫਿਕਰ ਦੂਰ ਨਹੀਂ ਹੁੰਦੇ। ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ, ਕਰਮ ਧਰਮ ਪਾਖੰਡ ਜੋ ਦਿਸੇ ਤਿਨ ਜਮ ਜਗਾਤੀ ਲੁੱਟ ਹੈ। ਇਹ ਸਾਡੀ ਗਣਤ ਹੈ। ਸਤਿਗੁਰ ਕੀ ਗਣਤ ਕੀ ਹੈ? ਸਤਿਗੁਰ ਕਹਿੰਦਾ ਹੈ ਤੇਰੇ ਜਿਹੜੇ ਇਹ ਮਨ ਦੇ ਕੂੜੇ ਖਿਆਲ ਨੇ ਨਾ, ਕਿ ਗਿਣਤੀਆਂ ਮਿਣਤੀਆਂ ਨਾਲ ਤੂੰ ਕਰ ਲੇਗਾ, ਇਹ ਗਲਤ ਨੇ। ਤੂੰ ਗੁਰ ਕੇ ਪਾਣੇ ਚੱਲ, ਮਨ ਮੇਰੇ ਸਤਿਗੁਰ ਕੇ ਪਾਣੇ ਚੱਲ। ਸੋ ਮੈਂ ਨਾ ਇੱਕ ਡੈਰਾਈਵਡ ਬਾਈ ਪ੍ਰੋਡਕਟ ਵਾਲਾ ਅਰਥ ਸਮਝਣ ਦਾ ਯਤਨ ਕੀਤਾ ਸੀ, ਵਰਨਾ ਤੇ ਮਨ ਦੀ ਗਣਤ ਦੀਆਂ ਤੇ ਬੇਅੰਤ ਪੰਕਤੀਆਂ ਨੇ ਜਿਹੜੀਆਂ ਸਾਡੀ ਮਨ ਕੀ ਆਪਣੀ ਗਣਤੀਆਂ ਵਾਲੀਆਂ, ਉਹ ਤੇ ਅਸੀਂ ਕਰ ਹੀ ਰਹੇ ਹਾਂ, ਉਹ ਤੇ ਪਖੰਡ ਸਾਰੇ ਕਰ ਹੀ ਰਹੇ ਹਾਂ, ਮਾਲਾ ਫੇਰ ਰਹੇ ਹਾਂ, ਤਪ ਕਰ ਰਹੇ ਹਾਂ, ਬੱਤੀਆਂ ਬੰਦ ਕਰ ਕਰਕੇ ਅਸੀਂ ਗੁਰਦੁਆਰਿਆਂ ਵਿੱਚ ਸਿਮਰਨ ਕਰ ਰਹੇ ਹਾਂ, 101 ਅਖੰਡ ਪਾਠ ਰੱਖ ਰਹੇ ਹਾਂ ਨਗਰ। ਉਹ ਸਾਡੀਆਂ ਗਣਤੀਆਂ ਨੇ, ਉਹਨਾਂ ਦੀਆਂ ਤੇ ਢੇਰ ਸਾਰੀਆਂ ਪੰਕਤੀਆਂ ਨੇ। ਇਹ ਜਿਹੜੇ ਡਰਾਈਵਡ ਹੁੰਦੇ ਨੇ ਨਾ, ਇਹਨਾਂ ਦੀ ਅਸੀਂ ਆਪ ਵਿਚਾਰ ਕਰਦੇ ਹਾਂ ਤਾਂ ਸਾਨੂੰ ਹੋਰ ਵੀ ਨਵੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ। ਅਸੀਂ ਸਾਏ ਮੇਰਾ ਨੀਤ ਨਵਾਇਆ ਤੇ ਅਸੀਂ ਨਾ ਅੱਗੇ ਵੀ ਵਧਾਂਗੇ, ਅਸੀਂ ਰੁਕਾਂਗੇ ਨਹੀਂ, ਅਸੀਂ ਹੋਰ ਅੱਗੇ ਟੁਰਾਂਗੇ। ਬੜੇ ਸਾਰੇ ਲੋਕਾਂ ਨੂੰ ਮੈਂ ਜਾਣਦਾ ਹਾਂ ਜਿਨ੍ਹਾਂ ਨੂੰ ਮੈਂ ਆਪਣੀ ਲਾਈਫ ਵਿੱਚ ਦੇਖਿਆ, ਜਿਨ੍ਹਾਂ ਦਾ ਭਾਈ ਵੀਰ ਸਿੰਘ ਜੀ ਦੇ ਟੀਕਾਕਾਰਾਂ ਦੇ ਨਾਲ, ਭਾਈ ਵੀਰ ਸਿੰਘ ਦੇ ਅਰਥਾਂ ਨੂੰ ਸੁਣਨ ਮੰਨਣ ਵਾਲਿਆਂ ਦੇ ਨਾਲ ਬੜਾ ਸਖਤ ਝਗੜਾ ਹੈ। ਉਹ ਲੋਕਾਂ ਦਾ ਝਗੜਾ ਹੈ ਜਿਹੜੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਪੜ੍ਹਦੇ ਨੇ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੋਈ ਝਗੜਾ ਨਹੀਂ ਖੜਾ ਕੀਤਾ, ਪਰ ਜਿਨ੍ਹਾਂ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ ਪੜ੍ਹੇ, ਉਹ ਪ੍ਰੋਫੈਸਰ ਸਾਹਿਬ ਸਿੰਘ ਜੀ ਪੜ੍ਹੇ ਦਾ ਨਾਂ ਰੱਖ ਲਓ ਬੀ, ਮਿਸਟਰ ਬੀ ਦੇ ਨਾਲ ਮਿਸਟਰ ਏ ਦਾ ਝਗੜਾ ਹੈ, ਕਿਉਂਕਿ ਮਿਸਟਰ ਏ ਕਹਿੰਦਾ ਭਾਈ ਵੀਰ ਸਿੰਘ ਜੀ ਸਿਰਫ ਠੀਕ ਕਹਿੰਦੇ ਨੇ। ਸੋ ਭਾਈ ਵੀਰ ਸਿੰਘ ਜੀ ਦੇ ਟੀਕੇ ਤੋਂ ਅੱਗੇ ਨਹੀਂ ਟੁਰਦਾ। ਜਿਹੜੇ ਭਾਈ ਵੀਰ ਸਿੰਘ ਜੀ ਦੇ ਵਾਲੇ ਨੇ, ਉਹਨਾਂ ਦਾ ਭਾਈ ਰਣਧੀਰ ਸਿੰਘ ਜੀ ਦੇ ਅਰਥਾਂ ਦੇ ਨਾਲ ਮੇਲ ਨਹੀਂ ਖਾਂਦੀ ਗੱਲ। ਜਿਨ੍ਹਾਂ ਦੀ ਗੰਡਾ ਸਿੰਘ, ਗੋਪਾਲ ਸਿੰਘ ਔਰ ਉਹਨਾਂ ਸਭ ਦੇ ਅਲੱਗ-ਅਲੱਗ ਨੇ। ਪਰ ਮਜ਼ੇ ਦੀ ਗੱਲ ਇਹ ਹੈ, ਅਸੀਂ ਅਲਟੀਮੇਟਲੀ ਨਾ ਸ਼ਬਦ ਨੂੰ ਆਪਣੇ ਤੇ ਟੁਕਾਣਾ ਹੈ। ਸੋ ਅਸੀਂ ਕਿਧਰੇ ਵੀ ਨਹੀਂ ਰੁਕਾਂਗੇ। ਹਾਂ, ਜੇ ਅੱਜ ਅਸੀਂ ਇਹ ਕੁਝ ਬੋਲ ਰਹੇ ਹਾਂ ਨਾ, ਤਾਂ ਸਾਰੀ ਸੰਗਤ ਨੂੰ ਇਹ ਬੇਨਤੀ ਹੈ ਕਿ ਨਾ ਤੇ ਸਾਨੂੰ ਫੋਲੋ ਕਰਨਾ ਹੈ, ਨਾ ਭੁਪਿੰਦਰ ਸਿੰਘ ਤੱਕ ਰੁਕਣਾ ਹੈ।
ਅਸੀਂ ਅੱਗੇ ਟੁਰਦੇ ਜਾਵਾਂਗੇ। ਦੇਖੋ ਕਮਾਲ ਦੀ ਗੱਲ ਹੋਈ ਸੀ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ, ਮੈਂ ਇੱਕ ਸੀਨ ਕੋਟ ਕਰਦਾ। प्रोफेसर साहब सिंह जी ने ना जिसके सिर ऊपर तू स्वामी सो दुख कैसा पावे ये अर्थ कीते। उस तो पहला दे अर्थ कीते हुए सी जिसके सिर ऊपर तू स्वामी सो दुख कैसा पावे, ए ते पॉजिटिव पंक्ति हो गई। बोल ना जाने माया मद माता मरना चीत ना आवे, ये ना अर्थ नेगेटिव मनुख बारे कीते हुए सी। बई नेगेटिव मनुख भैड़े बोल बोलदा रहता है ते ओनू मरण दी सुध नहीं है। प्रोफेसर साहब सिंह जी ने रहाओ ग्रामर बाणी दी बनतर दे मुताबिक एदे अर्थ कड्डे। जिसके सिर ऊपर तू स्वामी सो दुख कैसा पावे, ए उस पॉजिटिव सेंस विच है और उसी पॉजिटिव मन दी अवस्था बारे बोल ना जाना है माया बद माता। वही जिसके सिर ऊपर स्वामी सतगुरु दी विजडम दी माता है ना, वो माया मते हुए बोल नहीं बोलता। मरना चीत ना आवे, ओनू शरीरक मरण दा डर नहीं रहंदा। प्रोफेसर साहब सिंह जी ने नवे अर्थ कड्डे, ਜਿਹੜੇ ਪੁਰਾਣੇ ਅਰਥਾਂ ਨਾਲ ਜੁੜੇ ਹੋਏ ਸਨ ਉਹ ਜੁੜੇ ਰਹੇ, ਉਹਨਾਂ ਦੀ ਟਿਫ ਹੋ ਗਈ। ਮੈਨੂੰ ਕਈ ਦੇਸ਼ਾਂ ਵਿੱਚ ਰਹਿਣ ਦਾ ਸਮਾਂ ਮਿਲਿਆ ਤੇ ਮੈਂ ਦੇਖਦਾ ਕਿ ਲੋਕੀ ਆਪਸ ਵਿੱਚ ਬੈਠ ਕੇ ਕਿਸ ਤਰ੍ਹਾਂ ਭਾਈ ਵੀਰ ਸਿੰਘ ਜੀ, ਭਾਈ ਰਣਧੀਰ ਸਿੰਘ ਜੀ ਔਰ ਕਿਸ ਤਰ੍ਹਾਂ ਟਕਸਾਲ ਵਾਲੇ ਔਰ ਕਿਸ ਤਰ੍ਹਾਂ ਹੋਰ ਇਹ ਸਾਰੇ ਸੰਪਰਦਾਈ, ਇਹ ਸਾਰੇ ਆਪਸ ਵਿੱਚ ਜਿਸ ਤਰ੍ਹਾਂ ਬਹਿਸਾਂ ਕਰਦੇ ਨੇ, ਕਿਸ ਤਰ੍ਹਾਂ ਇੱਕ ਦੂਜੇ ਨਾਲ ਲੜੇ ਰਹਿੰਦੇ। ਅਸੀਂ ਕਿਸੇ ਦੇ ਵੀ अर्थ गलत नहीं कह सकते। ਅਸੀਂ ਤੇ ਜੀਵਨ ਜਾਤ ਸਿੱਖਾਂਗੇ, ਅਸੀਂ ਇਨੋਸੈਂਟਲੀ ਸਿੱਖ ਰਹੇ ਹਾਂ। ਸੋ ਅਲਟੀਮੇਟਲੀ ਗਣਤ ਦਾ ਮੈਨਾ ਨਾ ਜਦੋਂ ਅਸੀਂ ਵਿਚਾਰ ਕਰਦੇ ਜਾਵਾਂਗੇ ਤਾਂ ਮੈਨੂੰ ਸਤਿਗੁਰ ਕੀ ਗਣਤ ਵਿੱਚ ਆਣਾ ਪਏਗਾ। ਜੇ ਮੈਂ ਸਤਿਗੁਰ ਦੀ ਗਣਤ ਤੋਂ ਘੁਸ ਗਿਆ ਨਾ ਤਾਂ ਫਿਰ ਮੈਨੂੰ ਪਛਤਾਣਾ ਹੀ ਪਏਗਾ। ਐਸੇ ਸਾਨੂੰ ਵਿਚਾਰ ਸਾਂਝ ਕਰਦਿਆਂ शब्द भी मैं तुहानू ने कोट किया है, भाई सतगुर की गणत है खुशी है, दुख है दुख भी आए, फिर सतगुर की गणत भी कोई है। सतगुर कहता तू मेरे फुटस्टेप से चलिया कर, मैं तेनू वेक बुद्धि दी है, चंगा की है मंदा की है, वो तू विचार करया कर। तू उस गणत नू क्यों इग्नोर करदा है? तू कहता मैं मन दी कूड़ रखा पर मैं गिनती मिनती दे पाठ कर लवां, ओदे नाल तेरा चिंता फिकर और कर्म धर्म पाखंड सारा है ना ये जम जगाती तेनू वाइसी सतानगे। सो अल्टीमेटली ਅਸੀਂ ਹੁਣ ਇਸ ਪੱਧੇ ਤੇ ਆਂਦੇ ਆ, ਸੋ ਚੇਤੇ ਜਿਸ ਆਪ ਚੇਤਾਏ। ਇਹ ਉਹ ਮਨ ਹੈ ਜਿਹੜਾ ਸਤਿਗੁਰ ਦੀ ਮੱਤ ਲੈ ਚੁੱਕਾ ਹੈ, ਵਿਰਲਾ ਬਣ ਗਿਆ, ਆਪ ਚੇਤਦਾ ਹੈ ਔਰ ਆਪਣੇ ਇੱਕ ਰੋਮ ਰੋਮ ਅੰਗ ਆਪਣੇ ਇੱਕ ਜੀ ਜੰਤ ਨੂੰ ਨਾਲ ਉਹ ਦ੍ਰਿੜ ਕਰਾਂਦਾ ਹੈ, ਚੇਤਾਂਦਾ ਹੈ। ਗੁਰ ਕੈ ਸ਼ਬਦ ਵਸੈ ਮਨ ਆਏ, ਗੁਰੂ ਦੇ ਸ਼ਬਦ ਨੂੰ ਉਹ ਆਪਣੀ ਮਨ ਕੀ ਮੱਤ ਨਹੀਂ ਰੱਖਦਾ ਹੈ। ਆਪਣੀ ਮਨ ਕੀ ਮੱਤ ਕੂੜ ਛੱਡ ਕੇ ਤਾਂ ਅੰਦਰ ਆ ਸਕਿਆ, ਉਹ ਈਗੋ ਚ ਹੈ ਹੀ ਨਹੀਂ ਹੈ। ਉਹਦੀ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ ਵਿੱਚ ਉਹ ਆ ਚੁੱਕਾ ਹੋਇਆ ਹੈ, ਉਹ ਵਿਰਲਾ ਬਣ ਗਿਆ, ਉਹਨੇ ਨੀਚ ਕਰਦਾ ਮਹਿਲ ਪ੍ਰਾਪਤ ਕਰ ਲਿਆ। ਇਹ ਜਦੋਂ ਅਸੀਂ या ते ना ਅਸੀਂ ਇੱਕ ਦਿਨ ਅੰਦਰ ਪੂਰਾ ਸ਼ਬਦ ਉੱਤੋਂ ਲੜੀਵਾਰ ਥੱਲੇ ਤੱਕ ਕਰਾਂਗੇ ਤਾਂ ਪਤਾ ਲੱਗੇਗਾ ਇਹ ਉਹੀ ਗੱਲ ਚੱਲ ਰਹੀ ਆ। ਉਹ ਮਨ ਕਿਹੜਾ ਵਿਰਲਾ ਮਨ ਕਿਹੜਾ ਜਿਹੜਾ ਇੱਕ ਮਿਕ ਹੋ ਗਿਆ, ਜਿਹੜਾ ਵਿਜ਼ਡਮ ਤੇ ਹੀ ਟੁਰਦਾ, ਜਿਹਨੇ ਮਨ ਕੀ ਮੱਤ ਰੱਖੀ ਨਹੀਂ ਹੋਈ। ਇਹ ਤਾਂ ਸਾਨੂੰ ਸਮਝਾਉਣ ਵਾਸਤੇ ਨਾਲ ਦੱਸਿਆ ਕਿ ਇਹ ਗੱਲਾਂ ਸਾਰੀਆਂ ਰਿਅਲਾਈਜ਼ ਕਰਦਾ ਰਹਿੰਦਾ, ਇਹਨਾਂ ਨੂੰ ਦ੍ਰਿੜ ਕਰਦਾ ਰਹਿੰਦਾ, ਆਪਣੇ ਅੰਗਾਂ ਨੂੰ ਵੀ ਸਮਝਾਉਂਦਾ ਰਹਿੰਦਾ ਹੈ। ਮਨ ਕੀ ਮੱਤ ਤੇ ਨਹੀਂ ਚੱਲਣਾ, ਜੇ ਅਸੀਂ ਗੁਰ ਕੇ ਭਾਣੇ ਤੋਂ ਵਿਛੜਾਂਗੇ ਤਾਂ ਦੁੱਖ ਪਾਵਾਂਗੇ। ਇਹ ਸਾਰੀ ਗੱਲਾਂ ਰਿਅਲਾਈਜ਼ ਕਰ ਰਿਹਾ, ਐਲੀਵੇਟਿਡ ਹੈ ਉਹ। ਅਲਟੀਮੇਟਲੀ ਉਸਦੀ ਸਾਰੀ ਅਵਸਥਾ ਹੁਣੇ ਬੜੀ ਜ਼ਬਰਦਸਤ ਭੂਆ ਜੀ ਨੇ ਗੱਲ ਇੱਕ ਕਹੀ ਕਿ ਸਾਨੂੰ ਇਹ ਬੜਾ ਭੁਲੇਖਾ ਰਹਿੰਦਾ, ਰੱਬ ਚਿਤਵਾਏਗਾ, ਰੱਬ ਕਿਰਪਾ ਕਰੇਗਾ ਤਾਂ ਹੋਏਗਾ। ਇਹ ਬੜਾ ਭਾਰੀ ਭੁਲੇਖਾ ਹੈ, लेकिन इस भुलेखे नू कोई पल्ले बन के भी रख सकता है, इस भुलेखे तो कोई छुट भी सकता है। सो चेते जिस आप चेताए, ये आप कौन है? वो वाला मन, केड़ा मन जेड़ा होमै छोड़ चुका होया है, मन की मत छड़ चुका है, गुण के गुणी समावणिया हो चुका है, अपनी ईगो वाली एंटिटी छोड़ चुका होया है। तू करता तू हुआ, मुझ में रहा ना हूं बन चुका है, वो मर्ज हो चुका होया है, वो वाला मन और रब नाल मर्ज हो चुका होया है। असी बाहर वाले रब जी नाल मर्ज नहीं हो सकते,
ਬਾਹਰ ਵਾਲੇ ਨਾਲ ਰੱਬ ਨਾਲ ਮਰਜ ਹੋਣ ਵਾਸਤੇ ਪੁਰਾਣੀਆਂ ਥੋੜੀਆਂ ਚਲਦੀਆਂ ਰਹੀਆਂ। ਤੁਸੀਂ ਇੰਜ ਪਾਪ ਕਰੋ, ਇੰਜ ਪੁੰਨ ਕਰੋ, ਇੰਜ 84 ਤੋਂ ਛੁੱਟ ਜਾਓਗੇ, ਇੰਜ ਗੁਰੂ ਦੇ ਚਰਨਾਂ 'ਚ ਜਾ ਕੇ ਨਿਵਾਸ ਮਿਲੇਗਾ, ਇੰਜ ਰੱਬ ਦੇ। ਤੁਸੀਂ ਹੁਣ ਤੱਕ ਪ੍ਰਚਾਰਕਾਂ ਦੇ ਅਰਥ ਸੁਣੋਗੇ, ਕਥਾ ਕਰਦਿਆਂ ਕਹਿਣਗੇ ਜਦੋਂ ਮਰ ਜਾਂਦੇ ਆ ਤਾਂ ਸਹੁਰੇ ਘਰ ਜਾਂਦੇ ਆ, ਜਦੋਂ ਮਰ ਜਾਵਾਂਗੇ ਤਾਂ ਰੱਬ ਜੀ ਨੂੰ ਮਿਲਣ ਜਾਵਾਂਗੇ। ਉਹਨਾਂ ਨੇ ਰਾਮਕਲੀ ਸੱਦ ਦੇ ਵੀ ਇਹ ਅਰਥ ਕੀਤੇ ਨੇ ਬਈ ਹੁਣ ਗੁਰੂ ਸਰੀਰ ਛੋੜਨ ਲੱਗਾ ਤਾਂ ਹੁਣ ਰੱਬ ਨਾਲ ਜਾ ਕੇ ਮਿਲਣ ਲੱਗਾ। ਅਸੀਂ ਮਰਨ ਤੋਂ ਬਾਅਦ ਵਾਲੇ ਰੱਬ ਨਾਲ ਮਿਲਣ ਦੀ ਵਿਚਾਰਧਾਰਾ ਨਾਲ ਗੁਰਮਤ ਚੋਂ ਅਸੀਂ ਉਹਦੇ ਬਦਲੇ ਇਹ ਸਿੱਖਦੇ ਹਾਂ, ਜੀਂਦੇ ਜੀ ਮੈਂ ਅੰਦਰ ਵਾਲੇ ਰੱਬ ਦੇ ਨਾਲ ਕਿਵੇਂ ਇਕਮਿਕ ਹੋ ਸਕਦਾ, ਅੰਦਰ ਵਾਲੇ ਰੱਬ ਨਾਲ ਆਜ ਮਿਲਾਵਾ ਸ਼ੇਖ ਫਰੀਦ ਕਿਵੇਂ ਹੋ ਸਕਦਾ ਹੈ। ਸੋ ਚੇਤੇ ਜਿਸ ਆਪ ਚਿਤਾਏ ਗੁਰ ਕੇ ਸ਼ਬਦ ਵਸੈ ਮਨ ਆਏ। ਉਹ ਆਪ ਆਪਣੇ ਸਾਰੇ ਇੰਦਰੀ ਗਿਆਨ ਦੇ ਸਭ ਨੂੰ ਉਹਨੂੰ ਵਿਜ਼ਡਮ ਨੂੰ ਫੋਲੋ ਕਰਦਾ ਹੈ, ਆਪੇ ਵੇਖੈ, ਉਹਨੂੰ ਵੇਖਣਾ ਆ ਗਿਆ, ਵੇਖਦਾ ਹੈ, ਆਪੇ ਬੁਝੈ। ਇਹ ਆਪੇ ਬੁਝੈ ਰੱਬ ਜੀ ਨਹੀਂ ਬੁਝਦੇ ਨੇ, ਰੱਬ ਜੀ ਤੇ ਬੁਝੇ ਬੁਝਾਏ ਤੇ ਰੱਬ ਜੀ ਨੂੰ ਤਾਂ ਸਾਰੀ ਅਕਲ ਹੈ ਹੀ ਹੈ, ਰੱਬ ਜੀ ਤੇ ਸੁਜਾਨ ਨੇ। ਰੱਬ ਜੀ ਦੀ ਮੱਤ ਲੈ ਕੇ ਉਹ ਆਪ ਸੁਜਾਨ ਬਣਦਾ ਹੈ, ਰੱਬ ਦੀ ਮੱਤ ਲੈ ਕੇ ਉਹ ਬੁਝਣਾ ਸਿੱਖ ਜਾਂਦਾ ਹੈ, ਰੱਬ ਦਾ ਨਜ਼ਰੀਆ ਲੈ ਲੈਂਦਾ ਹੈ। ਆਪੇ ਵੇਖੈ, ਆਪੇ ਬੁਝੈ, ਆਪੇ ਆਪ ਸਮਾਇੰਦਾ, ਆਪ ਹੀ ਵਨੈਸ ਇੰਜੋਏ ਕਰਦਾ, ਆਪਣੀ ਸਾਰੀ ਸ੍ਰਿਸ਼ਟੀ ਨੂੰ ਰੱਬ ਜੀ ਦੇ ਅਧੀਨ, ਰੱਬ ਜੀ ਦੇ ਨਿਯਮਾਂ ਦੇ ਅਧੀਨ, ਵਿਜ਼ਡਮ ਦੇ ਅਧੀਨ ਚਲਾਉਣ ਜੋਗਾ ਹੋ ਗਿਆ। ਗਿਆਨ ਨਾਲ ਮਰਜ ਹੋ ਗਿਆ, ਵਿਜ਼ਡਮ ਨਾਲ ਮਰਜ ਹੋ ਗਿਆ। ਠੀਕ ਹੈ ਜੀ। ਅਸਹਿਮਤੀ ਤੁਸੀਂ ਸਾਰੇ ਕਰ ਸਕਦੇ ਹੋ। ਮੈਨੂੰ ਜਿੰਨੀ ਸਮਝ ਆ ਉਹ ਮੈਂ ਸਾਂਝ ਕੀਤੀ ਹੈ। ਮੈਂ ਸਮਾਂ ਜ਼ਿਆਦਾ ਲੈ ਗਿਆ, ਉਹਦੀ ਮੈਂ ਇਕਬਾਲ ਸਿੰਘ ਜੀ ਮਾਫੀ ਮੰਗਦਾ। ਧੰਨਵਾਦ ਵੀਰ ਜੀ। ਆਪ ਜੀ ਨੇ ਸਾਰੇ ਹੀ ਉਹਨਾਂ ਦਾ ਵੀ ਨਾਂ ਲਿਆ, ਭਾਵੇਂ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਨਾਮ ਲਿਆ ਤੇ ਹੋਰਨਾਂ ਦਾ ਵੀ ਆਪ ਜੀ ਨੇ ਨਾਮ ਲਿਆ, ਟੀਕਾਕਾਰਾਂ ਦਾ ਨਾਮ ਲਿਆ। ਸਭ ਦੇ ਕਿਧਰੇ ਨਾ ਕਿਧਰੇ ਵਿਚਾਰ, ਕਿਧਰੇ ਨਾ ਕਿਧਰੇ ਥੋੜੇ ਬਹੁਤਾ ਫਰਕ ਆਉਂਦੇ ਹਨ, ਜ਼ਰੂਰ ਫਰਕ ਆਉਂਦੇ ਹਨ, ਪਰ ਧਿਆਨ ਅਸੀਂ ਇਹ ਦੇਣਾ ਹੈ ਕਿ ਗੁਰੂ ਸਾਹਿਬ ਕੀ ਕਹਿ ਰਹੇ ਹਨ। ਧਿਆਨ ਅਸੀਂ ਇਸ ਪਾਸੇ ਦੇਣਾ ਹੈ ਕਿ ਗੁਰੂ ਸਾਹਿਬ ਕੀ ਕਹਿ ਰਹੇ ਹਨ। ਅੱਜ ਦੀ ਵੀ ਗਣਤ ਦੇ ਬਾਰੇ ਜਿਹੜੀ ਵਿਚਾਰ ਹੋਈ, ਆਪ ਜੀ ਨੇ ਸਮਝਾਣਾ ਕੀਤਾ ਕਿ ਗਿਣਤੀਆਂ ਵਿੱਚ ਨਹੀਂ ਪੈਣਾ। ਹਰਵਿੰਦਰ ਵੀਰ ਜੀ ਨੇ ਵੀ ਆਪਣੇ ਹਿਸਾਬ ਨਾਲ ਸਮਝਾਇਆ ਕਿ ਗਿਣਤੀਆਂ ਵਿੱਚ ਨਹੀਂ ਪੈਣਾ। ਸਤਿਗੁਰੂ ਜੀ ਵੀ ਉਹੀਓ ਗੱਲ ਸਮਝਾ ਰਹੇ ਹਨ। ਸ਼ਾਇਦ ਅਲਫਾਜ਼ ਵੱਖਰੇ ਵੱਖਰੇ ਹਨ, ਪਰ ਗੱਲ ਸਾਰਿਆਂ ਨੇ ਇੱਕੋ ਹੀ ਕੀਤੀ। ਹਾਂਜੀ, ਭਾਵੇਂ ਇਕਬਾਲ ਵੀਰ ਜੀ ਨੇ ਕੀਤੀ ਹੈ, ਭਾਵੇਂ ਸੁਖਵਿੰਦਰ ਵੀਰ ਜੀ ਨੇ ਕੀਤੀ ਹੈ, ਹਰਵਿੰਦਰ ਵੀਰ ਜੀ, ਭੂਆ ਜੀ, ਆਪ ਜੀ ਨੇ ਕੀਤੀ ਹੈ। ਕੋਈ ਵੀ ਇਸ ਗੱਲ ਦੀ ਪ੍ਰੋੜਤਾ ਨਹੀਂ ਕਰਦਾ ਕਿ ਗਿਣਤੀ ਦੇ ਮਾਲਾ ਫੇਰੀ ਜਾਏ, ਗਿਣ ਗਿਣ ਕੇ ਗੁਰਦੁਆਰੇ ਜਾਇਆ ਜਾਏ, ਗਿਣ ਗਿਣ ਕੇ ਪਾਠ ਕੀਤੇ ਜਾਣ। ਬਿਲਕੁਲ ਸਾਰਿਆਂ ਨੇ ਇੱਕੋ ਹੀ ਵਿਚਾਰ ਰੱਖੀ ਹੈ, ਇਸ ਗੱਲ ਤੋਂ ਸਾਰਿਆਂ ਦੀ ਸਹਿਮਤੀ ਹੈ। ਧੰਨਵਾਦ ਆਪ ਜੀ ਦਾ। ਜੀ ਸੁਖਵਿੰਦਰ ਵੀਰ ਜੀ, ਆਪ ਜੀ ਵੀ ਵਿਚਾਰ ਰੱਖਿਆ ਜੀ। ਹਾਂਜੀ ਵੀਰ ਜੀ, ਜਿਹੜਾ ਇਹ ਬੰਦ ਹੈ ਨਾ, ਹੁਣ ਜਦੋਂ ਸਤਿਗੁਰੂ ਜੀ ਸਾਨੂੰ ਕਈ ਜਗ੍ਹਾ ਤੇ ਸ਼ੇਅਰ ਕਰਦੇ ਹਨ ਨਾ ਵੀ ਆਪ ਜਪੋ, ਅਵਰਾ ਨਾਮ ਜਪਾਵੋ, ਤੇ ਜਦੋਂ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਪਹਿਲਾਂ ਮਨ ਨੇ ਮਹਿਲ ਪ੍ਰਾਪਤ ਕਰਨਾ ਹੈ, ਫਿਰ ਇੱਕ ਇੱਕ ਜੀ ਜਨਤਾ ਨੂੰ ਵੀ ਉਸ ਮਹਿਲ ਦੇ ਵਿੱਚ, ਉਸ ਸੱਚ ਦੇ ਵਿੱਚ ਸਮਾਉਣਾ ਹੈ, ਸੱਚ ਦੇ ਵਿੱਚ ਉਹਨਾਂ ਨੂੰ ਵੀ ਮਰਜ ਕਰਨਾ ਹੈ। ਇੱਥੇ ਵੀ ਸਤਿਗੁਰੂ ਜੀ ਉਹੀ ਸਟੈਪ ਬਾਈ ਸਟੈਪ ਸਾਨੂੰ ਇਹ ਸਮਝਾ ਰਹੇ ਨੇ ਕਿ ਕਹਿੰਦੇ ਨੇ ਦੇਖੋ ਪਹਿਲਾਂ ਕੀ ਹੁੰਦਾ, ਕਹਿੰਦੇ ਨੇ ਪਹਿਲਾਂ ਕਹਿੰਦੇ ਨੇ ਗੁਰੂ ਦਾ ਸ਼ਬਦ ਰੂਪੀ ਹਰੀ, ਗੁਰ ਕਾ ਸ਼ਬਦ ਰੂਪੀ ਨਾਮ, ਗੁਰੂ ਦਾ ਸ਼ਬਦ ਰੂਪੀ ਹੁਕਮ ਮਨ ਵਿੱਚ ਆ ਕੇ ਵਸਦਾ ਹੈ। ਕਿਉਂਕਿ ਗੁਰੂ ਦੇ ਸ਼ਬਦ ਨੂੰ ਹੀ ਗੁਰਬਾਣੀ ਗੁਰੂ ਆਖਦੀ ਹੈ, ਨਾਮ ਆਖਦੀ ਹੈ, ਹਰੀ ਆਖਦੀ ਹੈ। ਉੱਪਰ ਵੀ ਆਖਦਾ, ਪਿਛਲੇ ਬੰਦ ਚ ਆਇਆ ਹਰ ਜੀਓ ਹਿਰਦਾ ਰੱਖੋ ਉਤਾਰੇ। ਉਸੇ ਹਰ ਜੀਓ ਲਫ਼ਜ਼ ਦੀ ਜਗ੍ਹਾ ਤੇ ਇੱਥੇ ਲਫ਼ਜ਼ ਵੱਜ ਰਹੇ ਨੇ, ਕਹਿੰਦੇ ਨੇ ਗੁਰ ਕਾ ਸ਼ਬਦ ਵਸੈ ਮਨ ਆਏ। ਉੱਪਰ ਕਹਿੰਦੇ ਨੇ ਰੱਖੋ ਉਤਾਰੇ, ਆਪਣੇ ਹਿਰਦੇ ਵਿੱਚ ਮਨ ਵਿੱਚ ਧਾਰ ਕੇ ਰੱਖੋ ਹਰ ਜੀਓ ਨੂੰ। ਇੱਥੇ ਕਹਿੰਦੇ ਨਹੀਂ, ਮਨ ਹਰ ਜੀਓ ਨੂੰ ਜੇ ਹਿਰਦੇ 'ਚ ਰੱਖ ਕੇ ਧਾਰ ਕੇ ਰੱਖਣਾ ਤੇ ਫਿਰ ਹਰ ਜੀਓ ਵਸੈ ਮਨ ਆਏ ਲਫ਼ਜ਼ ਯੂਜ਼ ਕਰਨਾ ਸੀ, ਸਾਨੂੰ ਸਮਝਾਉਣ ਲਈ, ਸਾਨੂੰ ਦ੍ਰਿੜ ਕਰਵਾਉਣ ਲਈ ਕਿ ਗੁਰਬਾਣੀ ਗੁਰੂ ਦੇ ਸ਼ਬਦ ਨੂੰ ਹੀ ਹਰ ਜੀਓ ਆਖਦੀ ਹੈ। ਜਦੋਂ ਅਸੀਂ ਆਪਣੇ ਮਨ ਦੇ ਵਿੱਚ ਆਪਣੀ ਮੱਤ, ਆਪਣੀ ਹਉਮੈ ਵਾਲੀ ਮੱਤ ਛੱਡ ਕੇ ਗੁਰੂ ਦੇ ਸ਼ਬਦ ਰੂਪੀ ਸੱਚ ਦੇ ਗਿਆਨ ਨੂੰ ਆਪਣੇ ਮਨ ਵਿੱਚ ਵਸਾ ਲੈਂਦੇ ਹਨ, ਉਸ ਕਹਿੰਦੇ ਗੁਰ ਕਾ ਸ਼ਬਦ ਹੈ ਮਨ ਆਏ। ਜਿਹੜਾ ਉਹ ਸੱਚ ਸਾਡੇ ਅੰਦਰ ਆਲਰੇਡੀ ਹੈ, ਹੁੰਦਾ ਹੈ, ਲੇਕਿਨ ਸਾਡਾ ਮਨ ਭਾਵ ਅਸੀਂ ਉਸ ਨੂੰ ਇਗਨੋਰ ਕਰਦੇ ਹਾਂ, ਉਸ ਨੂੰ ਸੁਣਦੇ ਨਹੀਂ, ਉਹਦੀ ਗੱਲ ਨੂੰ ਮੰਨਦੇ ਨਹੀਂ ਆ। ਕਿਉਂ? ਉਦੋਂ ਅਸੀਂ ਜਬ ਹਮ ਆਪਣੀ ਆਪਣੀ ਧਾਰੀ ਤਬ ਇਸਕੋ ਹੈ ਮੁਸ਼ਕਿਲ, ਅਸੀਂ ਆਪਣੀ ਧਾਰ ਕੇ ਰੱਖਦੇ ਹਾਂ।
ਉਹ ਪਿਛਲੀ ਵਾਰੀ ਸੀ ਜਿਹੜੀ ਜਦੋਂ ਅਸੀਂ ਆਪਣੀ ਧਾਰਦੇ ਆ ਉਹਨੂੰ ਕਹਿੰਦੇ ਨੇ ਤੂੰ ਆਪਣੀ ਹਉਮੈ ਦੀ ਮੱਤ ਧਾਰੀ ਹੋਈ ਹੈ। ਉਹਦੇ ਨਾਲ ਤੇਰਾ ਹਉਮੈ ਦਾ ਹੀ ਲੇਖਾ ਲਿਖਿਆ ਗਿਆ ਹੈ। ਤੇ ਜਦੋਂ ਅਸੀਂ ਉਹ ਵਾਲੀ ਆਪਣੀ ਆਪਣੀ ਧਾਰੀ ਛੱਡ ਦਿੰਦੇ ਹਾਂ, ਹਰਜੀਓ ਨੂੰ ਧਾਰ ਕੇ ਰੱਖਦੇ ਆ, ਜਿਹਨੂੰ ਕਹਿੰਦੇ ਨੇ ਹਰਜੀਓ ਨੂੰ ਧਾਰਨਾ ਸ਼ੁਰੂ ਕਰਦੇ ਆ ਤੇ ਹਰਜੀਓ ਅੰਦਰ ਆ ਕੇ ਵਸ ਜਾਂਦਾ ਹੈ। ਭਾਵ ਗੁਰੂ ਦਾ ਸ਼ਬਦ ਰੂਪੀ ਗੁਰੂ ਦੇ ਸ਼ਬਦ ਦੇ ਦੁਆਰਾ ਜੋ ਨਾਮ ਸੱਚ ਦਾ ਗਿਆਨ ਮਿਲਦਾ ਉਹ ਸਾਡੇ ਮਨ ਚ ਆ ਕੇ ਵਸ ਜਾਂਦਾ। ਭਾਵ ਸਾਡੇ ਵਿਚਾਰ ਸੱਚ ਦੇ ਖਿਆਲਾਂ ਵਾਲੇ, ਸੱਚ ਦੇ ਗਿਆਨ ਵਾਲੇ ਸਾਡੇ ਵਿਚਾਰ ਹੋ ਜਾਂਦੇ। ਸੱਚ ਦਾ ਗਿਆਨ ਹੀ ਹੁਣ ਸਾਡੀ ਬੋਡੀ, ਪੂਰੀ ਸਾਡੀ ਬੋਡੀ ਤੇ ਕੰਟਰੋਲ ਸੱਚ ਦਾ ਹੋ ਜਾਂਦਾ ਹੈ। ਫਿਰ ਅਸੀਂ ਆਪ ਵੀ ਜੋ ਸਾਡੇ ਵਿਚਾਰ ਹੈ ਉਸ ਨੂੰ ਗੁਰਬਾਣੀ ਅਸੀਂ ਆਪ ਕਹਿੰਦੇ ਨੇ, ਜੋ ਅਸੀਂ ਆਪ ਵੀ ਹੁਣ ਸੱਚ ਹੋ ਗਿਆ ਤੇ ਬਾਕੀ ਬੋਡੀ ਦੇ ਇੱਕ ਇੱਕ ਇੰਦਰੀ ਗਿਆਨ ਇੰਦਰੀ ਨੂੰ ਵੀ ਉਹ ਫਿਰ ਸੱਚ ਆਪ ਸੱਚ ਦੀ ਦਾਤ ਦਿੰਦਾ ਹੈ, ਉਹਨਾਂ ਨੂੰ ਵੀ ਉਹ ਸੱਚ ਜਪਾਉਂਦਾ ਹੈ। ਇਹਨੂੰ ਕਹਿੰਦੇ ਨੇ ਅਵਰਾ ਨਾਮ ਜਪਾ। ਉਹ ਇਸੇ ਨੂੰ ਹੀ ਸੁਖਮਨੀ ਸਾਹਿਬ ਕਹਿੰਦੇ ਨੇ ਆਪ ਜਪਾਏ ਜਪੈ ਸੋ ਨਾਮ। ਪਹਿਲਾ ਮਨ ਨੂੰ ਆਪ ਆਪਣੇ ਆਪ ਨੂੰ ਨਾਮ ਦੇ ਵਿੱਚ, ਹੁਕਮ ਦੇ ਵਿੱਚ ਮਰਜ ਕਰਨਾ ਪੈਂਦਾ। ਸੱਚ ਦੇ ਗਿਆਨ ਨੂੰ ਪਹਿਲਾ ਮਨ ਆਪ ਧਾਰਨ ਕਰੇਗਾ, ਆਪ ਇਸ ਨੂੰ ਕਹਿੰਦੇ ਨੇ ਆਪ ਜਪੇ, ਫਿਰ ਉਹ ਦੂਜਿਆਂ ਨੂੰ ਜਪਾਉਂਦਾ ਹੈ। ਪਹਿਲਾ ਮਨ ਕੀ ਕਰਦਾ ਸੀ? ਪਹਿਲਾਂ ਸਾਡਾ ਮਨ ਕੀ ਕਰਦਾ ਸੀ? ਆਪ ਹਉਮੈ ਵਿੱਚ ਫਸਿਆ ਹੋਇਆ ਸੀ, ਹਉਮੈ ਨੂੰ ਕਰਤਾ, ਹਉਮੈ ਰੂਪੀ ਕਰਤਾ ਬਣਿਆ ਹੋਇਆ ਸੀ। ਸਭ ਜਗ ਮੂਆ ਹਉਮੈ ਵਿੱਚ ਆਪ ਵੀ ਮਰਿਆ ਹੋਇਆ ਸੀ, ਵਿਕਾਰਾਂ ਵਿੱਚ, ਅਵਗੁਣਾ ਵਿੱਚ, ਸਾਰੀ ਬੋਡੀ ਦੇ ਇੱਕ ਅੰਗਾਂ ਨੂੰ ਵੀ ਡਿਸਟਰਬ ਕਰਕੇ ਰੱਖਿਆ ਹੋਇਆ। ਲੇਕਿਨ ਹੁਣ ਨਹੀਂ, ਹੁਣ ਮਨ ਤਾਂ ਖਤਮ ਹੋ ਗਿਆ, ਮਨ ਮਰਜ ਹੋ ਜਾ ਕੇ ਮਨ ਦੀ ਹਸਤੀ ਖਤਮ ਹੋ ਜਾਂਦੀ ਹੈ। ਹੁਣ ਉੱਥੇ ਮਨ ਦੀ ਜਗ੍ਹਾ ਤੇ ਗੁਰੂ ਦਾ ਸ਼ਬਦ, ਭਾਵ ਸੱਚ, ਭਾਵ ਹੁਣ ਗੁਰੂ ਦੇ ਸੱਚ ਦਾ ਗਿਆਨ, ਉਹ ਵਿਚਾਰਧਾਰਾ ਵਸ ਰਹੀ ਹੈ ਸਾਡੇ ਅੰਦਰ। ਉਹ ਵਿਚਾਰਧਾਰਾ ਦੇ ਨਾਲ ਹੀ ਫੇਰ ਉਹ ਵਿਚਾਰਧਾਰਾ ਹੀ ਜਿਸ ਨੂੰ ਆਸਾ ਦੀ ਵਾਰ ਚ ਕਹਿੰਦੇ ਨੇ ਨਾਨਕ ਹੁਕਮੈ ਅੰਦਰ ਵੇਖੈ। ਫਿਰ ਉਹ ਹੁਕਮ, ਉਹ ਸੱਚ ਦਾ ਗਿਆਨ ਹੀ ਵੇਖਦਾ ਅੰਦਰ, ਇੱਕ ਇੱਕ ਖਿਆਲ ਨੂੰ ਵੇਖਦਾ ਵੀ ਕਿਤੇ ਵੀ ਭੁੱਲ ਕੇ ਵੀ ਗਲਤੀ ਨਾਲ ਵੀ ਕਿਤੇ ਬੁਰਾ ਖਿਆਲ ਨਾ ਆ ਜਾਈਏ। ਬੁਰੇ ਖਿਆਲ ਦਾ ਨੁਕਸਾਨ ਕੀ ਹੁੰਦਾ? ਬੁਰੇ ਖਾਮ ਕੋ ਉੱਠ ਖਲੋਇਆ ਹੋਣ ਲੱਗ ਜਾਂਦਾ ਹੈ। ਬੁਰੇ ਖਿਆਲ ਨੂੰ ਅਗਰ ਬੁਰਾ ਖਿਆਲ ਅੰਦਰ ਆਉਣ ਲੱਗ ਜਾਏ ਤੇ ਬੁਰੇ ਖਿਆਲ ਦੇ ਅਕੋਰਡਿੰਗ ਕਰਮ ਕਰਨ ਨੂੰ ਮਨ ਕਰਨ ਲੱਗ ਜਾਂਦਾ ਹੈ। ਉਹਨੂੰ ਅੰਦਰ ਹੀ ਨਹੀਂ ਆਉਣ ਦਿੱਤਾ ਜਦੋਂ ਵੇਖਦਾ। ਫਿਰ ਹੁਣ ਸਤਿਗੁਰੂ ਜੀ ਆਪ ਸੱਚ ਦਾ ਗਿਆਨ ਜਦੋਂ ਸਾਡੇ ਅੰਦਰ ਹੋ ਜਾਂਦਾ ਤਾਂ ਸੱਚ ਦਾ ਗਿਆਨ ਹੀ ਫਿਰ ਵੇਖਦਾ ਹੈ ਕਿ ਹੁਣ ਇਹਦੇ ਅੰਦਰ ਕੋਈ ਜਮ ਦਾ ਖਿਆਲ, ਕੋਈ ਮਨ ਦਾ ਮਤ, ਦੂਜਾ ਭਾਵ ਨਾ ਅੰਦਰ ਆਏ। ਉਹ ਵੇਖਦਾ ਤੇ ਆਪ ਹੀ ਬੁੱਝਦਾ ਹੈ। ਇੱਕ ਇੱਕ ਅੰਦਰਲੇ ਜੀ ਜੰਤ ਦੀ ਹਾਲਤ ਬੁੱਝਦਾ ਹੈ। ਉਹ ਕੌਣ? ਸੱਚ। ਉਹ ਬੁੱਝਦਾ ਹੈ ਕਿ ਇਹ ਵੀ ਸਾਰੇ ਉਸੇ ਨੂੰ ਕਹਿੰਦੇ ਨੇ ਹਉਮੈ ਬੁੱਝੈ ਤਾਂ ਦਰ ਸੁਝੈ। ਉਦੋਂ ਹਉਮੈ ਨੂੰ ਬੁੱਝ ਕੇ ਜਿਹਨਾਂ ਨੂੰ ਇਹ ਦਰ ਪ੍ਰਾਪਤ ਹੁੰਦਾ ਨਾ ਸੱਚ ਦਾ, ਫਿਰ ਉਦੋਂ ਸੱਚ ਸਾਰਿਆਂ ਦੀ ਅਵਸਥਾ ਬੁੱਝਦਾ। ਉਹਨੂੰ ਦਿਖਦਾ ਹੈ ਵੀ ਇਹ ਸਾਰੇ ਵੀ ਹਉਮੈ ਵਿੱਚ ਫਸੇ ਹੋਏ ਨੇ, ਇਹਨਾਂ ਨੂੰ ਵੀ ਸੱਚ ਦੇ ਵਿੱਚ ਮਿਲਾਣਾ ਹੈ। ਉਹਦੇ ਵਿੱਚ ਜਿਹੜਾ ਹੁਣ ਜਨਾਂ ਨੂੰ ਸੱਚ ਦੇ ਵਿੱਚ ਮਿਲਾਣਾ ਹੈ। ਦੇਖੋ ਪਹਿਲਾਂ ਮਨ ਦਾ ਲੇਖਾ ਖਤਮ ਹੁੰਦਾ ਹੈ, ਫਿਰ ਇਹ ਸਾਰੇ ਜੀ ਜਨਤਾ ਦਾ ਲੇਖਾ ਖਤਮ ਹੁੰਦਾ ਹੈ। ਜਿਹੜੀ ਪਿਛਲੇ ਹਉਮੈ ਗਣਤ ਦੀ ਗੱਲ ਆ ਰਹੀ ਹੈ ਨਾ, ਉਹਦੇ ਵਾਸਤੇ ਸਤਿਗੁਰੂ ਜੀ ਨੇ ਬੜਾ ਪਿਆਰਾ ਇੱਕ ਲਫ਼ਜ਼ ਤੁਕ ਗੁਰਬਾਣੀ ਦੇ ਵਿੱਚ ਇਸਤੇਮਾਲ ਕੀਤੀ ਹੈ। ਉਹਦੇ ਵਿੱਚ ਕਹਿੰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਕਿ ਅਗਰ ਹੋ ਸਕੇ ਤਾਂ ਡਿਸਪਲੇ ਕਰਨਾ ਵੀ ਜੀ ਅਵਲੀ ਤੁਕ, ਕਹਿੰਦੇ ਨੇ ਮਿਟ ਗਈ ਗਣਤ ਬਿਨਾਸਿਓ ਸੰਸਾ। ਅੱਗੇ ਕੀ ਕਹਿੰਦੇ ਨੇ ਨਾਮ ਰਤੇ ਜਨ ਭਏ ਭਗਵੰਤਾ। ਦੇਖੋ ਮਿਟ ਗਈ ਗਣਤ ਬਿਨਾਸਿਓ ਸੰਸਾ। ਸਾਰੇ ਸੰਸੇ, ਸਹਿਮ, ਡਰ, ਵਿਰੋਧ ਸਭ ਕੁਝ ਬਿਨਸ ਜਾਂਦਾ ਹੈ। ਕਦੋਂ? ਜਦੋਂ ਇਹ ਹਉਮੈ ਵਾਲਾ ਲੇਖਾ ਖਤਮ ਹੁੰਦਾ ਹੈ। ਇਹ ਗਣਤ ਮਿਟਣੀ ਹੀ ਪਾਵੇ, ਹਉਮੈ ਖਤਮ, ਹਉਮੈ ਦਾ ਲੇਖਾ ਮਿਟਾਣਾ ਹੀ ਕਹਿੰਦੇ ਨੇ। ਅੱਗੇ ਕੀ ਹੁੰਦਾ? ਕਹਿੰਦੇ ਨੇ ਨਾਮ ਰਤੇ। ਹਉਮੈ ਦੇ ਲੇਖਾ ਮਿਟਦੇ ਸਾਰ ਹੀ ਅੰਦਰ ਨਾਮ ਵਾਸਤੇ ਸਾਰੇ ਜੰਤ, ਸਾਰੇ ਜਨ ਦੇ ਨੰਨੇ ਨੂੰ ਔਂਕੜ ਨਹੀਂ ਹੈ, ਪਲੂਰਲ ਫਾਰਮ ਵਿੱਚ ਹੈ। ਸਾਰੇ ਜਨ ਨਾਮ ਵਿੱਚ ਰਤੇ ਜਾਂਦੇ ਨੇ ਤੇ ਕਹਿੰਦੇ ਨੇ ਕੀ ਹੋ ਜਾਂਦਾ? ਇੱਕ ਜੰਤ ਅੰਤਲਾ ਉਹ ਵੀ ਭਗਵੰਤਾ ਹੋ ਜਾਂਦਾ ਹੈ। ਉਹ ਵੀ ਸੱਚ ਦੇ ਵਿੱਚ, ਪਹਿਲਾਂ ਮਨ ਸੱਚ ਦੇ ਵਿੱਚ ਲੀਨ ਹੋ ਗਿਆ ਸੀ, ਸੱਚ ਸਰੂਪ ਬਣ ਗਿਆ ਸੀ। ਹੁਣ ਇੱਕ ਜੀ ਜੰਤ ਤੱਕ ਸੱਚ ਵਰਤ ਜਾਂਦਾ ਹੈ। ਨਾਮ ਦੇ ਵਿੱਚ ਰਤੇ ਹੋ ਜੇ, ਭਾਵ ਸਾਰੇ ਜਨ ਭਗਵੰਤ ਕਿਵੇਂ ਬਣ ਜਾਂਦੇ ਹਨ? ਭਾਵ ਕੇ ਨਾਮ ਵਿੱਚ ਰਤੇ ਜਾਂਦੇ ਹਨ, ਨਾਮ ਵਿੱਚ ਕਾਰ ਕਰਨ ਲੱਗ ਜਾਂਦੇ ਹਨ। ਅਸੀਂ ਵੀ ਸਾਡੇ ਵਿਚਾਰ ਵੀ ਨਾਮ ਵਾਲੇ ਵਿਚਾਰ ਬਣ ਜਾਂਦੇ ਹਨ। ਸਾਡੇ ਇੱਕ ਇੰਦਰੀ ਗਿਆਨ ਇੰਦਰੀ ਦਾ ਵੀ ਵਿਚਾਰ ਨਾਮ ਵਾਲੇ ਬਣ ਜਾਂਦੇ। ਸਾਰਿਆਂ ਦਾ ਹੁਕਮ ਵਿੱਚ ਸਾਰੇ ਕਾਰ ਕਰਨ ਲੱਗ ਜਾਂਦੇ। ਇਹ ਹੈ ਮਨ ਦਾ ਵੀ ਭਗਵੰਤ ਬਣਨਾ ਤੇ ਅੰਦਰਲੇ ਜੀਆਂ ਜਨਤਾ ਦੇ ਭਗਵੰਤ ਬਣਨ ਦਾ ਭਾਵ ਨਾਮ ਵਿੱਚ ਰਤੇ ਹੋ ਕੇ, ਹੁਕਮ ਵਿੱਚ ਰਤ ਕੇ
ਹੁਕਮ ਨੂੰ ਬੁੱਝ ਕੇ ਹੁਕਮ ਵਿਚਕਾਰ ਕਰਨ ਲੱਗ ਜਾਂਦੇ। ਜਦੋਂ ਅਸੀਂ ਸਾਡੀ ਸਾਰੀ ਬੋਡੀ, ਇਸੇ ਨੂੰ ਸਰੀਰ ਆਖਦੇ ਨੇ, ਇਸੇ ਨੂੰ ਜਨ ਆਖਦੇ ਨੇ ਪਲੂਰਲ ਫਾਰਮ ਦੇ ਵਿੱਚ, ਇਸੇ ਨੂੰ ਹੀ ਸੰਸਾਰ ਵੀ ਆਖਦੇ ਨੇ। ਇਹ ਸਾਰੇ ਨਿਰਮਲ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ। ਇਸ ਨੂੰ ਪਹਿਲਾਂ ਤਾਂ ਕਹਿੰਦੇ ਸੀ ਜੀ ਜੰਤ ਸਭ ਸ਼ਰਨ ਤੁਮਾਰੀ, ਪਹਿਲਾਂ ਸ਼ਰਨ ਚ ਆਉਂਦੇ ਨੇ, ਤੇ ਕਹਿੰਦੇ ਨੇ ਜੀ ਜੰਤ ਸਭ ਪਏ ਪਵਿੱਤਰਾ, ਪਵਿੱਤਰ ਹੋ ਜਾਣ। ਕਿਉਂ? ਹੁਕਮ ਵਿਚਕਾਰ ਕਰਨ ਲੱਗ ਜਾਂਦੇ। ਜਿਹੜਾ ਇਹਨਾਂ ਦੀ ਹਉਮੈ ਜਾਂ ਲੇਖਾ ਸੀ ਨਾ, ਇਹਨਾਂ ਸਾਰਿਆਂ ਦੇ ਲੇਖੇ, ਹਉਮੈ ਦੇ ਲੇਖੇ ਖਤਮ ਹੋ ਜਾਂਦੇ ਨੇ। ਇਹ ਭਗਵੰਤ ਬਣ ਜਾਂਦੇ ਨੇ। ਪਹਿਲਾਂ ਮਨ ਦੇ ਵਿੱਚ ਭਗਵੰਤ ਵਸਦਾ ਹੈ, ਪਹਿਲਾਂ ਮਨ ਦੇ ਵਿੱਚ ਸੱਚ ਵਸਦਾ ਹੈ, ਫਿਰ ਉਹ ਸੱਚ ਇਹਨਾਂ ਸਾਰਿਆਂ ਨੂੰ ਸੱਚ ਦਾ ਉਪਦੇਸ਼ ਦੇ ਕੇ ਇਹਨਾਂ ਸਾਰਿਆਂ ਨੂੰ ਵੀ ਸੱਚ ਵਿੱਚ ਸਮਾ ਲੈਂਦਾ ਹੈ। ਇਹ ਸਾਰੇ ਵੀ ਸੱਚ ਵਿੱਚ ਸਮਾ ਜਾਂਦੇ। ਇਹਨੂੰ ਕਹਿੰਦੇ ਨੇ ਆਪੈ ਆਪ ਸਮਾਏਦਾ। ਉਹ ਆਪ ਸੱਚ ਇਹਨਾਂ ਨੂੰ ਸੱਚ ਦਾ ਉਪਦੇਸ਼ ਦੇ ਕੇ ਇਹਨਾਂ ਨੂੰ ਆਪਣੇ ਆਪ ਵਿੱਚ ਸੱਚ ਵਿੱਚ ਸਮਾ ਲੈਂਦਾ ਹੈ। ਹਾਂਜੀ, ਧੰਨਵਾਦ ਵੀਰ ਜੀ। ਆਪ ਜੀ ਦੇ ਮਨ ਨੂੰ ਕਿਸ ਤਰ੍ਹਾਂ ਪਵਿੱਤਰ ਕਰੀਦਾ ਹੈ ਔਰ ਮਨ ਕਿਸ ਤਰੀਕੇ ਦੇ ਨਾਲ ਗੁਰੂ ਦੇ ਸ਼ਬਦ ਦੇ ਨਾਲ ਪਵਿੱਤਰ ਹੋ ਕੇ ਪੂਰੇ ਅੰਦਰ ਦੀ ਸ੍ਰਿਸ਼ਟੀ ਨੂੰ ਸਵਾਰਦਾ, ਆਪ ਜੀ ਨੇ ਸਮਝਾਣਾ ਕੀਤਾ। ਧੰਨਵਾਦ ਆਪ ਜੀ ਦਾ। ਅੱਜ 2 ਪਦਿਆਂ ਦਾ ਪਾਠ ਹੋਇਆ, आओ रल मिल के पाठ कर लिए, फिर पाठ सेशन की समाप्ति है, उपरंत सवाल जवाब का सेशन आरंभ होना है। हऊं मैं गणत गुर शब्द निवारे, हर जियो हृदय हर जियो हृदय रखो उर तारे, गुर के शब्द सदा सालाहे, मिल साचे सुख पाएंदा, सो चेते जिस आप चेताए, गुर के शब्द वसै मन आए, आपे वेखे आपे बूझे, आपे आप समाएंदा, आपे आप समाएंदा। या बेअंत भुलां दी किमा। वाहिगुरू जी का खालसा, वाहिगुरू जी की फतेह। तजिंदर जी कोई सवाल है तो ले लिया जाए। विजी विसाखी माफ मैं 2 दिन तो हाजिरी नहीं सीगी मेरी, मैं बाहर सीगा दिल्ली तो। ਤੇ ਅਗਰ ਕਿਸੇ ਵੀਰ ਜਾਂ ਭੈਣ ਜੀ ਦਾ ਕੋਈ ਸਵਾਲ ਹੈਗਾ ਤੇ ਹੈਂਡ ਰੇਜ਼ ਕਰਕੇ ਪਾ ਦੇਣ ਜਾਂ ਚੈਟ ਬਾਕਸ ਵਿੱਚ ਪਾ ਦੇਣ, ਅਸੀਂ ਉਹ ਸਵਾਲ ਲੈ ਲਾਂਗੇ। ਤੇ ਮੇਰੇ ਕੋਲ ਪੈਂਡਿੰਗ ਜਿਹੜੇ ਸੀਗੇ ਉਹ ਮੈਨੂੰ ਹੁਣ WhatsApp ਤੇ ਜਾ ਕੇ ਚੈੱਕ ਕਰਨੇ ਪੈਣਗੇ, ਇਸ ਕਰਕੇ ਵਿਸਾਖੀ ਮਾਫ ਅੱਜ ਮੈਂ ਚੈੱਕ ਨਹੀਂ ਕਰ ਪਾਇਆ। ਅਗਰ ਕਿਸੇ ਭੈਣ ਜੀ ਜਾਂ ਵੀਰ ਦਾ ਪੈਂਡਿੰਗ ਹੈਗਾ, ਪ੍ਰਦੀਪ ਜੀ ਜਾਂ ਕਿਸੇ ਨੂੰ ਕੋਈ ਸਵਾਲ ਹੈਗਾ ਤੇ ਪਲੀਜ਼ ਹੈਂਡ ਰੇਜ਼ ਕਰ ਲਓ ਜਾਂ ਚੈਟ ਬਾਕਸ ਵਿੱਚ ਪਾ ਦਿਓ, ਅਸੀਂ ਉਹਨਾਂ ਦੇ ਸਵਾਲ ਲੈ ਲਾਂਗੇ। ਤਜਿੰਦਰ ਵੀਰ ਜੀ। ਹਾਂਜੀ ਵੀਰ ਜੀ, ਸੁਖਵਿੰਦਰ ਵੀਰ ਜੀ। ਵੀਰ ਜੀ ਆਪਾਂ ਨਾ ਪਿੱਛੇ ਜੇ 2-4 ਦਿਨ ਪਹਿਲਾਂ ਸੰਗਤ ਤੋਂ ਨਾ ਆਪਾਂ ਉਸ ਵਿਚਾਰ ਲੈਣ ਦੇ ਬਾਰੇ ਸੋਚ ਰਹੇ ਸੀ, ਆਪਣਾ ਰਹਿ ਗਿਆ ਸੀ। ਜੇ ਆਪਾਂ ਉਹੀ ਵੀਰ ਜੀ ਉਹ ਤੇ ਸੈਟਰਡੇ ਲੈ ਸਕਦੇ ਹਾਂ ਕਿਉਂਕਿ 15 ਮਿੰਟ ਰਹਿ ਗਏ ਨੇ ਔਰ ਉਹ ਵਿਚਾਰਾ ਲੱਭੇ। ਠੀਕ ਹੈ ਠੀਕ ਹੈ ਕਿਉਂਕਿ ਵਰਕਿੰਗ ਡੇ ਹੈ ਵੀਰ ਜੀ, ਉਹ ਸੈਟਰਡੇ ਅਸੀਂ ਕਰਨਾ ਹੈ ਵੀਰ ਜੀ। ਉਸ ਦਿਨ ਵੀਰ ਜੀ 21 ਪਦੇ ਦਾ ਪਾਠ ਕਰਾਂਗੇ ਔਰ 9 ਵਜੇ ਕੋਈ ਗੱਲ ਨਹੀਂ ਆਰੰਭ ਕਰ ਦਿਆਂਗੇ। ਓਕੇ ਵੀਰ ਜੀ, ਓਕੇ ਜੀ। ਅੱਧਾ ਪੌਣਾ ਘੰਟਾ ਅਸੀਂ ਹੋ ਜਾਣਾ। ਅਸੀਂ ਸੰਗਤ ਨੂੰ ਇਨਵੋਲਵ ਕਰਨਾ ਚਾਹੋ ਤੇ ਕੋਈ ਹੋਰ ਵਿਚਾਰ ਲੈ ਸਕਦੇ ਹਾਂ। ਅਸੀਂ ਸੰਗਤ ਵਿੱਚੋਂ ਕਿਸੇ ਦਾ ਕੋਈ ਸਵਾਲ ਹੈਗਾ ਤੇ ਪਲੀਜ਼ ਚੈਟ ਬਾਕਸ ਵਿੱਚ ਪਾ ਦਿਓ ਜਾਂ ਆਪਣੀ ਹੈਂਡ ਰੇਜ਼ ਕਰ ਲਿਓ। ਹਾਂਜੀ ਸੰਜੀਤ ਸਿੰਘ ਜੀ, ਅਗਰ ਆਪ ਜੀ ਦਾ ਸਵਾਲ ਹੈਗਾ ਤੇ ਵੀਰ ਜੀ ਪਲੀਜ਼ ਸ਼ਾਰਟ ਵਿੱਚ ਕਰਨਾ क्योंकि सवाल भूपिंदर वीर जी भी कुछ कहना चाह रहे हैं। संजीव सिंह जी अपना सवाल जी पहले आप जी बोलो। भूपिंदर वीर जी पहले आप जी बोलो। हेलो। हाँ जी वीर जी। हाँ जी, मैं ना जिस दिन मेरे ख्याल थर्सडे या फ्राइडे बोल रहा सी ते मैं स्क्रीन ते क्वेश्चन नोट नहीं किया। ਮੈਨੂੰ ਬਾਅਦ ਹੀ ਪਤਾ ਲੱਗਾ ਵੀ ਕਿਸੇ ਨੇ ਕੁਐਸਚਨ ਪੁੱਛਿਆ ਸੀ ਬਈ ਵੀਰ ਜੀ ਕਲੀਅਰ ਕਰੋ ਕਿ ਮਨ ਦੀ ਦੇਹ ਕਿਹੜੀ ਹੁੰਦੀ ਹੈ। ਉਹ ਕੁਐਸਚਨ ਉਹਨਾਂ ਦਾ ਪੈਂਡਿੰਗ ਰਹਿ ਗਿਆ ਤੇ ਮੈਂ ਉਹਨਾਂ ਨੂੰ ਜਵਾਬ ਨਹੀਂ ਦੇ ਪਾਇਆ ਕਿਉਂਕਿ ਮੈਂ ਤੁਹਾਡੇ ਸਕੇਜੂਲ ਤੋਂ ਬਾਹਰ ਨਹੀਂ ਜਾ ਸਕਦਾ, ਨਾ ਜਾਣਾ ਚਾਹੀਦਾ ਹੈ। ਤੇ ਜੇ ਤੁਸੀਂ ਅਲਾਉ ਕਰੋ ਤਾਂ ਅੱਜ ਉਹਨਾਂ ਦਾ ਆਨਸਰ ਕਰ ਲੈਂਦੇ ਆ। ਬਿਲਕੁਲ ਵੀਰ ਜੀ, ਬਿਲकुल ਵੀਰ ਜੀ। ਆਪ ਜੀ ਉਹ ਭੁਪਿੰਦਰ ਵੀਰ ਜੀ ਇੱਕ ਮਿੰਟ, ਜੇ ਭੁਪਿੰਦਰ ਵੀਰ ਜੀ ਬੋਲਣ ਹੀ ਲੱਗੇ ਨੇ ਤੇ ਉਹਨਾਂ ਨੂੰ ਜਿਹੜਾ ਚਿੱਤ ਵੀ ਅਗਰ ਉਹ ਕਰ ਦੇਣ। ਕੱਲ ਸੁਰਤ ਮਤ ਬੁੱਧ ਦੀ ਵਿਚਾਰ ਹੋਈ ਸੀ, ਚਿੱਤ ਦੀ ਵੀ ਅਗਰ ਵਿਚਾਰ ਕਰ ਦੇਣ ਤੇ ਉਹ ਵੀ ਨਾਲ ਹੀ ਲੈ ਲਓ, ਸੁਰਤ ਮਤ ਬੁੱਧ ਔਰ ਚਿੱਤ। ठीक है जी। थैंक भूपिंदर वीर जी आप जी ने सुन लिया होना। भूपिंदर वीर जी क्वेश्चन। अच्छा
ਆਪ ਜੀ ਨੂੰ ਜਿਵੇਂ ਠੀਕ ਲੱਗੇ ਵੀਰ ਜੀ, ਪਹਿਲੇ ਆਪ ਜੀ ਪਹਿਲੇ ਵਾਲੀ ਵਿਚਾਰ ਦੇ ਦਿਓ, ਉਸ ਤੋਂ ਬਾਅਦ ਇਹ ਵਾਲੀ ਵਿਚਾਰ ਅਗਰ ਸਮਾਂ ਬਚੇਗਾ ਲੈ ਲਾਂਗੇ ਵੀਰ ਜੀ। ਅੱਛਾ ਜੀ ਵੀਰ ਜੀ। ਜਦੋਂ ਅਸੀਂ ਇਸ ਮਨ ਨੂੰ ਪੁੱਛਦੇ ਆ ਨਾ ਕਿ ਬਈ ਤੂੰ ਆਇਆ ਤੇ ਹੈ, ਤਾਂ ਸਾਡੇ ਉਹ ਆਪਣੇ ਤੇ ਟੁਕਾ ਕੇ ਪੁੱਛਦੇ ਆ, ਆਵਨਾ ਇਸ ਸ੍ਰਿਸ਼ਟ ਮੇ ਬਿਨ ਬੁਝੇ ਪਸ਼ੂ ਟੋਰ। ਅਸੀਂ ਜੇ ਅੰਦਰ ਦੀ ਸ੍ਰਿਸ਼ਟੀ ਚ ਆਏ ਆ ਔਰ ਸਾਨੂੰ ਸਤਿਗੁਰ ਦੀ ਮੱਤ ਸਮਝ ਨਹੀਂ ਆਈ ਹੈ, ਆਪਣਾ ਆਪ ਬੁੱਝ ਹੀ ਨਹੀਂ ਪਾਏ ਕਿ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਤਾਂ ਫਿਰ ਸਾਡਾ ਜੀਵਨ ਪਸ਼ੂਆਂ ਵਾਲਾ ਹੀ ਹੈ। ਉਹਨੂੰ ਕਹਿੰਦੇ ਨੇ ਪਸ਼ੂ ਮਾਨਸ ਚੰਮ ਪਲੇਟੇ ਅੰਦਰੋਂ ਕਰ ਲਿਆ, ਫਿਰ ਅਸੀਂ ਕਾਲਕ ਵਾਲਾ ਜੀਵਨ ਜੀਂਦੇ ਹਾਂ। ਸੋ ਜੇ ਉਹਨਾਂ ਨੇ ਪੁੱਛਿਆ ਨਾ ਅੰਦਰ ਦੀ ਦੇਹ ਮਨ ਕੀ ਦੇਹ, ਸੋ ਮਨ ਕੀ ਦੇਹ ਦੇ ਅੰਦਰ ਸਾਡੀ ਸੁਰਤ ਮਤ ਬੁੱਧ ਵੀ ਹੈ, ਮਨ ਕੀ ਦੇਹ ਦੇ ਅੰਦਰ ਸਾਡੇ ਜੀ ਜੰਤ ਵੀ ਹਨ। ਮਨ ਕੀ ਦੇਹ ਨੂੰ ਫਿਕਸ ਅਪ ਕਰਨ ਵਾਸਤੇ ਸਾਨੂੰ ਕਹਿੰਦੇ ਨੇ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀ ਹੈ ਇਵਕੰਤ ਮਿਲਾਵਾ ਹੋਏ। ਜੇ ਅਸੀਂ ਇਹ ਸਾਰੇ ਅੰਗ ਠੀਕ ਕਰ ਲਵਾਂਗੇ ਤਾਂ ਮੇਰਾ ਵਨੈਸ ਨਾਲ ਮਿਲਾਪ ਹੈ, ਵਰਨਾ ਮੇਰੇ ਅੰਗ ਰੂਹਲਾ ਟੁੰਡਾ ਅੰਦਲਾ ਕਹਿਗਾ ਲੱਗੇ ਤਾਏ ਵਾਲੇ ਹੋ ਜਾਣਗੇ। ਮੈਂ ਅੰਦਰੋਂ ਮਨ ਕਰਕੇ ਮਤ ਕਰਕੇ ਹੈਂਡੀਕੈਪ ਹੋ ਜਾਵਾਂਗਾ, ਮੇਰੀ ਸੁਰਤ ਮਤ ਬੁੱਧ ਕੁਝ ਵੀ ਕੰਮ ਨਹੀਂ ਕਰੇਗੀ। ਉਹਨੂੰ ਜਿਸ ਤਰ੍ਹਾਂ ਟਰਮੀਨਲ ਇਲ ਹੁੰਦਾ ਨਾ ਪੇਸ਼ੈਂਟ, ਉਹ ਵਾਲਾ ਹਾਲ ਹੋ ਜਾਂਦਾ ਮੇਰਾ ਮਨ ਦੇ ਤਲ ਤੇ। ਸੋ ਮਨ ਨੂੰ ਅੱਖੀ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ, ਇਹੋ ਜੀਵਤ ਮਰਨਾ। ਇਸ ਤਰ੍ਹਾਂ ਜਦੋਂ ਜੀਵਤ ਮਰਨਾ ਆ ਜਾਂਦਾ ਨਾ, ਮਨ ਨਵਾਂ ਬਣ ਜਾਂਦਾ ਹੈ। ਸੋ ਅਸੀਂ ਗੁਰ ਕੇ ਸ਼ਬਦ ਬਣਾਵੋ ਇਹ ਮਨ ਸਿੱਖਦੇ ਹਾਂ, ਜੋ ਹੀ ਸਿੱਖਦੇ ਹਾਂ ਮਨ ਨਵਾਂ ਬਣ ਜਾਂਦਾ ਹੈ। ਮਨ ਦੀ ਨਵੀਂ ਸੁਰਤ ਮਤ ਬੁੱਧ ਕੜੀ ਜਾਂਦੀ ਹੈ। ਮਨ ਨਵਾਂ ਬਣਦਾ ਕਦੋਂ ਹੈ? ਜਦੋਂ ਮਨ ਨੀਵਾਂ ਹੁੰਦਾ ਹੈ। ਜੋ ਹੀ ਮਨ ਨੀਵਾਂ ਹੁੰਦਾ ਹੈ ਮਤ ਉੱਚੀ ਹੋ ਜਾਂਦੀ ਹੈ, ਸਾਰਾ ਕੁਝ ਫਿਕਸਅਪ ਹੋਣਾ ਸ਼ੁਰੂ ਹੋ ਜਾਂਦਾ ਹੈ। ਸਾਡਾ ਮਨ ਦਾ ਅੰਦਰ ਵਾਲਾ ਜਿਹੜਾ ਸਰੀਰ ਹੈ ਨਾ, ਉਹ ਸਰੀਰ ਜੇ ਕਠੋਰ ਹੈ, ਜਿਨਕੇ ਚਿੱਤ ਕਠੋਰ ਹੈ, ਤਾਂ ਉਹ ਸਰੀਰ ਪੱਥਰ ਹੁੰਦਾ ਹੈ। ਉਹਨੂੰ ਕਹਿੰਦੇ ਨੇ ਕਈ ਜਨਮ ਸੈਲਗਿਰ ਕਰਿਆ। ਕਬੀਰ ਮਨ ਪੰਖੀ ਪਿਓ, ਤਾਂ ਉਹਨੂੰ ਕਹਿੰਦੇ ਨੇ ਕਈ ਜਨਮ ਪੰਖੀ ਸਰਪ ਹੋਏ। ਇਸ ਤਰੀਕੇ ਦੇ ਨਾਲ ਮੇਰਾ ਮਨ ਇਹ ਵਾਲੀਆਂ ਸਾਰੀਆਂ ਅਵਸਥਾਵਾਂ ਵਾਲਾ ਜੀਵਨ ਜੀਂਦਾ ਹੈ। ਪਰ ਜੇ ਮੇਰਾ ਮਨ ਸਾਧ ਸੰਗ ਭਇਓ ਜਨਮ ਪ੍ਰਾਪਤ, ਜੇ ਮੇਰਾ ਮਨ ਸੱਚ ਦੀ ਸੰਗਤ ਲੈ ਲਵੇ, ਵਿਜ਼ਡਮ ਦੀ ਸੰਗਤ ਲੈ ਲਵੇ, ਤਾਂ ਮੇਰਾ ਮਨ ਨਵਾਂ ਬਣਦਾ ਹੈ। ਉਹ ਮਨ ਦੀ ਨਵੀਂ ਦੇਹ ਬਣਦੀ ਹੈ। ਮਨ ਕੀ ਮਤ ਦੀ ਦੇਹ ਵਿੱਚ ਵਾਈਸਿਸ ਆਉਂਦੇ ਸਨ, ਮਨ ਕੀ ਮਤ ਦੀ ਦੇਹ ਵਿੱਚ ਅੰਦਰ ਦੇ ਜੀ ਜੰਤ ਸਾਰੇ ਨੈਗੇਟਿਵ ਵਾਲੇ ਖਿਆਲ ਬਣ ਜਾਂਦੇ ਸਨ। ਪਰ ਸਤਿਗੁਰ ਦੀ ਮਤ ਲੈ ਕੇ ਮਨ ਨਵਾਂ ਬਣਿਆ, ਮਨ ਨਵਾਂ ਬਣਿਆ, ਮਨ ਦੇ ਸੁਰਤ ਮਤ ਬੁੱਧ, ਮਨ ਦੇ ਜੀ ਜੰਤ ਸਾਰੇ ਨਵੇਂ ਘੜੇ ਗਏ। ਔਰ ਇਹ ਜਿਹੜੇ ਸਾਰੇ ਘੜੇ ਜਾਂਦੇ ਨੇ ਨਾ, ਉਹਨੂੰ ਸਾਧ ਸੰਗ ਪਿਓ ਜਨਮ ਪ੍ਰਾਪਤ ਕਹਿੰਦੇ ਨੇ। ਜਿਹੜਾ ਅਸੀਂ ਮਿਲ ਜਗਦੀਸ਼ ਮਿਲਨ ਕੀ ਬਰੀਆ ਵਾਲਾ ਸੈਮੀਨਾਰ ਕੀਤਾ ਹੈ, ਤੁਸੀਂ ਸਾਰੇ YouTube ਤੇ ਦੇਖ ਸਕਦੇ ਹੋ। ਕਈ ਜਨਮ ਪੈ ਕੀ ਪਤੰਗਾ ਵਾਲਾ ਉਹ ਸਾਰਾ ਟੌਪਿਕ ਹੈ। ਤੇ ਸਤਿਗੁਰ ਦੀ ਮਤ ਲੈਂਦੇ ਆ ਤਾਂ ਨਵਾਂ ਜਨਮ ਪ੍ਰਾਪਤ ਹੁੰਦਾ। ਉਹ ਮਨ ਦੀ ਨਵੀਂ ਦੇਹ ਤਿਆਰ ਹੋ ਜਾਂਦੀ ਹੈ। ਉਹ ਦੇਹ ਵਿਜ਼ਡਮ ਵਾਲੀ ਹੁੰਦੀ ਹੈ। ਉਹ ਦੇਹ ਨੂੰ ਦੁਰਲਭ ਦੇਹ ਕਹਿੰਦੇ ਨੇ। ਉਹ ਦੇਹ ਨੂੰ ਦੁਰਲਭ ਦੇਹ ਪਾਈ ਵੱਡ ਭਾਗੀ, ਮਤਲਬ ਸੱਚ ਦੀ ਸੰਗਤ ਦਾ ਐਫਰਟ ਕੀਤੇ ਔਰ ਆਪਣੇ ਆਪ ਨੂੰ ਸੋਧਿਆ ਸਾਧਿਆ, ਔਰ ਉਹ ਵਾਲੀ ਨਵੀਂ ਦੇਹ ਪ੍ਰਾਪਤ ਹੁੰਦੀ ਹੈ। ਉਹਨੂੰ ਮਨ ਕੀ ਦੇਹ ਕਹਿੰਦੇ ਨੇ। ਆਈ ਥਿੰਕ ਉਹਨਾਂ ਦਾ ਕੁਐਸਚਨ ਆਨਸਰ ਹੋ ਗਿਆ ਹੋਣਾ। ਜੇ ਨਹੀਂ ਹੋਇਆ ਤਾਂ ਹੋਰ ਐਡ ਕਰ ਸਕਦੇ ਵੀ ਨਾਨਕ ਸੇ ਅੱਖਣੀਆਂ ਬਿਆਨ, ਇਹ ਵਾਲੀਆਂ ਅੱਖਾਂ ਨਾਲ ਨੂੰ ਦੇਖਣਾ ਨਹੀਂ ਆਉਂਦਾ, ਉਹਨੂੰ ਉਹ ਵਾਲੀਆਂ ਅੱਖਾਂ ਪ੍ਰਾਪਤ ਹੋ ਜਾਂਦੀਆਂ ਜਿਹਨੂੰ ਦਿਵ ਦ੍ਰਿਸ਼ਟ ਹੋਈ ਪ੍ਰਾਪਤ ਹੋ ਗਈ, ਦਿਵ ਦ੍ਰਿਸ਼ਟ ਪ੍ਰਾਪਤ ਹੋ ਜਾਂਦੀ ਹੈ। ਅਦਵੈਤ ਵਾਲੀ ਅਵਸਥਾ ਬਣਦੀ, ਨਾਨਕ ਅਵਸਥਾ ਬਣ ਜਾਂਦੀ ਹੈ। ਇਹ ਸਾਰੀ ਗੱਲ ਮਨ ਦੀ ਨਵੀਂ ਦੇਹ ਜਦੋਂ ਤੱਕ ਅਸੀਂ ਪ੍ਰਾਪਤ ਨਹੀਂ ਕਰਦੇ ਹਾਂ, ਵਰਨਾ ਇਹ ਮਨ ਮੂੰਹ ਫੇਰ ਕੇ ਝੂਠਾ ਰਹਿੰਦਾ ਹੈ। ਝੂਠਾ ਮਨ ਕੁੜਿਆਰ ਹੁੰਦਾ ਹੈ ਤੇ ਕੁੜਿਆਰ ਸਚਿਆਰ ਨਹੀਂ ਬਣ ਸਕਦਾ। ਸਚਿਆਰ ਬਣ ਗਿਆ, ਨਵੀਂ ਦੇਹ ਪ੍ਰਾਪਤ ਹੋ ਗਈ, ਇਹਦਾ ਨਵਾਂ ਆਕਾਰ ਬਣ ਗਿਆ। ਇਹਦੇ ਅੰਦਰ ਦੇ ਨਵੇਂ ਜੀ, ਇਹਦੇ ਅੰਦਰ ਦੇ ਧਰਤ ਆਕਾਸ਼ ਪਿਆਲ ਸਾਰੇ ਨਵੇਂ ਬਣ ਗਏ। ਇਹਦੇ ਅੰਦਰ ਦਾ ਨਵਾਂ ਗਗਨ ਬਣ ਗਿਆ, ਇਹਦੇ ਅੰਦਰ ਦਾ ਨਵਾਂ ਆਕਾਸ਼ ਬਣ ਗਿਆ। ਉਹਨੂੰ ਫਿਰ ਕਾਇਆ ਅੰਦਰ ਖੰਡ ਮੰਡਲ ਪਾਤਾਲਾ ਵਾਲੇ ਸਬਜੈਕਟ ਦੇ ਅੰਦਰ ਸਾਨੂੰ ਜਾਣਾ ਪਏਗਾ ਕਿ ਮੇਰੀ ਅੰਦਰ ਦੀ ਕਾਇਆ ਦੀ ਸ੍ਰਿਸ਼ਟੀ ਕਿਵੇਂ ਫਿਕਸਅਪ ਹੁੰਦੀ ਹੈ। ਕਦੋਂ? ਜਦੋਂ ਮਨ। ਹੁਣ ਇਹ ਜਿਹੜਾ ਇਹਨਾਂ ਨੇ ਸਵਾਲ ਪੁੱਛਿਆ ਚਿੱਤ, ਅਸੀਂ ਇਹਨੂੰ ਇਹਦੇ ਨਾਲ ਲਿੰਕ ਹੀ ਕਰ ਲੈਂਦੇ ਹਾਂ।
ਕਿਹੜੇ ਸੱਜਣ ਨੇ ਸਵਾਲ ਪੁੱਛਿਆ? ਉਹਨਾਂ ਦਾ ਨਾਮ ਬੋਲਣਾ। ਹੈਲੋ, ਹਰਪ੍ਰੀਤ ਸਿੰਘ ਜੀ। ਸੰਜੀਤ ਸਿੰਘ ਵੀ ਜੀ ਹੈਗੇ ਨੇ ਕੈਨੇਡਾ ਤੋਂ। ਸੰਜੀਵ ਸਿੰਘ ਜੀ, ਓਕੇ। ਸੰਜੀਵ ਸਿੰਘ ਜੀ, ਜਿਸ ਤਰ੍ਹਾਂ ਅਸੀਂ ਦੇਹ ਦੀ ਗੱਲ ਕਰ ਰਹੇ ਹਾਂ ਨਾ, ਤਾਂ ਅਸੀਂ ਦੇਹ ਦੇ ਅੰਦਰ ਇਹ ਸਾਰੇ ਅੰਗ ਵੀ ਫਿਕਸਅਪ ਕਰਦੇ ਹਾਂ। ਮਨ ਨਵਾਂ ਬਣ ਗਿਆ। ਮਨ ਨਵਾਂ ਕਦੋਂ ਬਣਿਆ? ਜਦੋਂ ਮਨ ਨੀਵਾਂ ਹੋਇਆ। ਗੁਰ ਕਾ ਸ਼ਬਦ ਬਣਾਵੋ ਇਹ ਮਨ ਵਾਸਤੇ ਮਨ ਨੂੰ ਨੀਵਾਂ ਹੋਣਾ ਪਏਗਾ। ਆਪਣੀ ਹੰਕਾਰ ਦੇ ਟੋਏ ਟਿੱਬੇ ਲਾਣੇ ਪੈਣਗੇ। ਮਨ ਮੈਦਾਨ ਕਰ ਟੋਏ ਟਿੱਬੇ ਲਾ, ਆਪਣੀ ਆਕੜ ਛੱਡ, ਵਰਨਾ ਕੀ ਹੋਏਗਾ? ਖਾਲੀ ਚੱਲੇ ਧਣੀ ਸਿਓ ਟਿੱਬੇ ਜਿਉ ਮੀਆਂ। ਜਦੋਂ ਮੀਂਹ ਪੈਂਦਾ ਟਿੱਬਿਆਂ ਤੇ ਨਹੀਂ ਪੈਂਦਾ, ਤੈਨੂੰ ਇਹ ਆਪਣੀ ਆਕੜ ਛੱਡਣੀ ਪਏਗੀ, ਆਪਣੀ ਸਿਆਣਪ ਛੱਡਣੀ ਪਏਗੀ। ਸੋ ਮਨ ਨੀਵਾਂ ਹੁੰਦਾ ਨਾ, ਮੱਤ ਉੱਚੀ ਹੋ ਜਾਂਦੀ ਹੈ। ਅੱਛਾ, ਮੱਤ ਉੱਚੀ ਕਿਵੇਂ ਹੁੰਦੀ ਹੈ? ਜਿਸ ਪਾਸੇ ਹਮੇਸ਼ਾ ਧਿਆਨ ਲੱਗਾ ਹੋਇਆ ਹੈ ਨਾ, ਸੁਰਤ ਜਿਸ ਪਾਸੇ ਲੱਗੀ ਹੈ, ਜੈਸੀ ਮਤ ਦੇ ਤੈਸਾ ਪ੍ਰਗਾਸ। ਸੋ ਜਿਸ ਪਾਸੇ ਸੁਰਤ ਲੱਗੀ ਹੋਈ ਹੈ, ਉਹ ਮਨ ਨੂੰ ਅਸੀਂ ਇੱਕ ਐਗਜ਼ਾਮਪਲ ਬਣਾ ਲੈਂਦੇ ਵੀ ਸ਼ੀਸ਼ਾ ਹੈ, ਇਹਦੇ ਤੋਂ ਰਿਫਲੈਕਸ਼ਨ ਹੋਏਗਾ। ਹੁਣ ਮਤ ਉੱਤੇ ਵੈਸੇ ਹੀ ਮੈਸੇजेस ਜਾਣਗੇ। ਜੈਸੇ ਪਾਸੇ ਧਿਆਨ ਲੱਗਾ ਹੋਇਆ, ਮੰਦੇ ਪਾਸੇ ਧਿਆਨ ਲੱਗਾ ਹੈ, ਕੁਮਤ ਬਣ ਜਾਏਗੀ। ਚੰਗੇ ਪਾਸੇ ਧਿਆਨ ਲੱਗਾ, ਸੁਮਤ ਬਣ ਜਾਏਗੀ। ਸੋ ਧੁਨ ਮੈਂ ਧਿਆਨ ਰੱਖ, ਸਤਿਗੁਰ ਦੇ ਸ਼ਬਦ ਦੇ ਨਿਰੰਤਰ ਧਿਆਨ ਰੱਖ, ਅਨਹਦ ਅਨਾਹਦ, ਤਾਂ ਕੀ ਹੋਏਗਾ? ਤੂੰ ਤੇਰੀ ਤੇਰਾ ਮਨ ਵੀ ਫਿਕਸ, ਤੇਰੀ ਸੁਰਤ ਨਿਰੰਤਰ ਸੱਚ ਪਾਸੇ, ਤੈਨੂੰ ਸੁਮਤ ਪ੍ਰਾਪਤ ਹੋ ਗਈ। ਇਹਦੇ ਨਾਲ ਤੇਰਾ ਇੱਕ ਹੋਰ ਅੰਗ ਫਿਕਸਅਪ ਹੋ ਜਾਏਗਾ। ਤੈਨੂੰ ਜਿਹੜੀ ਬੁੱਧ ਹੈ ਨਾ, ਉਹ ਕਦੇ ਕੁਬੁੱਧੀ ਬਣ ਜਾਂਦੀ ਹੈ, ਕਦੇ ਸੁਬੁੱਧੀ ਬਣ ਜਾਂਦੀ ਹੈ, ਲੇਕਿਨ ਹਮੇਸ਼ਾ ਜੇ ਤੈਨੂੰ ਇਹ ਫਿਕਸਅਪ ਹੋ ਗਿਆ ਨਾ, ਤਾਂ ਹਮੇਸ਼ਾ ਤੈਨੂੰ ਵਿਵੇਕ ਬੁੱਧ ਪ੍ਰਾਪਤ ਰਹੇਗੀ। ਤੂੰ ਅਵਗੁਣਾ ਵਾਲੀ ਸੋਚ ਨੂੰ ਅੰਦਰ ਆਣ ਹੀ ਨਹੀਂ ਦੇਗਾ। ਇਹ ਸਾਰੇ ਫਿਕਸਅਪ ਹੁੰਦੇ ਜਾਣਗੇ। ਤੁਸੀਂ ਅੱਜ ਲਫ਼ਜ਼ ਪੁੱਛ ਲਿਆ ਚਿੱਤ। ਚਿੱਤ ਨੂੰ ਅਸੀਂ ਇੰਝ ਕਹਿ ਸਕਦੇ ਹਾਂ ਕਿ ਚਿੱਤ ਮੇਰੀ ਨਾ ਮੈਮਰੀ ਚਿਪ ਹੈ। ਚਿੱਤ ਮੇਰੀ ਮੈਮਰੀ ਹੈ। ਚਿੱਤ ਮੇਰਾ ਹਿਰਦਾ ਹੈ। ਉਹਦੇ ਅੰਦਰ ਰੱਬ ਜੀ ਦੇ ਗੁਣ ਨੇ। ਅੱਛਾ, ਜੇ ਮੈਂ ਲਫ਼ਜ਼ ਲੈ ਲਾਂ, ਚਿੱਤ ਚੇਤਸ ਕੀ ਨਹੀਂ ਬਾਬਰਿਆ। ਮੇਰੇ ਚਿੱਤ ਦੇ ਅੰਦਰ ਰੱਬ ਜੀ ਵਸਦੇ ਨੇ। ਪ੍ਰੀਤਮ ਜਾਣ ਲਿਓ ਮਨ ਮਾਹੀ, ਅੰਦਰ ਵਸਦੇ ਨੇ। ਮੈਂ ਉਹਨਾਂ ਦੇ ਗੁਣ ਲੈਂਦਾ ਹੀ ਨਹੀਂ। ਹਰ ਬਿਸਰਤ ਤੇਰੇ ਗੁਣ ਗੱਲਿਆ। ਅੰਦਰ ਰੱਬ ਜੀ ਦੇ ਗੁਣ ਵਾਲੇ ਸਾਰੇ ਉਹ ਹਨ ਕੁਆਲਿਟੀਜ਼। ਰੱਬੀ ਗੁਣਾ ਦੀ ਸੋਚ ਵਾਲੀ ਮਤ ਸਾਰੀ ਹੈ, ਪਰ ਤੂੰ ਉਹਨੂੰ ਵਿਸਾਰਦਾ ਹੈ ਚਿੱਤ ਦੀ। ਉਹਨੂੰ ਕਹਿੰਦੇ ਨੇ ਭਾਈ ਰੇ ਰਾਮ ਕਹੋ ਚਿੱਤ ਲਾਏ। ਰਾਮ ਕਹੋ ਚਿੱਤ ਲਾਏ ਦਾ ਮਤਲਬ ਕੀ ਹੈ? ਰੱਬ ਜੀ ਅੰਦਰ ਚਿੱਤ ਦੇ ਵਸਦੇ ਨੇ। ਰੱਬ ਜੀ ਦੇ ਗੁਣ, ਰੱਬ ਜੀ ਦੇ ਗੁਣਾਂ ਨੂੰ ਸਟੋਰ ਚੋਂ ਕੱਢ ਵਰਤ। ਜੇ ਨਹੀਂ ਵਰਤੇਗਾ ਹਰ ਬਿਸਰਤ ਤੇਰੇ ਗੁਣ ਗੱਲਿਆ। ਉਹ ਗੁਣ ਉਥੇ ਪਏ ਪਏ ਯੂਸਲੈਸ ਹੋ ਜਾਣਗੇ। ਤੂੰ ਉਹਨਾਂ ਨੂੰ ਵਰਤਦਾ ਹੀ ਨਹੀਂ ਹੈ। ਇਹਦਾ ਮਤਲਬ ਇਹ ਹੋਇਆ ਕਿ ਜੇ ਅਸੀਂ ਗੁਰਮਤ ਸੁਣਦੇ ਹਾਂ ਨਾ, ਗੁਰਮਤ ਸੁਣ ਕੇ ਜੇ ਅਸੀਂ ਆਪਣੇ ਜੀਵਨ ਵਿੱਚ ਉਹ ਵਾਲੇ ਗੁਣ ਵਿਵਹਾਰ ਵਿੱਚ ਨਹੀਂ ਨਾ ਲਿਆਂਦੇ ਹਾਂ, ਤਾਂ ਸਾਡੇ ਉਹ ਗੁਣ ਕਿਸੇ ਕੰਮ ਦੇ ਰਹਿੰਦੇ ਨਹੀਂ ਹਨ। ਉਹ ਸਿਰਫ ਥੋਥਾ ਗਿਆਨ ਲੈਕਚਰ ਦੇਣ ਜੋਗੇ ਰਹਿ ਜਾਂਦੇ ਨੇ। ਸੋ ਚਿੱਤ ਚੋਂ ਅਸੀਂ ਸਤਿਗੁਰ ਦੀ ਮੱਤ ਲੈਂਦੇ ਹਾਂ। ਉਹ ਚਿੱਤ ਚੋਂ ਅਸੀਂ ਚੰਗੇ ਚੰਗੇ ਗੁਣਾਂ ਨੂੰ ਰਿਟਰੀਵ ਕਰਦੇ ਹਾਂ। ਉਹਨੂੰ ਅਸੀਂ ਚਿੱਤ ਕਵਾਂਗੇ ਕਿ ਭਾਈ ਦੇ ਰਾਮ ਕੋ ਚਿਤ ਲਾਇਆ ਆਏਗਾ। ਚੇਤਸ ਕੀ ਨਹੀਂ ਬਾਵਰਿਆ ਆਏਗਾ। ਨਰ ਅਚੇਤ ਪਾਪ ਤੇ ਡਰ ਰਹੇ। ਉਹ ਕੀ ਹੋ ਰਿਹਾ? ਉਹ ਚੰਗੇ ਗੁਣਾਂ ਨੂੰ ਵਿਸਾਰ ਰਿਹਾ। ਸੋ ਅਸੀਂ ਇਹ ਸਿਰਫ ਲਫ਼ਜ਼ ਨੇ, ਪਰ ਇਹ ਸਾਰੇ ਲਫ਼ਜ਼ ਜਿਨ੍ਹਾਂ ਨੇ ਵੀ ਬਣਾਏ ਹੋਣਗੇ, ਕਦੀ ਬਣਾਏ ਹੋਣਗੇ, ਪਰ ਇਹ ਲਫ਼ਜ਼ ਨੂੰ ਅਸੀਂ ਸਾਰੇ ਆਪਣੇ ਅੰਦਰ ਦੇ ਅੰਗ ਕਹਿ ਸਕਦੇ ਹਾਂ। ਬੋਡੀ ਨੂੰ ਚੀਰ ਫਾੜ ਕਰੋ, ਇਹ ਅੰਗ ਨਹੀਂ ਮਿਲਣਗੇ। ਬੋਡੀ ਨੂੰ ਚੀਰ ਫਾੜ ਕਰਕੇ ਤਾਂ ਮਨ ਵੀ ਨਹੀਂ ਮਿਲੇਗਾ। ਲੇਕਿਨ ਸਾਰਾ ਸਾਡਾ ਸੋਚਣੀ ਦਾ ਢੰਗ, ਮੇਰਾ ਸੋਚਣੀ ਦਾ ਢੰਗ ਹੀ ਮੇਰਾ ਜਗਤ ਹੈ। ਮੇਰੀ ਸੋਚਣੀ ਦਾ ਢੰਗ ਹੀ ਮੇਰਾ ਜਗ ਹੈ। ਔਰ ਉਸ ਵੇਲੇ ਜਿਹੜੀ ਮੇਰੀ ਅਵਸਥਾ ਬਣਦੀ ਹੈ, ਉਹ ਮੇਰਾ ਯੁੱਗ ਹੈ। ਇਹ ਅੰਦਰ ਦੀ ਗੱਲ ਹੈ। ਮੇਰਾ ਜਗਤ, ਮੇਰਾ ਸੰਸਾਰ, ਮੇਰਾ ਜਗ, ਮੇਰੀ ਅੰਦਰ ਦੀ ਸ੍ਰਿਸ਼ਟੀ, ਮੇਰੀ ਅੰਦਰ ਦੀ ਕਾਇਆ, ਉਹ ਜਦੋਂ ਫਿਕਸਅਪ ਹੁੰਦੀ ਹੈ ਨਾ, ਤਾਂ ਸਾਰੀ ਲੋਕ ਸੁਖੀਏ ਪਰਲੋਕ ਸੁਹੇਲੇ
ਫਿਰ ਸਾਡੇ ਬਾਹਰ ਲੋਕਾਂ ਨਾਲ ਬਿਹੇਵੀਅਰ ਵੀ ਚੰਗਾ ਹੋ ਜਾਂਦਾ ਹੈ ਔਰ ਅਸੀਂ ਅੰਦਰੋਂ ਫਿਕਸਅਪ ਹੋ ਜਾਂਦੇ ਹਾਂ। ਉਹਨੂੰ ਕਹਿੰਦੇ ਨੇ ਲੋਕ ਸੁਖੀਏ ਪਰਲੋਕ ਸੁਹੇਲੇ। ਸੋ ਇਹ ਸਾਰੀ ਖੇਡ ਅੰਦਰ ਦੀ ਬੜੀ ਕੀਮਤੀ ਹੈ ਔਰ ਅੰਦਰ ਦੀ ਦੇਹ ਪ੍ਰਾਪਤੀ ਦੀ ਹੈ। ਅੰਦਰ ਦੀ ਦੇਹ ਨੂੰ ਅੰਦਰ ਦੇ ਸਤਿਗੁਰ ਦੀ ਮੱਤ ਲੈ ਕੇ ਅਸੀਂ ਜੀਵਨ ਜੀਵਾਂਗੇ ਨਾ ਤਾਂ ਖੇਡ ਬਣੇਗੀ। ਧੰਨਵਾਦ ਵੀਰ ਜੀ। ਆਪ ਜੀ ਨੇ ਚਿੱਤ ਨੂੰ ਮੈਮਰੀ ਕਰਕੇ ਬੜੀ ਖੂਬਸੂਰਤੀ ਨਾਲ ਸਮਝਾਣਾ ਕੀਤਾ, ਲੇਕਿਨ ਤੁਸੀਂ ਚਿੱਤ ਨੂੰ ਸਿਰਫ ਪੋਜ਼ਿਟਿਵ ਵਾਲੇ ਪਾਸੇ ਤੁਸੀਂ ਲੈ ਕੇ ਗਏ ਹੋ, ਜਦਕਿ ਚਿੱਤ ਵਿੱਚ ਨੈਗੇਟਿਵ ਵੀ ਵਸ ਸਕਦਾ ਤੇ ਪੋਜ਼ਿਟਿਵ ਵਿੱਚ ਵੀ ਵਸ ਸਕਦਾ। ਹਾਂਜੀ, ਇਸੇ ਕਰਕੇ ਮੈਂ ਮੈਮਰੀ ਚਿਪਕਿਆ ਨਾ ਉਹਨੂੰ। ਤਜ ਚਿਤਰੇ ਚੇਤੋ ਚਿਤਕਾਰੀ, ਤੇ ਚਿੱਤ ਵਿੱਚ ਤੱਕ ਦੋਨੋਂ ਚੀਜ਼ਾਂ ਹੋ ਸਕਦੀਆਂ, ਨੈਗੇਟਿਵ ਵੀ ਤੇ ਪੋਜ਼ਿਟਿਵ ਵੀ। ਹਾਂਜੀ, ਜਦੋਂ ਅਸੀਂ ਉਹਨੂੰ ਮੈਂ ਮੈਮਰੀ ਚਿਪ ਇਸ ਕਰਕੇ ਕਿਹਾ ਤਾਂ ਕਿ ਉਹ ਸੌਖਾ ਸਮਝ ਆ ਜਾਏ। ਉਹਨਾਂ ਚੋਂ ਮੈਨੂੰ ਚਿੱਤ ਅੰਦਰ ਜਿਹੜੇ ਨਾ ਦੁਰਜਨ ਹੈ ਨਾ, ਉਹਨੂੰ ਕਹਿੰਦੇ ਦੁਰਜਨ ਮਾਰੇ ਵੈਰੀ ਸੰਘਾਰੇ। ਉਹ ਮੈਨੂੰ ਦੁਰਜਨ ਅਵਗੁਣ ਖਿਆਲ ਵੀ ਉੱਥੇ ਹਨ। ਮੇਰੀ ਖੇਤੀ ਦੇ ਅੰਦਰ ਫਲ ਬੂਟੇ ਤਾਂ ਮੈਂ ਲਗਾਏ ਨੇ, ਪਰ ਖਰ ਪਤਵਾਰ ਵੀ ਉਗ ਆਉਂਦੇ ਨੇ, ਈਵਲ ਥਾਟਸ ਵੀ ਆਉਂਦੀਆਂ। ਆਸਤਾ ਆਸਤਾ ਉਹਨਾਂ ਨੂੰ ਪੁੱਟ ਕੇ ਸੁੱਟਿਆ। ਕਾਮ ਕ੍ਰੋਧ ਦੋਇ ਕਰੋ ਬਸੋਲੇ ਗੋਡੋ ਧਰਤੀ ਭਾਈ, ਜਿਉ ਗੋਡੋ ਤਿਉ ਤੁਮ ਸੁਖ ਪਾਵੋ, ਕਿਰਤ ਨਾ ਮਿਟਿਆ ਜਾਈ, ਤੇਰੀ ਮਿਹਨਤ ਜ਼ਾਇਆ ਨਹੀਂ ਜਾਏਗੀ। ਸਤਿਗੁਰ ਦੀ ਮੱਤ ਲੈ ਕੇ ਉਹ ਆਪਣੇ ਸਾਰੇ, ਫਿਰ ਅਸੀਂ ਇਹ ਕਾਮ ਕ੍ਰੋਧ ਲੋਭ ਓਂਕਾਰ ਔਰ ਜਿਨ੍ਹਾਂ ਨੂੰ ਅਸੀਂ ਦੁਸ਼ਮਨ ਕਹਿ ਰਹੇ ਨਾ, ਸਾਰੇ ਇਹ ਵੈਰੀ ਮਿੱਤਰ ਸਭ ਕੀਤਿਆਂ ਹੋ ਜਾਣਗੇ। ਅਲਟੀਮੇਟਲੀ ਸਾਰਾ ਸਾਨੂੰ ਅੰਦਰ ਦਾ ਸੰਸਾਰ ਫਿਕਸਅਪ ਕਰਨਾ ਆ ਜਾਏਗਾ ਔਰ ਮੈਂ ਸਤਿਯੁਗੀ ਚਾਹ। ਧੰਨਵਾਦ ਵੀਰ ਜੀ। ਇੱਕ ਤਜਿੰਦਰ ਵੀਰ ਜੀ ਅਗਲਾ ਸਵਾਲ ਲੈ ਲਿਆ ਜੇ। ਹਾਂ ਵੀਰ ਜੀ, ਸਮਾਂ ਹੋ ਗਿਆ ਤੇ ਅੱਜ ਕੋਈ ਸਵਾਲ ਵੀ ਇਸ ਤਰ੍ਹਾਂ ਦਾ ਪੈਂਡਿੰਗ ਨਹੀਂ ਸੀਗਾ। ਇੱਥੇ ਫਤਿਹ ਦੀ ਸਾਂਝ ਕਰ ਲੈਂਦੇ ਆ ਵੀਰ ਜੀ। ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।